ਸਾਰਿਆਂ ਜੈਮ ਸਿੱਕੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਜ਼ਬੂਰ ਜ਼ੋਨ ਦੇ ਵਿੱਚ ਵੈਲਕਮ ਹੈ। ਅਸੀਂ ਸਾਮਸਨ ਪੰਜਾਬੀ ਜ਼ਬੂਰਾਂ ਤੇ ਅਸੀਂ ਫੋਕਸ ਕਰਾਂਗੇ। ਤਾਂ ਸਾਡਾ ਫੋਕਸ ਹੈਗਾ ਆ ਦਾਊਦ ਦੇ ਜ਼ਬੂਰਾਂ ਤੇ ਇਸ ਵੀਕ ਅਸੀਂ ਫੋਕਸ ਕਰ ਰਹੇ ਹਾਂ ਜ਼ਬੂਰ 35 ਤੇ ਉਹਦੇ ਵਿੱਚੋਂ ਅਸੀਂ ਸਿੱਖਾਂਗੇ ਪਰਮੇਸ਼ਵਰ ਦੇ ਵਚਨ ਦੇ ਬਾਰੇ। ਤੇ ਮੈਂ ਰਿਕੁਐਸਟ ਕਰੂੰਗੀ ਜੋਸ਼ੂਆ ਜੀ ਨੂੰ ਕਿ ਉਹ ਸਾਨੂੰ ਦੁਆ ਦੇ ਵਿੱਚ ਲੈ ਕੇ ਜਾਣ। आओ असी अपनी अखां नूं बंद करिए ते खुदा दी हुजूरी च चलिए। खुदावंद असी तेरा निहायत ही शुक्रगुजार हाँ कि तूने सानू तंदुरुस्ती दिती ते साडी जिंदगी च सानू ये मौका दिता कि असी फिर तो तेरे बंदे दे जरिए ज़बूरां दे उत्ते खुदावंद जद कि अज 35 ज़बूर है उस दे उत्ते असी जो कुछ भी सीखदे हां उसनूं अपनी जिंदगी दे विच लैके चलण वाले होइए। तमाम सुनने वालियां दे भी नाल हो खुदावंद तू उन्हां नूं भी आशीष ते बरकत दे तां जो खुदावंद ओ भी इन्हां ज़बूरां दे विचों सिखण ते उन्हां लोकां नूं दस्सण जिहड़े खुदावंद तेरे कलाम नूं नहीं जानदे अजे तक। तो साडे सब दे नाल हो ते सब दी रहनुमाई कर, खास तौर ते तेरे बंदे खुदावंद तू उन्हां दे नाल हो, उन्हां नूं ज़्यादा तो ज़्यादा अपने कलाम दे लई इस्तेमाल कर। तेरे बेटे यीशु ने मांगदे सुन ते कबूल कर ले, आमीन। थैंक यू जोशुआ जी ਸਾਨੂੰ ਪ੍ਰੇਅਰ ਵਿੱਚ ਲੈ ਕੇ ਜਾਣ ਦੇ ਲਈ। ਹੁਣ ਮੈਂ ਰਿਕੁਐਸਟ ਕਰੂੰਗੀ ਕਾਸ਼ਿਸ਼ ਚੌਹਾਨ ਜੀ ਜੋ ਕਿ ਸਾਡੇ ਨਾਲ ਯੂਕੇ ਤੋਂ ਜੁੜੇ ਹਨ ਕਿ ਉਹ ਸਾਨੂੰ ਇਸ ਜ਼ਬੂਰ ਦੀ ओरिजिनल ਕੰਪੋਜੀਸ਼ਨ ਸੁਣਾਣ। ਕਾਸ਼ਿਸ਼ ਜੀ। थैंक यू एंड जमसी दी सारिਆਂ ਨੂੰ ਤੇ ਜ਼ਬੂਰ 35 ਇਹਦੇ ਕਾਫੀ ਜਿਹੜੀ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਛਪੀ ਹੈ ਉਹਦੇ 6 ਹਿੱਸੇ ਚ ਉਹਨਾਂ ਨੇ ਤਕਸੀਮ ਕੀਤਾ ਟੀਮ ਨੇ ਕਿਉਂਕਿ ਬੜਾ ਵੱਡਾ ਲੰਬਾ ਜ਼ਬੂਰ ਹੈ। ਉਹਨਾਂ ਨੇ ਛੋਟੇ ਛੋਟੇ ਉਹਦੇ ਗੀਤ ਬਣਾਏ ਨੇ ਤੇ ਉਹਦੇ ਪਹਿਲੇ ਹਿੱਸੇ ਤੇ ਦੂਸਰੇ ਹਿੱਸੇ ਦੇ ਮੈਂ ਅੰਤਰਸਥਾਈ ਗਾ ਕੇ ਤੇ ਸੁਣਾਵਾਂਗਾ। ਤੇ ਜ਼ਬੂਰ 35 ਦਾ ਹਿੱਸਾ 1 ਜੋ ਝਗੜਾ ਕਰਦੇ ਮੇਰੇ ਨਾਲ लड़ो ना नाल खुदा। जो झगड़ा कर दे मेरे नाल लड़ो ना नाल खुदा। जो झगड़ा कर दे मेरे नाल लड़ो ना नाल खुदा। जो मेरे मारन वाले हैं करो ना नू फना। जो झगड़ा कर दे मेरे नाल लड़ो ना नाल खुदा। खुदाया अपनी बन के ढाल ते खिंच के तेज तलवार। खुदाया अपनी बन के ढाल ते खिंच के तेज तलवार। कदम कर मदद आज बंदे दी ते उठ के हो तैयार। जो झगड़ा कर दे मेरे नाल लड़ो ना नाल खुदा। ऐसी हिस्सा 1। दूजा हिस्सा ना हक मेरे वास्ते अपना जाल विछांदे। ना हक मेरे वास्ते अपना जाल विछांदे। ना हक मेरे वास्ते अपना जाल विछांदे। घर विच मेरी जान ओडी गाना चाहंदे। ना हक मेरे वास्ते अपना जाल वछांदे। सब बदकार ना सोवन दुख अचानक आवे। सब बदकार ना सोवन दुख अचानक आवे। उसे जाल विच फसे जेड़ा आप वछावे। ना हक मेरे वास्ते। आमीन। आमीन। थैंक यू काशिफ जी, ये बहुत खूबसूरत कंपोजिशन सुनाने वास्ते। ते हुण मैं रिक्वेस्ट करूंगी ज्योति जी ਨੂੰ ਤੇ ਜੋਸ਼ੂਆ ਜੀ ਨੇ ਕਿ ਉਹ ਸਾਨੂੰ ਇਹ ਜ਼ਬੂਰ ਪੰਜਾਬੀ ਲੈਂਗੁਏਜ ਚ ਪੜ੍ਹ ਕੇ ਸੁਣਾਣ। ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਥੈਂਕ ਯੂ ਪਾਸਟਰ ਜੀ, ਥੈਂਕ ਯੂ ਬ੍ਰਦਰ ਜੀ, ਔਰ ਥੈਂਕ ਯੂ ਮੇਰੇ ਆਲ ਟੀਮ ਮੈਂਬਰ।
ਅੱਜ ਅਸੀਂ ਲਾਸਟ ਵੀਕ ਅਸੀਂ ਮਿਸ ਕੀਤਾ ਜ਼ਬੂਰ ਜੋਨ ਔਰ ਅਸੀਂ ਤੁਹਾਨੂੰ ਸਾਰਿਆਂ ਨੂੰ ਵੀ ਮਿਸ ਕੀਤਾ, ਲੇਕਿਨ ਅੱਜ ਅਸੀਂ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਜ਼ਬੂਰ 35 ਲੈ ਕੇ ਆਏ ਹਾਂ। ਮੈਂ ਇਸ ਦਾ ਮੇਨ ਟਾਈਟਲ ਪੜਾਂਗੀ, ਮਦਦ ਲਈ ਪ੍ਰਾਰਥਨਾ, ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। हे ਪ੍ਰਭੂ, ਜੋ ਮੇਰੇ ਨਾਲ ਝਗੜਦੇ ਹਨ ਤੂੰ ਉਹਨਾਂ ਨਾਲ ਝਗੜ, ਜੋ ਮੇਰੇ ਨਾਲ ਲੜਦੇ ਹਨ ਤੂੰ ਉਹਨਾਂ ਨਾਲ ਲੜ। ਆਇਤ ਨੰਬਰ 2, ਢਾਲ ਤੇ ਫਰੀ ਨੂੰ ਸਾਂਭ ਅਤੇ ਮੇਰੀ ਸਹਾਇਤਾ ਲਈ ਉੱਠ। ਆਇਤ ਨੰਬਰ 3, ਤੂੰ ਮੇਰਾ ਪਿੱਛਾ ਕਰਨ ਵਾਲਿਆਂ ਦੇ ਵਿਰੋਧ ਆਪਣਾ ਬਰਛਾ ਤੇ ਕੁਹਾੜਾ ਚੁੱਕ, ਤੂੰ ਮੈਨੂੰ ਕਹਿ ਦੇ ਮੈਂ ਤੇਰਾ ਮੁਕਤੀਦਾਤਾ ਹਾਂ। ਆਇਤ ਨੰਬਰ 4, ਜਿਹੜੇ ਮੇਰੀ ਜਾਨ ਲੇਵਾ ਹਨ ਉਹ ਲੱਜਿਆਵਾਨ ਅਤੇ ਖੱਜਲ ਹੋਣ, ਜਿਹੜੇ ਮੇਰੀ ਬੁਰਾਈ ਸੋਚਦੇ ਹਨ ਉਹ ਪਿੱਛੇ ਹਟਾਏ ਜਾਣ ਅਤੇ ਭੌਂਦਲ ਜਾਣ। ਆਇਤ ਨੰਬਰ 5, ਤੂੰ ਉਹਨਾਂ ਨੂੰ ਹਵਾ ਨਾਲ ਉੱਡਦੀ ਤੂੜੀ ਵਾਂਗ ਬਣਾ ਦੇ ਅਤੇ ਤੇਰਾ ਸਵਰਗਦੂਤ ਉਹਨਾਂ ਨੂੰ ਧਕੇਲਦਾ ਜਾਵੇ। ਆਇਤ ਨੰਬਰ 6, ਉਹਨਾਂ ਦਾ ਰਾਹ ਹਨੇਰਾ ਅਤੇ ਤਿਲਕਣਾ ਹੋਵੇ ਅਤੇ ਯਹੋਵਾ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਵੇ। ਆਇਤ ਨੰਬਰ 7, ਬਿਨਾਂ ਕਿਸੇ ਕਾਰਨ ਉਹਨਾਂ ਮੇਰੇ ਲਈ ਜਾਲ ਵਿਛਾਇਆ ਹੈ ਅਤੇ ਮੇਰੇ ਲਈ ਟੋਇਆ ਪੁੱਟਿਆ ਹੈ। ਆਇਤ ਨੰਬਰ 8, ਉਸ ਉੱਤੇ ਅਣਜਾਣੇ ਬਰਬਾਦੀ ਆਨ ਪਵੇ ਅਤੇ ਜਿਹੜਾ ਜਾਲ ਉਸਨੇ ਛਿਪਾਇਆ ਉਹ ਉਸ ਨੂੰ ਫਸਾ ਲਵੇ, ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ। ਆਇਤ ਨੰਬਰ 9, ਤਦ ਮੈਂ ਆਪਣੇ ਪ੍ਰਭੂ ਦੇ ਨਾਲ ਮਿਲ ਕੇ ਖੁਸ਼ੀ ਕਰਾਂਗਾ, ਮੈਂ ਉਸ ਤੋਂ ਮਿਲੀ ਮੁਕਤੀ ਲਈ ਆਨੰਦ ਮਨਾਵਾਂਗਾ। ਆਇਤ ਨੰਬਰ 10, ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, हे ਯਹੋਵਾ ਤੇਰੇ ਸਮਾਨ ਕੌਣ ਹੈ? ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛਡਾਉਂਦਾ ਹੈ, ਹਾਂ ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ। ਆਇਤ ਨੰਬਰ 11, ਮੇਰੇ ਵਿਰੋਧ ਬੁਰੇ ਲੋਕ ਗਵਾਹੀ ਲਈ ਉੱਠੇ ਹਨ, ਉਹ ਮੇਰੇ ਤੇ ਦੋਸ਼ ਲਾਉਂਦੇ ਹਨ ਜਿਨ੍ਹਾਂ ਬਾਰੇ ਮੈਂ ਕੁਝ ਜਾਣਦਾ ਤੱਕ ਵੀ ਨਹੀਂ ਹਾਂ। ਆਇਤ ਨੰਬਰ 12, ਨੇਕੀ ਦੇ ਵੱਟੇ ਉਹ ਮੈਨੂੰ ਬਦੀ ਦਿੰਦੇ ਹਨ, ਮੇਰੀ ਜਾਨ ਵਿਚਰ ਜਾਂਦੀ ਹੈ। ਆਇਤ ਨੰਬਰ 13, ਪਰ ਜਦੋਂ ਉਹ ਬਿਮਾਰ ਸਨ ਤਾਂ ਮੈਂ ਉਹਨਾਂ ਲਈ ਨਮਰ ਹੋ ਕੇ ਪ੍ਰਾਰਥਨਾ ਕੀਤੀ, ਮੈਂ ਉਹਨਾਂ ਲਈ ਵਰਤ ਰੱਖਿਆ ਅਤੇ ਤੂੰ ਮੇਰੀ ਪ੍ਰਾਰਥਨਾ ਸੁਣ ਲਈ। ਆਇਤ ਨੰਬਰ 14, ਮੈਂ ਉਹਨਾਂ ਨਾਲ ਮਿੱਤਰ ਜਾਂ ਭਰਾ ਵਾਂਗੂ ਵਰਤਿਆ, ਜਿਵੇਂ ਕੋਈ ਆਪਣੀ ਮਾਤਾ ਲਈ ਵਿਰਲਾਪ ਕਰੇ, ਤਿਵੇਂ ਮੈਂ ਸੋਗ ਨਾਲ ਝੁਕ ਗਿਆ। ਆਇਤ ਨੰਬਰ 15, ਪਰ ਮੇਰੇ ਤੇ ਜਦੋਂ ਦੁੱਖ ਆਇਆ ਤਾਂ ਉਹ ਆਨੰਦਿਤ ਹੋਣ ਲੱਗੇ, ਮੈਂ ਜਿਨ੍ਹਾਂ ਨੂੰ ਜਾਣਦਾ ਤੱਕ ਨਹੀਂ ਸਾਂ ਉਹ ਵੀ ਮੈਨੂੰ ਠੱਠੇ ਕਰਨ ਲੱਗੇ ਅਤੇ ਮੇਰੇ ਵਿਰੋਧ ਹੋ ਗਏ। ਆਇਤ ਨੰਬਰ 16, ਉਹਨਾਂ ਕਪਟੀਆਂ ਵਾਂਗੂ ਜਿਹੜੇ ਟੁੱਕੜ ਲਈ ਮਖੌਲ ਕਰਦੇ ਹਨ, ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ। ਆਇਤ ਨੰਬਰ 17, हे ਪ੍ਰਭੂ ਤੂੰ ਕਦੋਂ ਤੱਕ ਮੈਨੂੰ ਦੇਖਦਾ ਰਹੇਂਗਾ? ਤੂੰ ਮੇਰਾ ਉਹਨਾਂ ਦੇ ਨਾਸ਼ ਤੋਂ ਬਚਾ ਕਰ, ਮੈਂ ਇਕੱਲਾ ਹਾਂ, ਤੂੰ ਮੈਨੂੰ ਬੱਬਰ ਸ਼ੇਰ ਤੋਂ ਬਚਾ। ਆਇਤ ਨੰਬਰ 18, ਮੈਂ ਮਹਾਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ। ਆਇਤ ਨੰਬਰ 19, हे ਪ੍ਰਭੂ ਤੂੰ ਬਿਨਾਂ ਕਾਰਨ ਬਣੇ ਮੇਰੇ ਬੈਰੀਆਂ ਨੂੰ ਆਨੰਦਿਤ ਨਾ ਹੋਣ ਦੇ, ਤੂੰ ਉਹਨਾਂ ਨੂੰ ਮੇਰੇ ਤੇ ਅੱਖਾਂ ਦਾ ਮਟਕਾਉਣਾ ਦੇ ਅਤੇ ਨਾ ਹੀ ਮੈਨੂੰ ਘਿਰਨਾ ਕਰਨ ਦੇ। ਆਇਤ ਨੰਬਰ 20, ਕਿਉਂ ਜੋ ਉਹ ਸੁਖ ਸਥਾਨ ਦੀ ਗੱਲ ਨਹੀਂ ਕਰਦੇ, ਸਗੋਂ ਜਿਹੜੇ ਦੇਸ਼ ਵਿੱਚ ਆਰਾਮ ਨਾਲ ਵਸਦੇ ਹਨ ਉਹਨਾਂ ਦੇ ਵਿਰੁੱਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ। ਆਇਤ ਨੰਬਰ 21, ਉਹ ਮੇਰੇ ਵਿਰੁੱਧ ਸੰਗ ਪਾੜ ਕੇ ਕਹਿੰਦੇ ਹਨ, ਅਸੀਂ ਸਭ ਕੁਝ ਦੇਖ ਚੁੱਕੇ ਹਾਂ। ਆਇਤ ਨੰਬਰ 22, हे ਯਹੋਵਾ ਤੈਂ ਵੇਖ ਲਿਆ, ਚੁੱਪ ਨਾ ਕਰ, हे ਪ੍ਰਭੂ ਮੈਥੋਂ ਦੂਰ ਨਾ ਰਹਿ। ਆਇਤ ਨੰਬਰ 23, हे ਮੇਰੇ ਪਰਮੇਸ਼ਵਰ ਪ੍ਰਭੂ ਤੂੰ ਮੇਰੇ ਨਿਆਂ ਦੇ ਲਈ ਅਤੇ ਮੇਰੀ ਖਾਤਰ ਉੱਠ ਖੜਾ ਹੋ। ਆਇਤ ਨੰਬਰ 24, हे ਯਹੋਵਾ ਮੇਰੇ ਪਰਮੇਸ਼ਵਰ ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਂ ਕਰ ਅਤੇ ਉਹਨਾਂ ਨੂੰ ਮੇਰੇ ਉੱਤੇ ਆਨੰਦ ਨਾ ਹੋਣ ਦੇ। ਆਇਤ ਨੰਬਰ 25, ਤੂੰ ਉਹਨਾਂ ਨੂੰ ਇਹ ਨਾ ਕਹਿਣ ਦੇ, ਅਸੀਂ ਆਪਣੀ ਮਨਮਾਨੀ ਪੂਰੀ ਕੀਤੀ ਹੈ, ਅਸੀਂ ਉਸ ਨੂੰ ਨਿਗਲ ਲਿਆ ਹੈ। ਆਇਤ ਨੰਬਰ 26, ਜਿਹੜੇ ਮੇਰੇ ਨੁਕਸਾਨ ਦੇ ਕਾਰਨ ਆਨੰਦ ਹੁੰਦੇ ਹਨ,
ਉਹ ਇਕੱਠੇ ਸ਼ਰਮਿੰਦੇ ਹੋਣ ਅਤੇ ਭੌਂਦਲ ਜਾਣ। ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ ਉਹ ਲਾਜ ਅਤੇ ਅਨਾਦਰ ਦਾ ਲਿਬਾਸ ਪਹਿਨਣ। ਆਇਤ ਨੰਬਰ 27, ਜੋ ਮੇਰੇ ਛੁਟਕਾਰੇ ਦੀ ਚਾਹ ਕਰਦੇ ਹਨ ਉਹ ਖੁਸ਼ ਅਤੇ ਆਨੰਦਿਤ ਹੋਣ ਅਤੇ ਕਹਿਣ ਪ੍ਰਭੂ ਮਹਾਨ ਹੈ, ਉਹ ਆਪਣੀ ਸੇਵਾਦਾਰ ਦੀ ਭਲਾਈ ਤੋਂ ਖੁਸ਼ ਹੈ। ਆਇਤ ਨੰਬਰ 28, ਤਾਂ ਮੇਰੀ ਰਸਨਾ ਤੇਰੇ ਧਰਮ ਦੀ ਚਰਚਾ ਕਰੇਗੀ, ਦਿਨ ਭਰ ਤੇਰੀ ਉਸਤਤ ਹੋਵੇਗੀ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜੇ ਸੁਣੇ ਜਾਣ ਤੇ ਹੋਵੇ। ਆਮੀਨ। ਆਮੀਨ। ਥੈਂਕ ਯੂ ਜੋਤੀ ਜੀ, ਥੈਂਕ ਯੂ ਜੋਸ਼ਵਾ ਜੀ ਸਾਨੂੰ ਇਹ ਵਚਨ ਪੰਜਾਬੀ ਲੈਂਗੁਏਜ ਪੜ੍ਹ ਕੇ ਸੁਣਾਉਣ ਦੇ ਲਈ। ਤੇ ਹੁਣ ਮੈਂ ਦਰਖਾਸਤ ਕਰਾਂਗੀ ਡਾਕਟਰ ਐਰਿਕ ਸਰਵਰ ਨੂੰ ਕਿ ਉਹ ਸਾਨੂੰ ਇਸ ਤੇ ਵਚਨ ਸੁਣਾਉਣ। ਮਾਈਕ ਔਨ ਕਰੋ ਪਾਸਟਰ ਜੀ। I'm sorry. बहुत बहुत शुक्रिया जी सिस्टर ज्योति, राजीना, भाई काशिफ और अंकल जोशुआ दोबारा जुड़न दे नाल, और साढ़े सारे जिन्ने मित्र भैन भरा दोस्त पूरी दुनिया च बैठे इस प्रोग्राम नूं वेंदे ने और जबूर जोन साम्स इन पंजाबी कॉन्टैक्स्ट दे अज असीं जबूर नंबर 35 ते पहुँच गए हैं। ਤੇ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਆ ਕਿ ਸਾਡੀ ਜਿਹੜੀ ਪਰਸਿਸਟੈਂਟ ਪਿਛਲੇ ਸਾਲ ਤੋਂ ਪੈਂਡੈਮਿਕ ਨੇ ਜਿੱਥੇ ਬੜੇ ਬੜੇ ਭੈੜੇ ਕੰਮ ਕੀਤੇ ਨੇ ਉੱਥੇ ਲੋਕਾਂ ਨੂੰ ਬੜਾ ਜਿਹੜਾ ਨਾ ਖੁਦਾ ਦੇ ਨੇੜੇ ਵੀ ਕਰ ਦਿੱਤਾ ਹੋਵੇ, ਔਰ ਜ਼ਬੂਰਾਂ ਦੀ ਕਿਤਾਬ ਨੇ ਇਸ ਮਾਮਲੇ 'ਚ ਬੜਾ ਅਹਿਮ ਰੋਲ ਅਦਾ ਕੀਤਾ ਹੋਵੇ। ਔਰ ਸਾਡਾ ਵੀ ਇਹ ਜ਼ਬੂਰ ਜ਼ੋਨ ਪੈਂਡੈਮਿਕ ਦੇ ਦਿਨਾਂ ਦੀ ਪੈਦਾਵਾਰ ਹੈ, ਔਰ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਆ ਕਿ ਖੁਦਾ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਜ਼ਬੂਰਾਂ ਨੂੰ ਇੱਕ ਫਰਕ ਤੇ ਵੱਖਰੇ ਅੰਦਾਜ਼ ਦੇ ਨਾਲ ਉਹਨਾਂ ਨੂੰ ਅਸੀਂ ਜਾਣ ਸਕੀਏ, ਪੜ੍ਹ ਸਕੀਏ, ਸੁਣ ਸਕੀਏ। ਸੋ ਅੱਜ ਅਸੀਂ ਜ਼ਬੂਰ 35 ਤੇ ਪਹੁੰਚੇ ਹਾਂ ਜੀ, ਔਰ ਜ਼ਬੂਰ 35 ਸ਼ੁਰੂ ਦਾ ਰਿਫਲੈਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ ਕਿ ਇਸ ਜ਼ਬੂਰ ਦਾ ਮੇਜਰ ਥੀਮ ਕੀ ਹੈ। ਮੈਂ ਇਹਨਾਂ ਦਿਨਾਂ 'ਚ ਇੱਕ ਨੈਟਫਲਿਕਸ 'ਤੇ ਇੱਕ ਸੀਰੀਜ਼ ਹੈ ਫੌਜਾ ਦੇ ਨਾਂ ਤੋਂ, ਫੌਦਾ ਉਹਨੂੰ ਕਹਿੰਦੇ, ਲੇਕਿਨ ਐਕਚੁਅਲੀ FAUDA ਨੈਟਫਲਿਕਸ ਜਿਹਦੇ ਵਿੱਚ ਇਜ਼ਰਾਈਲ ਔਰ ਅਰਬ ਕੌਨਫਲਿਕਟ ਵਿਖਾਇਆ ਗਿਆ ਵੇ। ਔਰ ਜਿਹੜਾ ਵੇ ਨਾ ਉਹਦੇ ਵਿੱਚ ਇਜ਼ਰਾਈਲੀ ਜਿਹੜੀ ਮੋਸਾਦ ਹੈ ਏਜੰਸੀ ਜਿਹੜੀ ਹੈ ਉਹ ਕਿਤੇ ਆਪਣਾ ਕਿਤੇ ਫੜਨ ਜਾਂਦੀ ਹੈ ਕਿਸੇ ਅਰਬ ਨੂੰ, ਅਤੇ ਉੱਥੇ ਉਹਦੇ ਛੋਟੇ ਭਰਾ ਦਾ ਵਿਆਹ ਹੁੰਦਾ ਹੈ। ਛੋਟੇ ਭਰਾ ਦੇ ਵਿਆਹ ਆਪਰੇਸ਼ਨ ਦੇ ਦੌਰਾਨ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜੇ ਏਜੰਸੀ ਦੇ ਲੋਕ ਆਏ ਹੋਏ ਨੇ ਅਤੇ ਉਹਨਾਂ ਲੜਾਈ ਸ਼ੁਰੂ ਹੋ ਜਾਂਦੀ ਹੈ, ਅਤੇ ਜਿਹੜਾ ਦੂਲਾ ਹੁੰਦਾ ਵੇ ਨਾ ਉਹ ਮਰ ਜਾਂਦਾ ਹੈ, ਉਹਨੂੰ ਗੋਲੀ ਲੱਗ ਜਾਂਦੀ ਹੈ। ਯਾਨੀ ਆਪਣੀ ਸ਼ਾਦੀ ਵਾਲੇ ਦਿਨ ਉਹ ਦੂਲੇ ਦੀ ਡੈਥ ਹੋ ਜਾਂਦੀ ਹੈ। ਅਤੇ ਉਹਦੀ ਜਿਹੜੀ ਯੰਗ ਦੁਲਹਨ ਹੁੰਦੀ ਹੈ, ਟੀਨੇਜਰ ਲੜਕੀ ਜਿਹੜੀ ਹੁੰਦੀ ਹੈ ਨਾ, ਉਹ ਮਤਲਬ ਬੜਾ ਕਰਨ ਦੇ ਬਾਅਦ ਉਹ ਫਿਰ ਜਿਹੜੇ ਉਹਨਾਂ ਦਾ ਤਨਜ਼ੀਮ ਹੁੰਦੀ ਹੈ ਨਾ, ਉਹਨਾਂ ਦਾ ਲੀਡਰ ਉਹਨਾਂ ਦੇ ਘਰ ਅਫਸੋਸ ਕਰਨ ਆਉਂਦਾ ਵੇ, ਅਤੇ ਉਹਨੂੰ ਕਹਿੰਦਾ ਵੇ ਕਿ ਜੀ ਜਿਹੜਾ ਵੇ ਨਾ ਤੇਰੇ ਨਾਲ ਇਨਸਾਫ ਹੋਏਗਾ। ਉਹ ਕਹਿੰਦੀ ਹੈ ਜੀ ਮੈਨੂੰ ਇਨਸਾਫ ਨਹੀਂ, ਮੈਨੂੰ ਬਦਲਾ ਚਾਹੀਦਾ ਵੇ। ਉਹਨੇ ਕਿਹਾ ਜੀ ਤੇਰੇ ਨਾਲ ਜਸਟਿਸ ਹੋਏਗਾ। ਉਹਨੇ ਕਿਹਾ ਆਈ ਡੋਂਟ ਨੀਡ ਜਸਟਿਸ, ਆਈ ਵਾਂਟ ਰਿਵੈਂਜ। ਇਹ ਜਿਹੜਾ ਜ਼ਬੂਰ ਹੈ, ਜ਼ਬੂਰ 35 ਜਿਹੜਾ ਵੇ, ਇਹਦੇ ਵਿੱਚ ਅਸੀਂ ਵੇਖਾਂਗੇ ਕਿ ਦਾਊਦ ਜਿਹੜਾ ਵੇ ਉਹ ਰਿਵੈਂਜ ਵਾਲੇ ਪਾਸੇ ਨਹੀਂ ਜਾਂਦਾ, ਬਲਕਿ ਉਹ ਖੁਦਾ ਨੂੰ ਇਨਵੋਲਵ ਕਰਕੇ ਕਹਿੰਦਾ ਕਿ ਖੁਦਾਵੰਦ ਤੂੰ ਮੇਰਾ ਇਨਸਾਫ ਕਰ। ਸੋ ਦੈਟਸ ਇੰਟਰਸਟਿੰਗ ਕੰਟਰਾਸਟ। ਉਹਦੇ ਤੋਂ ਮੈਨੂੰ ਜਿਹੜੀ ਗੱਲ ਯਾਦ ਆਈ ਸੀ ਕਿ ਜ਼ਬੂਰ 35 ਜਿਹੜਾ ਵੇ ਮੋਸਟਲੀ ਅਸੀਂ ਜਦੋਂ ਜ਼ਬੂਰਾਂ ਦੇ ਸਾਡੇ ਜਦੋਂ ਸੁਣਨੇ ਆ ਜਾਂ ਪੜ੍ਹਨੇ ਆ, ਸਾਡੇ ਦਿਲਾਂ 'ਚ ਆਉਂਦਾ ਵੇ ਉਹ ਜੀ ਪ੍ਰੇਅਰ ਹੋਏਗੀ, ਦੁਆ ਹੋਏਗੀ, ਜ਼ਬੂਰ ਦੇ ਵਿੱਚ ਭਜਨ ਹੋਏਗਾ, ਔਰ ਜਨਾਬ ਕੋਈ ਮੁਨਾਜਾਤ ਹੋਏਗੀ, ਕੋਈ ਆਪਣਾ ਮੈਡੀਟੇਸ਼ਨ ਹੋਏਗਾ। ਆਲਦੋ ਦੇ ਆਰ ਆਲ ਪਾਰਟ ਆਫ ਜ਼ਬੂਰ, ਲੇਕਿਨ ਜ਼ਬੂਰ 35 ਇਸ ਲਿਹਾਜ਼ ਲਈ ਬੜਾ ਯੂਨੀਕ ਹੈ ਕਿ ਇਹਨੂੰ ਅਸੀਂ ਅਗਰ ਅਸੀਂ ਕਹੀਏ ਨਾ, ਮੈਂ ਆਪਣੀ ਟੈਕਨੀਕਲ ਲੈਂਗੁਏਜ ਦੇ ਵਿੱਚ, ਥਿਓਲੋਜੀਕਲ ਲੈਂਗੁਏਜ ਦੇ ਵਿੱਚ ਇਹਨੂੰ ਕਹੀਦਾ ਇੰਪ੍ਰੀਕੈਟਰੀ ਸਾਮਸ। ਇੰਪ੍ਰੀਕੈਟਰੀ ਸਾਮਸ ਦਾ ਮਤਲਬ ਹੈ ਵੇ ਸਾਡੇ ਪੰਜਾਬੀ ਜ਼ਬਾਨ ਵਿੱਚ ਕਹਿੰਦੇ ਨੇ ਜੀ ਕਿ ਜਿਹੜਾ ਕੋਈ ਬਰਾਬਰ ਦੀ ਟੱਕਰ ਦਾ ਹੋਵੇ ਨਾ ਉਹ ਤੇ ਅੱਗੋਂ ਬਦਲਾ ਲੈ ਲੈਂਦਾ ਵੇ, ਪਰ ਮਾੜਾ ਬੰਦਾ ਆਪਣੇ ਤੋਂ ਜ਼ੋਰਾਵਰ ਨੂੰ ਕੀ ਕੱਢਦਾ ਹੈ? ਕਿਉਂ ਅੰਕਲ ਜੀ? ਮਾਫੀ ਮੰਗ ਲੈਂਦਾ, ਭਾਈ ਤੂੰ ਹੀ ਵੱਡਾ ਵਾ, ਮੈਂ ਛੋਟਾ ਹੀ। ਮਾਫੀ ਤਾਂ ਮੰਗ ਲੈਂਦਾ ਵੇ, ਪਰ ਉਹ ਅਗਰ ਮਾਫੀ ਮੰਗਣ ਦੇ ਬਾਅਦ ਵੀ ਕੰਮ ਨਾ ਆਇਆ, ਉਹਨੂੰ ਕੁੱਟ ਪੈਂਦੀ ਰਹੇ, ਤੇ ਉਹ ਫਿਰ ਕੀ ਕਰਦਾ ਹੈ? ਕੀ ਖਿਆਲ ਹੈ? ਫਿਰ ਸੋਚਦਾ ਤੇ ਹੈ ਹੀ ਹੈ ਵੀ ਰੱਬ ਨੇ ਮੈਨੂੰ ਇਦਾਂ ਦਾ ਕਿਉਂ ਕਰ ਦਿੱਤਾ, ਮੈਨੂੰ ਵੀ। ਉਹ ਬੰਦੇ ਨੂੰ ਕੀ ਕਰਦਾ ਵੇ? ਸਾਡੇ ਸਿਸਟਰ ਜੋਤੀ ਤੁਹਾਡੇ ਜ਼ਿਹਨ 'ਚ ਕੀ ਆ ਰਿਹਾ? ਕੀ ਕਰਦਾ ਮਾੜਾ ਬੰਦਾ? ਫਿਰ ਉਹਦਾ ਵਸ ਨਹੀਂ ਚੱਲਦਾ ਤੇ ਗਾਲਾਂ ਹੀ ਕੱਢਦਾ। ਫਿਰ ਹੋਰ ਮਾੜਾ ਬੰਦਾ ਵੀ ਸਭ ਕੁਝ ਪ੍ਰਭੂ ਤੇ ਛੱਡ ਦਿੰਦਾ ਕਿ ਪ੍ਰਭੂ ਤੂੰ ਹੀ ਦੇਖ ਸਕਦਾ ਆ, ਸਾਡੇ ਕੋਲ ਕੁਝ ਨਹੀਂ ਹੁੰਦਾ। ਖੁਦਾ ਤੇ ਜੇ ਤੇ ਵਿਸ਼ਵਾਸ ਹੈ, ਖੁਦਾ ਇਹੀ ਕਹਿੰਦਾ ਵੀ ਤੂੰ ਹੀ ਬਦਲਾ ਲੈ। ਉਹ ਤੇ ਗੱਲ ਬਿਲਕੁਲ ਠੀਕ ਹੈ, ਦੇयर नो डाउट ਅਬਾਊਟ ਇਟ, ਕਿਉਂਕਿ ਉਹ ਕਹਿੰਦੇ ਮੇਰਾ ਬਦਲਾ ਖੁਦਾ ਲਏਗਾ, ਲੇਕਿਨ ਉਸ ਟਾਈਮ ਉਹਦਾ ਫੌਰੀ ਰਿਐਕਸ਼ਨ ਕੀ ਹੁੰਦਾ ਵੇ? ਅੰਕਲ ਜੋਸ਼ੀ ਨੇ ਬੜਾ ਅੱਛਾ ਕਿਹਾ, ਉਹਨਾਂ ਨੇ ਗਾਲਾਂ ਹੀ ਕੱਢਦਾ, ਗਾਲਾਂ ਹੀ ਕੱਢ, ਮਾੜਾ ਬੰਦਾ ਫਿਰ ਗਾਲਾਂ ਹੀ ਕੱਢ ਸਕਦਾ, ਹੋਰ ਉਹਦੇ ਕੋਲ ਕੁਝ ਨਹੀਂ ਹੁੰਦਾ। ਹੈਸ ਟੂ ਬੀ ਰੀਅਲਿਸਟਿਕ। ਹਾਂ ਠੀਕ ਹੈ ਨਾ, ਵਨ ਹੈਸ ਟੂ ਐਕਸੈਪਟ। ਤੇ
ਇੱਥੇ ਅਸੀਂ ਵੇਖਦੇ ਹਾਂ ਸਾਨੂੰ ਇਹ ਗਾਲਾਂ ਤਾਂ ਨਹੀਂ ਲੱਗਦੀਆਂ, ਲੇਕਿਨ ਦਾਊਦ ਨੇ ਗਾਲਾਂ ਤਾਂ ਨਹੀਂ ਕੱਢੀਆਂ, ਲੇਕਿਨ ਉਹ ਇਸ ਆਪਣੀ ਸਿਚੁਏਸ਼ਨ ਦੇ ਵਿੱਚ, ਆਪਣੇ ਇਸ ਹਾਲਾਤ ਦੇ ਵਿੱਚ ਉਹ ਖੁਦਾ ਦੇ ਨਾਲ ਜਦੋਂ ਗੱਲਬਾਤ ਕਰਦਾ ਵੇ ਤੇ ਇਹ ਜ਼ਬੂਰ ਦੇ ਜ਼ਰੀਏ ਖੁਦਾ ਨੂੰ ਕਹਿੰਦਾ ਕੀ ਹੈ। ਸੋ ਦੈਟ ਇਜ਼ ਦਾ, ਔਰ ਦਿਸ ਇਜ਼ ਦਾ ਓਨੈਸਟ ਜਿਹਨੂੰ ਕਹਾਂਗੇ ਨਾ, ਇੱਕ ਬੜਾ ਬਰੂਟਲ ਬਟ ਯਟ ਓਨੈਸਟ ਰਿਸਪੌਂਸ ਹੈ। ਅਸੀਂ ਬਾਜ਼ ਔਕਾਤ ਨਾ ਜ਼ਬੂਰਾਂ ਦੀ ਵੈਸੇ ਇਹ ਬੜੀ ਖੂਬਸੂਰਤੀ ਹੈ ਕਿ ਜ਼ਬੂਰ ਨੇ ਨਾ ਉਹ ਇਨਸਾਨੀ ਇਮੋਸ਼ਨ ਜਿਹੜਾ ਵੇ ਨਾ, ਇਨਸਾਨੀ ਰਿਫਲੈਕਸ਼ਨ ਜਿਹੜਾ ਵੇ, ਇਨਸਾਨੀ ਰਵੱਈਆ ਜਿਹੜਾ ਵੇ, ਉਹਦੀ ਬਿਲਕੁਲ ਓਨੈਸਟ ਪਿਕਚਰ ਪੇਸ਼ ਕਰਦੇ ਨੇ। ਖੁਦਾ ਨਾਲ ਝਗੜਨਾ ਵੇ, ਖੁਦਾ ਨਾਲ ਲੜਨਾ ਵੇ, ਖੁਦਾ ਨਾਲ ਆਪਣਾ ਸ਼ਿਕਵਾ ਸ਼ਿਕਾਇਤ ਕਰਨਾ ਵੇ, ਉਹ ਵੀ ਓਨੈਸਟ ਹੈ, ਠੀਕ ਹੈ। ਆਪਣੇ ਇਰਦ ਗਿਰਦ ਵਸਣ ਵਾਲਿਆਂ ਦੇ ਨਾਲ ਰਾਬਤੇ ਔਰ ਰਵਾਬਤ ਕਿਵੇਂ ਜਿਹੇ ਰੱਖਣਾ, ਉਹ ਵੀ ਓਨੈਸਟ ਨੇ। ਸੋ ਇਹ ਜ਼ਬੂਰ ਜਿਹੜਾ ਵੇ ਬੜਾ ਓਨੈਸਟ ਜ਼ਬੂਰ ਹੈ। ਇਟ ਇਜ਼ ਨਾਟ ਪ੍ਰੇਜ਼, ਇਟ ਇਜ਼ ਨਾਟ prayer, it is not something devotion. This psalm is kind of ਅਗਰ ਮੈਂ ਅੱਜ ਦੀ ਲੈਂਗੁਏਜ ਯੂਜ਼ ਕਰਾਂ ਤੇ ਇੱਕ ਗੱਲੋਂ ਦਾਊਦ ਖੁਦਾ ਨੂੰ ਕਹਿਣ ਡਿਆ ਕਿ ਮੈਂ ਤੇ ਗਾਲਾਂ ਉਹਨਾਂ ਨੂੰ ਕੱਢੀ ਆਉਂਦੇ, ਖੁਦਾਵੰਦ ਹੁਣ ਤੂੰ ਇਨਸਾਫ ਮੇਰਾ ਤੂੰ ਕਰ, ਠੀਕ ਹੈ ਕਿ ਨਾ। ਉਹ ਫਿਰ ਇਨਸਾਫ ਲਈ ਅੱਗੇ ਸੁਜੈਸ਼ਨ ਵੀ ਦਿੰਦਾ ਵੀ ਉਹ ਕਿਹੜੀਆਂ ਸੁਜੈਸ਼ਨ ਨੇ, ਠੀਕ ਹੈ ਜੀ। ਸੋ ਅਸੀਂ ਵੇਖਦੇ ਹਾਂ ਜੀ ਕਿ ਇਹ ਜਿਹੜਾ ਜ਼ਬੂਰ ਹੈ ਔਰ ਇਹ ਸਾਨੂੰ ਜਿਹੜਾ ਦਾਊਦ ਐਕਚੁਅਲੀ ਤਾਂ ਸਿਚੁਏਸ਼ਨ ਕਿਉਂ ਇੰਝ ਦੀ ਬਣੀ ਹੈ ਅਸੀਂ ਵੇਖਾਂਗੇ ਜ਼ਬੂਰ ਦੇ ਵਿੱਚ, ਕਿਉਂਕਿ ਪੂਰੀਆਂ 35 ਆਇਤਾਂ ਅਸੀਂ ਕਵਰ ਨਹੀਂ ਕਰਾਂਗੇ, ਲੇਕਿਨ ਜਿਹੜੇ ਮੇਨ ਥੀਮ ਨੇ ਨਾ ਇਸ ਜ਼ਬੂਰ ਦੇ ਵਿੱਚ, ਉਹਨੂੰ ਅਸੀਂ ਥੋੜ੍ਹਾ ਜਿਹੀ ਦੇਰ ਲਈ ਅਸੀਂ ਇਹਦੇ 'ਤੇ ਗੱਲਬਾਤ ਕਰਾਂਗੇ। ਸੋ ਇਹਦੇ ਵਿੱਚ ਅਸੀਂ ਜਿਹੜਾ ਵੇਖਦੇ ਹਾਂ ਕਿ ਦਾਊਦ ਸਫਰਿੰਗ ਵਿੱਚ, ਦਾਊਦ ਮੁਸੀਬਤ ਵਿੱਚ, ਪਰੇਸ਼ਾਨੀ ਦੇ ਵਿੱਚ, ਔਰ ਮੁਸੀਬਤ ਔਰ ਪਰੇਸ਼ਾਨੀ ਜਿਹੜੀ ਨਾ ਉਹਦਾ ਮੇਨ ਟਾਈਟਲ ਜਿਹੜਾ ਨਾ ਉਹ ਪਤਾ ਕੀ ਹੈ, ਉਹ ਜ਼ਬੂਰ ਦੇ ਵਿੱਚ ਕਿ ਖੁਦਾਵੰਦ ਉਹ ਮੇਰਾ ਮਜ਼ਾਕ ਉਡਾਉਂਦੇ ਨੇ, ਮੇਰੇ ਜਿਹੜੇ ਅਦਾਵਤ ਰੱਖਣ ਵਾਲੇ ਨੇ, ਜਿਹੜੇ ਮੇਰੇ ਦੁਸ਼ਮਣ ਨੇ, ਉਹ ਕਹਿਣ ਡਿਆ ਵੇ, ਉਹ ਆਉਂਦਾ ਕਿ ਮੈਨੂੰ ਮੌਕ ਕਰਦੇ ਨੇ, ਜਿਹਨੂੰ ਕਹਿੰਦੇ ਜਿਵੇਂ ਅਸੀਂ ਠੱਠਾ ਨਹੀਂ ਮਾਰੀਦਾ ਕਿਸੇ ਦਾ ਮਜ਼ਾਕ ਉਡਾਈਦਾ ਕਿਸੇ ਨੂੰ, ਔਰ ਮੌਕ ਕਰਨਾ ਕਿਸੇ ਨੂੰ, ਜਿਹੜਾ ਨਾ ਦੈਟ ਇਜ਼ ਐਕਚੁਅਲੀ ਹੈਪਨਿੰਗ ਹੇਅਰ। ਔਰ ਦਾਊਦ ਦਾ ਸਾਨੂੰ ਪਤਾ ਵੇ ਕਿ ਦਾਊਦ ਬਚਪਨ ਤੋਂ ਲੈ ਕੇ ਉਹਦੇ ਜਿੰਨੇ ਰਿਕਾਰਡਡ ਲਾਈਫ ਦੇ ਇਵੈਂਟ ਨੇ, ਸੈਮੂਅਲ ਦੀ ਪਹਿਲੀ ਕਿਤਾਬ, ਸੈਮੂਅਲ ਦੀ ਦੂਸਰੀ ਕਿਤਾਬ ਦੇ ਵਿੱਚ, ਜਾਂ ਤਵਾਰੀਖ ਦੀ ਕਿਤਾਬ ਦੇ ਵਿੱਚ, ਔਰ ਜਿਹੜਾ ਸਾਡੇ ਕੋਲ ਸਲਾਤੀਨ ਦੀ ਕਿਤਾਬ ਦੇ ਵਿੱਚ ਵੀ ਥੋੜ੍ਹੇ ਬਹੁਤ ਹਵਾਲਾ ਜਾਤ ਨੇ, ਉੱਥੋਂ ਸਾਨੂੰ ਪਤਾ ਲੱਗਦਾ ਵਾ ਕਿ ਦਾਊਦ ਨੇ ਆਪਣੀ ਬਚਪਨ ਤੋਂ ਹੀ ਉਹਨੇ ਬਹੁਤ ਜ਼ਿਆਦਾ ਰਿਜੈਕਸ਼ਨ ਔਰ ਹਿਊਮਿਲੀਏਸ਼ਨ ਜਿਹੜੀ ਹੈ ਨਾ, ਬੇਇੱਜ਼ਤੀ ਉਹਨੇ ਬੜੀ ਬਰਦਾਸ਼ਤ ਕੀਤੀ ਹੈ। ਹਰ ਨੰਗਣ ਵਾਲਾ ਬੰਦਾ, ਹਰ ਆਉਣ ਜਾਣ ਵਾਲਾ ਜਿਹੜਾ ਵੀ ਉਹਦੇ 'ਤੇ ਜਰਾ ਵੀ ਇਨਫਲੂਐਂਸ ਰੱਖਦਾ ਸੀ ਨਾ, ਉਹ ਦਾਊਦ ਤੋਂ ਜੈਲਸੀ ਦਾ ਸ਼ਿਕਾਰ ਹੋ ਜਾਂਦਾ ਸੀ, ਠੀਕ ਹੈ। ਸੋ ਇਸ ਲਈ ਜਿਹੜਾ ਮੌਕਿੰਗ ਹੈ ਔਰ ਜਿਹੜਾ ਉਹਦਾ ਠੱਠਾ ਉਡਾਇਆ ਗਿਆ ਵੇ, ਦਾਵਤ ਰੱਖੀ ਗਈ, ਉਹਦਾ ਮਜ਼ਾਕ ਉਡਾਇਆ ਗਿਆ ਵੇ, ਦੰਦ ਪੀਸੇ ਗਏ ਨੇ ਉਹਦੇ ਹੱਲ, ਔਰ ਉਹਦੇ ਖਿਲਾਫ ਕੈਂਪੇਨ ਚਲਾਈ ਗਈ ਹੈ, ਉਹਦੇ ਕਰੈਕਟਰ ਅਸੈਸੀਨੇਸ਼ਨ ਕੀਤੀ ਗਈ ਹੈ, ਉਹਦੇ ਲਈ ਦਾਊਦ ਖੁਦਾ ਦੇ ਕੋਲੋਂ ਆਹੋਜ਼ਾਰੀ ਕਰਦਾ ਵੇ ਤੇ ਖੁਦਾ ਨੂੰ ਦਾਵਤ ਦਿੰਦਾ, ਖੁਦਾਵੰਦ ਤੂੰ ਇੰਟਰਵੀਨ ਕਰ ਹੁਣ, ਠੀਕ ਹੈ ਜੀ। ਸੋ ਦੈਟਸ ਐਕਚੁਅਲੀ ਇਹਦਾ ਜਿਹੜਾ ਵੇ ਨਾ ਉਹ ਆਪਣਾ ਮੇਨ ਥੀਮ ਹੈ। ਔਰ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਇਬਰਾਨੀ ਲਫ਼ਜ਼ ਇਹਦੇ ਵਿੱਚ ਜਿਹੜਾ ਇੱਕ ਬੜਾ ਇੰਪੋਰਟੈਂਟ ਯੂਜ਼ ਹੋਇਆ ਵੇ, ਜਿਹੜਾ ਕਿ ਮੋਸਟਲੀ ਮਾਡਰਨ ਹਿਬਰੂ ਦੇ ਵਿੱਚ ਉਹ ਯੂਜ਼ ਹੋਇਆ ਵੇ ਤਿੰਨ ਚੀਜ਼ਾਂ ਵਾਸਤੇ: ਡਾਰਕਨੈਸ, ਡਿਸਟਰਕਸ਼ਨ ਐਂਡ ਡੈਵਸਟੇਸ਼ਨ। ਔਰ ਇਬਰਾਨੀ ਲਫ਼ਜ਼ ਹੈ ਜੀ ਸ਼ੋਆ, ਯਾਨੀ ਆਹ ਭਰਨਾ, ਜਿਹਨੂੰ ਹਾਂ ਨਹੀਂ ਭਰੀ ਦੀ, ਜਿਵੇਂ ਹਾਂ ਭਰ ਕੇ ਤੇ ਖੁਦਾ ਅੱਗੇ ਦੁਆ ਕਰੀ ਦੀ, ਜਿਵੇਂ ਨਾ, ਜਿਵੇਂ ਪੰਜਾਬੀ ਨਹੀਂ ਕਹਿੰਦੇ ਕਿ ਤੈਨੂੰ ਮੇਰੀ ਹਾਂ ਲੱਗੇ, ਠੀਕ ਹੈ ਨਾ, ਹੋਰ ਤਾਂ ਕੋਈ ਲੱਗੇ ਨਾ ਲੱਗੇ, ਪਰ ਮੇਰੀ ਕੀ ਲੱਗੇ ਤੈਨੂੰ, ਹਾਂ ਲੱਗੇ, ਯਾਨੀ ਮੇਰੀ ਬਦ ਦੁਆ ਲੱਗ ਜਾਏ ਤੈਨੂੰ, ਠੀਕ ਹੈ ਨਾ। ਸੋ ਦੈਟ ਇਜ਼ ਕਾਈਂਡ ਆਫ ਐਕਸਪ੍ਰੈਸ਼ਨ ਜਿਹੜਾ ਨਾ ਜ਼ਬੂਰ ਦੇ ਵਿੱਚ ਉਹ ਇੰਝ ਦਾ ਵੇ। ਔਰ ਲੇਕਿਨ ਜ਼ਬੂਰ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਜੀ ਕਿ ਜਿਹੜੇ ਦਾਊਦ ਦੇ ਦੁਸ਼ਮਣ ਨੇ ਅਨਪ੍ਰੋਵੋਕਡ ਐਨੀਮੀਜ਼ ਨੇ, ਯਾਨੀ ਇੱਕ ਹੁੰਦਾ ਨਾ ਕਿ ਤੁਹਾਡੀ ਦੁਸ਼ਮਣੀ ਕਿਸੇ ਵਜ੍ਹਾ ਤੋਂ ਹੁੰਦੀ ਹੈ, ਕੋਈ ਰੀਜ਼ਨ ਹੁੰਦੀ ਹੈ ਨਾ ਤੁਹਾਡੇ ਦੁਸ਼ਮਣੀ ਪੈ ਜਾਂਦੀ, ਇੱਕ ਹੁੰਦੀ ਹੈ ਵਿਦਆਊਟ ਰੀਜ਼ਨ, ਮਤਲਬ ਕੋਈ ਵਜ੍ਹਾ ਵੀ ਕੋਈ ਨਹੀਂ ਹੈ ਤੇ ਐਵੇਂ ਹੀ ਹਸਦ ਦੇ ਵਿੱਚ ਆ ਕੇ ਕਿ ਜਰਾ ਯਾਰ ਇਹ ਬੰਦੇ ਨੂੰ ਖੁਦਾ ਬਰਕਤ ਹੀ ਬਰਕਤ ਦੇਈ ਜਾ ਰਿਹਾ ਵੇ, ਸਾਨੂੰ ਕੁਝ ਮਿਲਦਾ ਹੀ ਨਹੀਂ ਪਿਆ, ਠੀਕ ਹੈ, ਇਹ ਬੰਦੇ ਨੂੰ ਖੁਦਾ ਹਮੇਸ਼ਾ ਅੱਗੇ ਵਧਾਈ ਆ ਰਿਹਾ, ਇਹਨੂੰ ਸਰਫਰਾਜ਼ੀ ਦੇਈ ਜਾਣ ਵੇ ਤੇ ਸਾਡੇ ਪੱਲੇ ਕੁਛ ਹੈ ਕੋਈ ਨਹੀਂ, ਮਤਲਬ ਇਹਨੂੰ ਕਿਹੜੇ ਪਰ ਲੱਗੇ ਨੇ, ਮਤਲਬ ਦੈਟਸ ਕਾਈਂਡ ਆਫ ਐਟੀਟਿਊਡ ਜਿਹੜਾ ਵੇ ਨਾ ਅਨਪ੍ਰੋਵੋਕਡ ਐਨੀਮੀ ਨੇ, ਜਿਹੜੇ ਫਿਰ ਉਹਦਾ ਠੱਠਾ ਤੇ ਮਜ਼ਕਾ ਉਡਾਉਂਦੇ ਨੇ ਉਹਦੀ ਗੈਰ ਮੌਜੂਦਗੀ ਦੇ ਵਿੱਚ ਵੀ। ਹਾਲਾਂਕਿ ਉਹਦਾ ਦਾਊਦ ਦਾ ਰਵੱਈਆ ਉਹਨਾਂ ਦੇ ਨਾਲ ਬਿਲਕੁਲ ਠੀਕ ਹੈ, ਮਤਲਬ ਈਵਨ ਅੱਗੇ ਅਸੀਂ ਵੇਖਿਆ ਨਾ 13ਵੀਂ ਆਇਤ ਦੇ ਵਿੱਚ, ਉਹਦੇ ਵਿੱਚ ਕੀ ਕਹਿੰਦਾ ਕਿ ਜਦੋਂ ਬਿਮਾਰ ਸਨ ਮੈਂ ਤਾਂ ਉਹਨਾਂ ਵਾਸਤੇ ਰੋਜ਼ੇ ਵੀ ਰੱਖੇ, ਮੈਂ ਦੁਆਵਾਂ ਵੀ ਕੀਤੀਆਂ, ਔਰ ਜਦੋਂ ਮਰ ਗਿਆ ਕਿ ਉਹਨਾਂ ਦਾ ਮੈਂ ਇੰਝ ਵਰਲਾਪ ਕੀਤਾ ਜਿਵੇਂ ਮੇਰੀ ਮਾਂ ਮਰ ਗਈ ਹੈ, ਕਹਿੰਦਾ, ਲੇਕਿਨ ਇਹਦੇ ਬਾਵਜੂਦ ਉਹ ਜਿਹੜਾ ਨਾ ਮੇਰੇ ਖਿਲਾਫ ਮੰਜੀ ਮੀਟਿੰਗਾਂ ਕਰਦੇ ਨੇ, ਮੇਰੇ ਖਿਲਾਫ ਗੱਲਾਂ ਕਰਦੇ ਨੇ, ਇੱਧਰ ਦਾ ਡਾਟਾ ਉਧਰ ਟ੍ਰਾਂਸਫਰ ਕਰਦੇ ਨੇ, ਔਰ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜਨਾਬ ਇਹਨਾਂ ਨਾਲ ਬਣਿਆ ਕੀ ਹੈ। ਸੋ ਦੈਟਸ ਦਾ ਐਕਚੁਅਲੀ ਜਿਹੜਾ ਵੇ ਉਹ ਕੰਮ ਉੱਥੇ ਚੱਲਣ ਡਿਆ ਵੇ। ਸੋ ਅਗਰ ਅਸੀਂ ਵੇਖੀਏ ਜੀ ਕਿ ਪਹਿਲੀਆਂ 3 ਆਇਤਾਂ ਜਿਹੜੀਆਂ ਨਾ, ਉਹ ਤੁਸੀਂ ਵੇਖੋਗੇ ਕਿ ਤੁਹਾਨੂੰ ਇੰਝ ਲੱਗਣ ਡਿਆ ਵੇ ਕਿ ਜਿਵੇਂ ਸੁਪਰੀਮ ਕੋਰਟ ਬੈਠੀ ਹੋਈ ਹੈ, ਸੁਪਰੀਮ ਕੋਰਟ ਦਾ ਜੱਜ ਬੈਠਾ ਹੋਇਆ ਵੇ, ਔਰ ਦਾਊਦ ਆਪਣਾ ਮੁਕੱਦਮਾ ਜਿਹੜਾ ਵੇ ਉਹ ਖੁਦਾ ਦੀ ਅਦਾਲਤ ਦੇ ਵਿੱਚ ਪੇਸ਼ ਕਰਦਾ। ਸੋ ਇਟਸ ਅ ਲੈਂਗੁਏਜ ਜਿਹੜੀ ਇੱਥੇ ਯੂਜ਼ ਹੋਈ, ਦੈਟ ਇਜ਼ ਕੋਰਟ ਲੈਂਗੁਏਜ, ਠੀਕ ਹੈ, ਜਿਹਦੇ ਵਿੱਚ ਮੁਕੱਦਮਾ ਕਹਿ ਰਿਹਾ ਕਿ ਮੇਰਾ ਲੜ ਖੁਦਾਵੰਦ ਦਾ।
सो पहलियां 3 आयतां लिखा भी ए खुदावंद जो मुझसे झगड़ते हैं तू उनसे झगड़। ठीक है जी, ਉਹ ਵੀ ਝਗੜਾ ਕਰਦੇ ਨੇ, ਮੈਂ ਤਾਂ ਕਰ ਨਹੀਂ ਸਕਦਾ, ਤੇ ਮੇਰੀ ਹਾਂ ਕੀ ਹੈ ਖੁਦਾਵੰਦ ਦਾ, ਤੂੰ ਮੇਰੇ ਵੱਲੋਂ ਉਹਨਾਂ ਦੇ ਅੱਗੇ ਮੇਰਾ ਵਕੀਲ ਬਣ ਕੇ ਮੇਰਾ ਮੁਕੱਦਮਾ ਜਿਹੜਾ ਵਾ ਨਾ ਉਹਨਾਂ ਦੇ ਖਿਲਾਫ ਤੂੰ ਲੜ। ਹੁਣ ਜੋ ਮੁਝਸੇ ਲੜਤੇ हैं तू उनसे लड़, सो ਝਗੜ ਤੇ ਲੜ। ਠੀਕ ਹੈ, ਇੱਕ ਤੇ ਆ ਵੀ ਦੈਟ ਇਜ਼ ਕਿਹਨੂੰ ਕਵਾਂਗੇ offensive ਅਟੈਕ ਹੈ। ਠੀਕ ਹੈ, ਕਿ ਉਹ ਲੜਨ ਦੇ ਨੇ ਤੂੰ ਵੀ offense ਕਰ, ਉਹ ਝਗੜਨ ਦੇ ਨੇ ਤੂੰ ਵੀ offense ਕਰ ਉਹਨਾਂ ਨੂੰ। ਲੇਕਿਨ ਦੂਜੀ ਆ ਜਿਹੜੀ ਹੈ ਉਹ ਡਿਫੈਂਸਿਵ ਮੋਡ ਹੈ, ਔਰ ਉਹ ਕੀ ਹੈ, ढाल और सिपर लेकर मेरी कुमक के लिए खड़ा हो, यानी मैनू हुण ढक लै, मैनू डिफेंड कर हुण। सो वन फर्स्ट फ्रेज इज ऑफेंसिव अटैक एंड द सेकंड इज डिफेंसिव मोड। ठीक है, अच्छा जी, फिर वो कहने जी तीजी आयत दे विच भाला भी निकाल और मेरा पीछा करने वालों का रास्ता बंद कर दे, मेरी जान से कह कि मैं तेरी निजात हूँ। और अगे जी इंपॉर्टेंट चीज़ है ना वो की है कि मेरी जान के ख्वाह वो शर्मिंदा और रुसवा हों। ਤੁਹਾਨੂੰ ਮੈਂ ਇਬਰਾਨੀ ਪੋਇਟਰੀ 'ਤੇ ਬਾਰ-ਬਾਰ ਦੱਸ ਚੁੱਕਿਆ ਹਾਂ ਕਿ ਇੱਕ ਥੀਮ ਨੂੰ ਜਦੋਂ ਉਹਨੂੰ ਡਬਲ ਜਾਂ ਟ੍ਰਿਪਲ ਵਾਰੀ ਕਿਹਾ ਜਾਂਦਾ ਵੇ ਤੇ ਦੈਟ ਇਜ਼ ਐਕਚੁਅਲੀ ਵੇਰੀਅਸ ਵਰਬ ਯੂਜ਼ ਕੀਤੇ ਜਾਂਦੇ ਨੇ। ਫੇਲ ਜਾਂ ਇੰਗਲਿਸ਼ ਦਾ ਉਰਦੂ ਦਾ ਲਫ਼ਜ਼ ਹੈ ਫੇਲ, ਅੰਗਰੇਜ਼ੀ ਵਰਬ ਯੂਜ਼ ਕੀਤੇ ਜਾਂਦੇ ਨੇ ਕਿ ਜਿਹਦੇ ਜ਼ਰੀਏ ਉਸ ਐਕਸਪ੍ਰੈਸ਼ਨ ਨੂੰ ਡਬਲ ਅੰਦਾਜ਼ ਨਾਲ ਪੇਸ਼ ਕੀਤਾ ਜਾਏ। ਯਾਨੀ ਥੀਮ ਇੱਕ ਹੀ ਹੈ ਲੇਕਿਨ ਉਹ ਪੈਰਲਲ ਥਾਟ ਦੇ ਨਾਲ ਡਿਫਰੈਂਟ ਲਫ਼ਜ਼ ਦੇ ਨਾਲ ਚੱਲਣ ਡਿਆ ਵੇ। ਇੱਥੇ ਵੀ ਕੀ ਕਹਿ ਰਿਹਾ ਵੇ ਕਿ ਜਿਹੜੇ ਮੇਰੇ ਮੁਖਾਲਫੀ ਨੇ ਨਾ ਮੇਰੀ ਜਾਨ ਦੇ, ਉਹ ਸ਼ਰਮਿੰਦਾ ਵੀ ਹੋਣ ਆਪਣੇ ਅੰਦਰੋਂ ਤੇ ਪਬਲਿਕ ਦੇ ਵਿੱਚ ਰਸਵਾਈ ਵੀ ਪੈ ਜਾ ਉਹਨਾਂ ਨੂੰ, ਖੱਜਲ ਹੋ ਜਾਣ, ਪੰਜਾਬੀ ਨੇ ਨਾ ਖੱਜਲ ਤੇ ਖੁਆਰ ਹੋ ਜਾਣ। ठीक है, सो दैट्स द आइडिया, जो मेरे नुकसान का मंसूबा बांधते हैं। ठीक है जी, नंबर 1 की होन वो पसपा यानी वो हार जान, और तीजे नंबर ते वो परेशान हो जान। और उन्होंने परेशानी नूं और रिलेट करन दिया वे ਜਿਹੜੇ ਹੁੰਦੇ ਨਾ ਕਣਕ ਦਾ ਭੂਸਾ ਜਿਹੜਾ ਹੁੰਦਾ ਵੇ ਤੂੜੀ, ਕਿ ਜ਼ਰਾ ਕੋ ਹਵਾ ਆਏ ਤੇ ਤੂੜੀ ਪਰਾਂ ਗਈ, ਔਰ ਉਹ ਤੂੜੀ ਕਹਿੰਦਾ ਵੇ ਇੰਜ ਪਰਾਂ ਜਾਏਗੀ ਤਰ ਜਾਏਗੀ ਜਦੋਂ ਖੁਦਾ ਦਾ ਫਰਿਸ਼ਤਾ ਉਹਨਾਂ ਨੂੰ, ਹਾਂ ਵੇਖੋ ਨਾ ਬਾਜ਼ ਔਕਾਤ ਅਸੀਂ ਸਾਡੇ ਨਾਲ ਜਦੋਂ ਕਿੰਜ ਦਾ ਕੰਮ ਹੋ ਜਾਏ ਨਾ ਜਾਂ ਜ਼ਿਆਦਤੀ ਹੋ ਜਾਏ, ਔਰ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਵੇ ਕਿ ਅਸੀਂ ਐਸੀ ਦੁਨੀਆ 'ਚ ਰਹਿੰਦੇ ਹਾਂ ਕਿ ਜਿੱਥੇ ਜਿੱਡਾ ਲੁੱਚਾ ਉੱਡਾ ਹੀ ਉੱਚਾ। ਠੀਕ ਹੈ ਨਾ, ਜਿੰਨਾ ਜ਼ਿਆਦਾ ਕਰਪਟ ਓਨੀ ਜ਼ਿਆਦਾ ਉਹਦੀ ਇੱਜ਼ਤ, ਯਾਨੀ ਅਸੀਂ ਉਲਟੀ ਦੁਨੀਆ 'ਚ ਰਹਿੰਦੇ ਹਾਂ। ਠੀਕ ਹੈ, ਜਿਹੜਾ ਬੰਦਾ ਦੁਨੀਆ ਦੇ ਵਿੱਚ ਜ਼ੁਲਮ ਕਰਦਾ ਹੋਏਗਾ, ਦੁਨੀਆ ਨੂੰ ਲੁੱਟਦਾ ਹੋਏਗਾ, ਗਰੀਬਾਂ 'ਤੇ ਜ਼ੁਲਮ ਕਰਦਾ ਹੋਏਗਾ, ਅਨਜਸਟ ਹੋਏਗਾ, ਉਨੀ ਜ਼ਿਆਦਾ ਦੁਨੀਆ ਦੇ ਵਿੱਚ ਉਹਦੀ ਜਿਹੜੀ ਹੈ ਨਾ ਉਹਨੂੰ ਇੱਜ਼ਤ ਮਿਲੇਗੀ ਔਰ ਲੋਕ ਉਹਦੇ ਮਗਰ ਰਹਿਣਗੇ। ਠੀਕ ਹੈ, ਲੇਕਿਨ ਜਿੰਨੇ ਜ਼ਿਆਦਾ ਕਮਜ਼ੋਰ ਤੇ ਮਸਕੀਨ ਲੋਕ ਨੇ ਉਹ ਵਿਚਾਰੇ ਫਿਰ ਆਪਣੀ ਫਰਿਆਦ ਆਪਣੇ ਖੁਦਾ ਦੇ ਅੱਗੇ ਪੇਸ਼ ਕਰਦੇ ਨੇ। ਸੋ ਜੀ ਅਸੀਂ ਅਗਰ ਇੱਥੇ ਵੇਖੀਏ ਜੀ ਕਿ ਦਾਊਦ ਜਿਹੜਾ ਵੇ ਉਹ ਕਹਿੰਦਾ ਜੀ ਕਿ ਇਹਨਾਂ ਨੇ ਮੇਰੇ ਲਈ ਜਾਲ ਵਿਛਾਏ ਨੇ ਔਰ ਨਾਹਕ ਮੇਰੇ ਲਈ ਜਿਹੜਾ ਵਾ ਨਾ ਖੱਡਾ ਖੋਦਿਆ ਵੇ। ਦਾਊਦ ਦੀ ਅਗਰ ਮੈਂ ਮੌਕਿੰਗ ਦੀ ਹਿਸਟਰੀ ਵੇਖਾਂ ਤੁਹਾਡੇ ਨਾਲ ਸ਼ੇਅਰ ਅਗਰ ਮੈਂ ਕਰਾਂ ਤਾਂ 2-3 ਹਵਾਲਾ ਜਾਤ ਨੇ, ਅਗਰ ਤੁਸੀਂ ਖੋਲੋ ਉਹਨਾਂ ਨੂੰ ਤੇ ਪੁਰਾਣੇ ਆਜ਼ਨਾਮੇ ਦੇ ਵਿੱਚੋਂ ਨੇ। ਇੱਕ ਵੇ ਸੈਮੂਅਲ ਦੀ ਪਹਿਲੀ ਕਿਤਾਬ, ਉਹਦਾ 16ਵਾਂ ਬਾਬ 8ਵੀਂ ਆਇਤ ਤੇ 17। ਉਹਦੇ ਬਾਅਦ ਆਪਣਾ ਅੰਕਲ ਜੋਸ਼ੂਆ ਅਗਰ ਤੁਸੀਂ ਕੱਢ ਲਓ ਦੂਜਾ ਸੈਮੂਅਲ ਤੇ ਉਹਦਾ 6ਵਾਂ ਬਾਬ ਤੇ 20 ਆਇਤ ਤੋਂ। ਸਿਸਟਰ ਜੋਤੀ ਤੁਸੀਂ ਅਗਰ ਪਹਿਲਾ ਸੈਮੂਅਲ ਔਰ ਉਹਦੀ 16 ਬਾਬ ਦੀ 16 ਬਾਬ ਦੀ 7 ਤੋਂ 8 ਆਇਤ ਤੇ 17 ਦੀ 28 ਆਇਤ। जी मैं पढ़ांगी पहला सैमुअल ਉਹਦਾ 16 ਬਾਬ ਉਹਦੀ 8 ਆਇਤ 7 ਆਇਤ। ਪਰ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਕੇਵਲ ਉੱਚਾ ਲੰਮਾ ਜਾਂ ਸੁਤੰਤਰ ਨੂੰ ਨਾ ਦੇਖ, ਮੈਂ ਇਸ ਨੂੰ ਰੱਦ ਦਿੱਤਾ ਹੈ ਕਿਉਂਕਿ ਮੇਰੀ ਚੋਣ ਮਨੁੱਖ ਵਰਗੀ ਨਹੀਂ ਹੈ। ਮਨੁੱਖ ਕੇਵਲ ਬਾਹਰਲੀ ਸੁੰਦਰਤਾ ਨੂੰ ਦੇਖਦਾ ਹੈ ਪਰ ਮੈਂ ਮਨ ਦੀ ਸੁੰਦਰਤਾ ਨੂੰ ਦੇਖਦਾ ਹਾਂ। ਤਦ ਜੱਸੀ ਨੇ ਆਪਣੇ ਪੁੱਤਰ ਅਮੀਨਾਦਾਬ ਨੂੰ ਸੈਮੂਅਲ ਦੇ ਅੱਗੇ ਕੀਤਾ, ਪਰ ਸੈਮੂਅਲ ਨੇ ਕਿਹਾ, ਨਹੀਂ, ਪ੍ਰਭੂ ਨੇ ਇਸ ਨੂੰ ਨਹੀਂ ਚੁਣਿਆ। ਸੋ ਯੱਸੀ ਨੇ ਆਪਣੇ ਅਗਲੇ ਪੁੱਤਰ ਸਮਾ ਨੂੰ ਅੱਗੇ ਕੀਤਾ, ਪਰ ਸੈਮੂਅਲ ਨੇ ਉੱਤਰ ਦਿੱਤਾ, ਨਹੀਂ, ਪ੍ਰਭੂ ਨੇ ਇਸ ਨੂੰ ਵੀ ਨਹੀਂ ਚੁਣਿਆ ਹੈ। 10ਵੀਂ ਪੜ੍ਹ। ਹਾਂਜੀ ਕੈਰੀ ਔਨ। ਤਦ ਯੱਸੀ ਨੇ ਆਪਣੇ 7 ਪੁੱਤਰ ਸੈਮੂਅਲ ਸਾਹਮਣੇ ਪੇਸ਼ ਕੀਤੇ, ਪਰ ਉਸਨੇ ਕਿਹਾ, ਇਹਨਾਂ ਵਿੱਚੋਂ ਕਿਸੇ ਨੂੰ ਵੀ ਪ੍ਰਭੂ ਨੇ ਨਹੀਂ ਚੁਣਿਆ ਹੈ। ਤਦ ਸੈਮੂਅਲ ਨੇ ਜੱਸੀ ਤੋਂ ਪੁੱਛਿਆ, ਕੀ ਤੇਰਾ ਹੋਰ ਵੀ ਕੋਈ ਪੁੱਤਰ ਹੈ? ਜੱਸੀ ਨੇ ਉੱਤਰ ਦਿੱਤਾ, ਹਾਂ, ਇੱਕ ਸਭ ਤੋਂ ਛੋਟਾ ਹੈ ਪਰ ਉਹ ਭੇਡਾਂ ਦੀ ਰਖਵਾਲੀ ਕਰ ਰਿਹਾ ਹੈ। ਸੈਮੂਅਲ ਨੇ ਕਿਹਾ, ਉਸ ਨੂੰ ਤੁਰੰਤ ਸੱਦ, ਕਿਉਂਕਿ ਜਦੋਂ ਤੱਕ ਉਹ ਆ ਨਹੀਂ ਜਾਵੇਗਾ ਅਸੀਂ ਬੈਠਾਂਗੇ ਨਹੀਂ। ਸੋ ਜੱਸੀ ਨੇ ਆਪਣੇ ਛੋਟੇ ਪੁੱਤਰ ਨੂੰ ਸੱਦਣ ਲਈ ਘੱਲਿਆ। ਉਹ ਬਹੁਤ ਸੁੰਦਰ ਅਤੇ ਸਿਹਤਮੰਦ ਸੀ, ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਪ੍ਰਭੂ ਨੇ ਸੈਮੂਅਲ ਨੂੰ ਕਿਹਾ, ਇਹ ਹੀ ਹੈ, ਇਸ ਦਾ ਅਭਿਸ਼ੇਕ ਕਰ। ਸੈਮੂਅਲ ਨੇ ਤੁਰੰਤ ਆਪਣੀ ਜੈਤੂਨ ਦੇ ਤੇਲ ਦੀ ਕੁੱਪੀ ਲਈ ਅਤੇ ਜੱਸੀ ਦੇ ਸਭ ਤੋਂ ਛੋਟੇ ਪੁੱਤਰ ਦਾਊਦ ਦਾ ਅਭਿਸ਼ੇਕ ਉਸਦੇ ਭਰਾਵਾਂ ਦੇ ਸਾਹਮਣੇ ਕੀਤਾ। ਥੈਂਕ ਯੂ ਜੀ। 17ਵੀਂ ਬਾਬ ਦੀ 28 ਆਇਤ ਤੋਂ ਪੜ੍ਹਨਾ ਜ਼ਰਾ ਹੁਣ। ਕਿੰਨੀ?
ਅਗਲੇ ਚੈਪਟਰ 17 ਹਾਂਜੀ। ਪਹਿਲਾ ਸੈਮੂਅਲ 17 ਬਾਪ ਦੀ 28 ਹੈ। ਦਾਊਦ ਦੇ ਵੱਡੇ ਭਰਾ ਅਲੀਆਬ ਨੇ ਉਸ ਨੂੰ ਕਿਹਾ, ਤੂੰ ਇੱਥੇ ਕੀ ਕਰ ਰਿਹਾ ਹੈ? ਤੂੰ ਉਹ ਥੋੜੀਆਂ ਜਿਹੀਆਂ ਭੇਡਾਂ ਕਿਸ ਦੀ ਦੇਖਭਾਲ ਵਿੱਚ ਛੱਡ ਕੇ ਆਇਆ ਹੈ? ਮੈਂ ਤੇਰੇ ਮਨ ਦੇ ਅੰਦਰ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ। ਤੂੰ ਕਿੱਥੇ ਕੇਵਲ ਲੜਾਈ ਦੇਖਣ ਲਈ ਹੀ ਆਇਆ ਹੈ। ਦਾਊਦ ਨੇ ਆਪਣੇ ਭਰਾ ਨੂੰ ਉੱਤਰ ਦਿੱਤਾ ਕਿ ਮੈਂ ਕਿਸੇ ਤੋਂ ਕੁਝ ਪੁੱਛ ਨਹੀਂ ਸਕਦਾ ਹਾਂ। ਸੋ ਉਸਨੇ ਕਿਸੇ ਹੋਰ ਆਦਮੀ ਤੋਂ ਪਹਿਲਾਂ ਵਾਲੀ ਗੱਲ ਹੀ ਪੁੱਛੀ, ਜਿਸ ਤੇ ਉਸਨੇ ਪਹਿਲੇ ਵਾਲਾ ਉੱਤਰ ਹੀ ਦਿੱਤਾ। ਹਾਂਜੀ ਥੈਂਕ ਯੂ। ਸੋ ਤੁਸੀਂ ਵੇਖਣ ਦਿਓ ਜੀ ਕਿ ਦਾਊਦ ਸੈਮੂਅਲ ਨੂੰ ਖੁਦਾ ਨੇ ਘੱਲਿਆ ਵੇ ਕਿ ਜਾ ਤੂੰ ਸਾਊਲ ਨੂੰ ਮੈਂ ਰਿਜੈਕਟ ਕਰ ਦਿੱਤਾ ਵੇ ਤੇ ਹੁਣ ਮੈਂ ਨਵਾਂ ਬਾਦਸ਼ਾਹ ਬਣਾਉਣ ਲੱਗਾ ਵਾਂ, ਲੇਕਿਨ ਕਿੰਗ ਮੇਕਿੰਗ ਦੀ ਤਿਆਰੀ ਦੇ ਵਿੱਚ ਖੁਦਾ ਨੂੰ ਟਾਈਮ ਲੱਗਣਾ ਹੈ। ਇਸ ਲਈ ਖੁਦਾ ਨੇ ਐਸਾ ਬੱਚਾ ਚੁਣਿਆ ਕਿ ਜਿਹੜਾ ਖੁਦਾ ਦੇ ਦਿਲ ਦੇ ਵਰਗਾ ਹੋਏ, ਐਂਡ ਡੇਵਿਡ ਵਾਸ ਦੇਅਰ। ਔਰ ਅਸੀਂ ਵੇਖਦੇ ਹਾਂ ਕਿ ਜਦੋਂ ਸੱਤੇ ਪੁੱਤਰ ਉਹਦੇ ਯੱਸੀ ਨੇ ਆਪਣੇ ਅੱਗੇ ਕੀਤੇ, ਲੰਮੇ ਉੱਚੇ ਸੋਹਣੇ ਚੌੜੇ, ਔਰ ਜਨਾਬ ਸਾਰਿਆਂ ਨਾਲੋਂ ਵੱਡਾ ਇਲਿਆਬ ਸੀ ਤੇ ਸਾਰਿਆਂ ਨਾਲੋਂ ਛੋਟਾ ਦਾਊਦ ਸੀ। ਔਰ ਮੈਨੂੰ ਇੱਥੇ ਯਾਦ ਆ ਗਿਆ ਵੇ ਸ਼ੇਖ ਸਾਦੀ ਬੜਾ ਮਸ਼ਹੂਰ ਇੱਕ ਸੂਫੀ ਬਜ਼ੁਰਗ ਗੁਜ਼ਰੇ ਨੇ ਇਸਲਾਮਿਕ ਮਿਸਟਿਸਿਜ਼ਮ ਦੇ ਵਿੱਚ। ਉਹਨਾਂ ਦੀ ਇੱਕ ਰਵਾਇਤ ਬੜੀ ਮਸ਼ਹੂਰ ਹੈ, ਬੜੀ ਉਹ ਲਿਖੀ ਹੁੰਦੀ ਸੀ ਕਿਤਾਬਾਂ ਦੇ ਵਿੱਚ ਵੀ, ਔਰ ਟਰੱਕਾਂ ਪਿੱਛੇ ਵੀ ਆਉਂਦੀ, ਮੈਂ ਵੇਖੀ ਬੜੀ ਜਗ੍ਹਾ ਪੜ੍ਹੀ। ਉਹ ਕਹਿੰਦੇ ਨੇ ਜੀ ਛੋਟੇ ਭਰਾ ਹੋਣ ਨਾਲੋਂ ਬਿਹਤਰ ਹੈ ਕਿ ਬੰਦਾ ਘਰ 'ਚ ਕੁੱਤਾ ਹੋਣਾ ਹੈ। ਯਾਨੀ ਹਰ ਘਰ ਦੇ ਵੱਡੇ ਬੰਦੇ ਨੇ ਛੋਟੇ ਨੂੰ ਕੀ ਕਹਿਣਾ, ਲੈ ਬਈ ਤੂੰ ਫਲਾਣਾ ਕੰਮ ਕਰ, ਨੱਠ ਕੇ ਜਾ, ਤੂੰ ਫਲਾਣਾ, ਮਤਲਬ ਘਰ ਦਾ ਛੋਟਾ ਹੋਣਾ ਜਿਹੜਾ ਵਾ ਨਾ, ਉਹ ਕਹਿੰਦਾ ਸ਼ੇਖ ਸਾਦੀ ਕਹਿੰਦਾ ਜੀ ਇਹਦੇ ਨਾਲ ਬਿਹਤਰ ਸੀ ਮੈਂ ਕੁੱਤਾ ਹੀ ਹੋ ਜਾਂਦਾ। ਮਤਲਬ ਮੈਨੂੰ ਹਰ ਬੰਦਾ ਇੰਝ ਹੀ ਟਰੀਟ ਕਰਨ ਡਿਆ ਕਿ ਜਿਵੇਂ ਮੈਂ ਪਤਾ ਨਹੀਂ ਕੀ ਸ਼ੈ ਵਾਂ। ਮਤਲਬ ਤੂੰ ਦਰਵਾਜ਼ਾ ਬੰਦ ਕਰ ਆਇਆ, ਤੂੰ ਪਾਣੀ ਦਾ ਗਲਾਸ ਲੈ ਆਇਆ, ਤੂੰ ਨੱਠ ਕੇ ਸੱਦਾ ਲੈ ਆਇਆ, ਤੂੰ ਦੁਕਾਨ ਤੋਂ ਸੌਦਾ ਲੈ ਆਇਆ, ਤੂੰ ਇੰਝ ਕਰਦੇ, ਤੂੰ ਇੰਝ ਕਰਦੇ। ਮਤਲਬ ਛੋਟਾ ਭਾਵੇਂ ਦੁਕਾਨ ਤੇ ਹੋਏ, ਭਾਵੇਂ ਬੱਸ ਤੇ ਹੋਏ, ਤੇ ਭਾਵੇਂ ਘਰ ਦੇ ਵਿੱਚ ਹੋਏ, ਉਹਨੂੰ ਸਾਰੇ ਮਿਸਯੂਜ਼ ਕਰਦੇ ਨੇ। ਸੋ ਦਾਊਦ ਵੀ ਘਰ ਸਾਰਿਆਂ ਨਾਲੋਂ ਛੋਟਾ ਸੀ, ਔਰ ਅਲਿਆਬ ਨੂੰ ਸਾਰਿਆਂ ਨਾਲੋਂ ਵੱਡਾ ਸੀ ਜਿਹੜਾ ਭਰਾ। ਔਰ ਉਹਦੇ ਬਾਅਦ ਅਬੀਨਦਾਬ ਇਹ ਉਹ ਸਾਰੇ ਜਦੋਂ ਉਹਨੇ ਸੱਤੇ ਪੇਸ਼ ਕੀਤੇ, ਉਹਨਾਂ ਨੂੰ ਲੱਗਾ ਜੀ ਕਿ ਇਹ ਮੁੰਡੇ ਦੇ ਆਰ ਫਿਜ਼ੀਕਲ ਅਪੀਅਰੈਂਸ ਬੜੀ ਸੋਹਣੀ ਇਹਨਾਂ ਦੀ, ਔਰ ਕੱਦ ਕਾਠ ਬੜਾ ਅੱਛਾ ਹੋਇਆ ਜਨਾਬ, ਬੜੇ ਜਿਵੇਂ ਸਾਡੇ ਪੰਜਾਬੀ 'ਚ ਕਹਿੰਦੇ ਨਾ ਬੰਦਾ ਕੋਈ ਉੱਚਾ ਲੰਮਾ ਚੌੜਾ ਹੈ ਨਾ, ਕਹਿੰਦੇ ਵਾਹ ਜੀ ਵਾਹ ਕਿਆ ਸ਼ੇਰ ਵਰਗਾ ਬੰਦਾ ਆ ਗਿਆ, ਠੀਕ ਹੈ ਨਾ। ਸੋ ਕਾਈਂਡ ਆਫ। ਤੇ ਉਹ ਖੁਦਾ ਨੇ ਸੈਮੂਅਲ ਨੂੰ ਕਿਹਾ ਬਾਈ ਨਹੀਂ ਤੂੰ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ 'ਤੇ ਨਾ ਜਾ, ਮੈਂ ਫਿਜ਼ੀਕਲ ਅਪੀਅਰੈਂਸ ਨੂੰ ਨਹੀਂ ਵੇਖਦਾ, ਮੈਂ ਵੇਖਦਾ ਮੈਂ ਬੰਦੇ ਦਾ ਦਿਲ ਮੇਰੇ ਨਾਲ ਕਿਹੋ ਜਿਹਾ ਹੋਵੇ, ਠੀਕ ਹੈ ਨਾ। ਆਈ ਨੋ ਦਾ ਹਾਰਟ, ਡੋਂਟ ਟੇਕ ਫਿਜ਼ੀਕਲ ਅਪੀਅਰੈਂਸ। ਸੋ ਸਾਰੇ ਰਿਜੈਕਟ ਹੋ ਜਾਂਦੇ ਨੇ। ਸੋ ਦੈਟਸ ਜੈਲਸੀ। ਪੰਜਾਬੀ ਜਦੋਂ ਅਸੀਂ 17ਵੇਂ ਬਾਬ ਦੇ ਵਿੱਚ ਪਹੁੰਚਿਆ ਨਾ, ਤੇ ਉੱਥੇ ਦਾਊਦ ਨੂੰ ਪਤਾ ਲੱਗਾ ਵੇ, ਉਹਦੇ ਪਿਓ ਨੇ ਕਿਹਾ ਵੀ ਜੰਗ ਜਾਰੀ ਹੈ, ਔਰ ਗੁਲਾਇਤ ਜਿਹੜਾ ਵੇ ਉਹ ਹੁਣ ਮੌਕ ਕਰ ਰਿਹਾ ਖੁਦਾ ਦੇ ਲੋਕਾਂ ਨੂੰ, ਠੀਕ ਹੈ। ਸੋ ਮੈਦਾਨ ਜੰਗ ਦੇ ਵਿੱਚ ਦਾਊਦ ਆਪਣੇ ਭਰਾਵਾਂ ਦਾ ਪਤਾ ਕਰਨ ਜਾਂਦਾ, ਤੇ ਵੱਡਾ ਭਰਾ ਇਲਿਆਬ ਔਰ ਤੋਂ ਚਿੜਿਆ ਹੁੰਦਾ, ਕਿਉਂਕਿ ਖੁਦਾ ਨੇ ਸਾਰਿਆਂ ਨਾਲੋਂ ਛੋਟੇ ਭਰਾ ਨੂੰ ਸੱਤੇ ਭਰਾਵਾਂ, ਵੱਡੇ ਭਰਾਵਾਂ ਦੇ ਅੱਗੇ, ਪੂਰੀ ਬਰਾਦਰੀ, ਪੂਰੇ ਕਬੀਲੇ ਦੇ ਅੱਗੇ ਖੁਦਾ ਨੇ ਦਾਊਦ ਨੂੰ ਮਸਾ ਕੀਤਾ ਸੀ ਸੈਮੂਅਲ ਨੇ ਕਿ ਤੂੰ ਬਾਦਸ਼ਾਹ ਬਣੇਗਾ। ਸੋ ਦੈਟ ਵਾਸ ਦ ਜੈਲਸੀ ਇਨਸਾਈਡ ਦੇਅਰ। ਉਹਦਾ ਭਰਾ ਉਹਨੂੰ ਮੌਕ ਕਰਦਾ ਵੀ ਹੁੰਦਾ, ਮੈਨੂੰ ਪਤਾ ਤੇਰੇ ਦਿਲ ਦਾ ਖਿਆਲ ਕੀ ਹੈ, ਤੂੰ ਇੱਥੇ ਜੰਗ ਵੇਖਣ ਆ ਗਿਆ। ਮਤਲਬ ਹਾਊ ਕੈਨ ਅ ਮੈਨ ਨੋ ਅਦਰ ਮੈਨਸ ਹਾਰਟ, ਠੀਕ ਹੈ ਨਾ। ਅਸੀਂ ਅਜ਼ਿਊਮ ਕਰ ਸਕਦੇ ਹਾਂ, ਅਸੀਂ ਆਪਣਾ ਪਰਸਪੈਕਟਿਵ ਬਣਾ ਸਕਦੇ ਹਾਂ ਕਿਸੇ ਬੰਦੇ ਦੇ ਬਾਰੇ 'ਚ, ਲੇਕਿਨ ਉਹਦੇ ਦਿਲ ਦੇ ਅੰਦਰ ਕੀ ਹੈ, ਜਿੰਨੇ ਚਿਰ ਤੱਕ ਉਹ ਆਪ ਨਾ ਦੱਸੇ ਉਹਨੇ ਚਿਰ ਤੱਕ ਅਸੀਂ ਸਿਰਫ ਅੰਦਾਜ਼ੇ ਲਗਾ ਸਕਦੇ ਹਾਂ ਕਿ ਯਾਰ ਇਹ ਬੰਦਾ ਕੀ ਕਰਨ ਡਿਆ, ਕੀ ਸੋਚਣ ਡਿਆ ਵੇ। ਅਸੀਂ ਇੱਧਰੋਂ ਉੱਧਰੋਂ ਇਨਫੋਰਮੇਸ਼ਨ ਇਕੱਠੀ ਕਰਕੇ ਆਪਣੇ ਗਲਤ ਅੰਦਾਜ਼ੇ ਵੀ ਲਗਾ ਦਿੰਦੇ ਹਾਂ ਕਈ ਵਾਰੀ ਕਿਸੇ ਸ਼ਖਸ ਦੇ ਬਾਰੇ ਦੇ ਵਿੱਚ, ਕਿਉਂਕਿ ਵੀ ਮੋਸਟਲੀ ਕਿਹਾ ਜਾਂਦਾ ਜੀ, ਇੱਕ ਹੋਰ ਕੋਟੇਸ਼ਨ ਮੈਨੂੰ ਯਾਦ ਆ ਗਈ ਜੀ, ਕਹਿੰਦੇ ਕਿ ਡੋਂਟ ਜੱਜ ਦ ਬੁੱਕ ਬਾਏ ਕਵਰ, ਕਿ ਕਿਤਾਬ ਨੂੰ ਜਿੰਨੇ ਜਦ ਤੁਸੀਂ ਪੜ੍ਹੋਗੇ ਨਾ ਉਹਦੇ ਕਵਰ ਤੋਂ ਅੰਦਾਜ਼ਾ ਨਾ ਲਗਾਓ, ਠੀਕ ਹੈ। ਜਦ ਕਿ ਇਹਦੇ ਉਲਟ ਐਂਟਰਟੇਨਮੈਂਟ ਇੰਡਸਟਰੀ 'ਚ ਕੀ ਚੱਲਦਾ ਵੇ, ਜੋ ਦਿਖਤਾ ਹੈ ਉਹ ਬਿਕਤਾ ਹੈ, ठीक है जी। एंटरटेनमेंट इंडस्ट्री ਦਾ ਵੇ ਕਿ ਜੋ ਦਿਖਤਾ ਹੈ ਉਹ ਵਿਕਤਾ ਹੈ, ਠੀਕ ਹੈ ਨਾ। ਤੇ ਸਾਡੇ ਸਮਾਜ, ਸਾਡੇ ਮਾਸਟਰ ਵਿੱਚ ਵੀ ਲੋਕੀ ਕਹਿੰਦੇ ਨੇ, ਇੱਕ ਮੈਂ ਡਾਇਲੌਗ ਡਰਾਮੇ ਦਾ ਸੁਣਿਆ ਸੀ, ਉਹ ਆਉਂਦੇ ਨੇ ਜੀ ਪੇਟ 'ਚ ਖਾਇਆ ਪੀਆ ਕੋਈ ਨਹੀਂ ਵਹਿੰਦਾ, ਬਦਨ पे ਪੈਣਾ ਸਭ ਦੇਖते हैं, ठीक है ना। तुम रोटी खाधी है नहीं खाधी, भुखे हो अपना की यकीन, लेकिन अगर तुम कपड़ा ਚੱਜ ਦਾ ਪਾਇਆ ਹੋਵੇ, ਤੁਸੀਂ ਜਨਾਬ ਤੁਹਾਡੀ ਫਿਜ਼ੀਕਲ ਅਪੀਅਰੈਂਸ ਠੀਕ ਹੈ, ਤੇ ਤੁਹਾਡੀ ਅਪੀਅਰੈਂਸ ਨੂੰ ਵੇਖ ਕੇ ਲੋਕ ਤੁਹਾਨੂੰ ਜੱਜ ਕਰਦੇ ਨੇ ਇਸ ਦੁਨੀਆ ਦੇ ਵਿੱਚ, ਪਰ ਖੁਦਾ ਇੰਜ ਨਹੀਂ ਕਰਦਾ। ਸੋ ਵੀ ਆਰ ਡੀਲਿੰਗ ਨਾਓ ਇਨ ਦ ਸਪਿਰਿਚੁਅਲ ਰੈਲਮ, ਠੀਕ ਹੈ ਜੀ। ਸੋ ਅਸੀਂ ਵੇਖਦੇ ਹਾਂ ਕਿ ਉਹਦਾ ਭਰਾ ਅਲਿਆਬ ਜਿਹੜਾ ਵੇ ਨਾ, ਉਹ ਦਾਊਦ ਨੂੰ ਉੱਥੇ ਮੌਕ ਕਰਦਾ ਵੇ, ਦਾਊਦ ਦੀ ਬੇਇੱਜ਼ਤੀ ਕਰਦਾ ਵੇ, ਔਰ ਉਹਨੂੰ ਕਹਿੰਦਾ ਵੇ ਕਿ ਭਾਈ ਮੈਨੂੰ ਤੇਰਾ ਪਤਾ ਵੇ ਕਿ ਤੂੰ ਇੱਥੇ ਕੀ ਕਰਨ ਆਇਆ ਵੇ, ਔਰ ਤੂੰ ਇੰਝ ਕਰਨਾ। ਪੰਜਾਬੀ ਤੇ ਲਿਖਿਆ, ਪਰ ਉਰਦੂ 'ਚ ਲਿਖਿਆ ਹੋਇਆ ਵੇ, ਦਾਊਦ ਨੂੰ ਰਿਸਪੌਂਡ ਦਿੰਦਾ ਵੇ, ਹੁਣ ਮੈਂ ਕੀ ਕੀਤਾ ਵੇ, ਵਾਟ ਹੈਵ ਆਈ ਡਨ ਨਾਓ। ਇਹਦਾ ਮਤਲਬ ਹੈ ਵੇ ਕਿ ਉਹਦਾ ਘਰ ਦੇ ਵਿੱਚ ਪਹਿਲਾਂ ਵੀ ਉਹਦੇ ਨਾਲ ਸੇਮ ਰਵੱਈਆ ਰਹਿੰਦਾ ਸੀ, ਠੀਕ ਹੈ ਨਾ।
ਕਿਉਂਕਿ ਉਹ ਕਹਿੰਦਾ ਕਿ ਹੁਣ ਮੈਂ ਕੀ ਕੀਤਾ, ਮੈਂ ਕੁਝ ਨਹੀਂ ਕੀਤਾ, ਠੀਕ ਹੈ ਨਾ, ਮੈਂ ਤੇ ਆਇਆ ਤੇ ਮੈਨੂੰ ਅੱਬੇ ਨੇ ਘੱਲਿਆ ਜਾ ਵੇਖ ਕੇ ਤੇਰੇ ਭਰਾ ਤੇ ਤੂੰ ਮੈਨੂੰ ਕਹਿੰਦਾ ਜੀ ਤੂੰ ਇੱਥੇ ਇੰਜ ਕਰਨ ਡਿਆ ਉਹ ਕਰਨਾ, ਹੁਣ ਮੈਂ ਕੀ ਕੀਤਾ ਵੇ। ਸੋ ਦੈਟ ਵਾਸ ਦਾ ਆਈਡੀਆ ਬਿਹਾਈਂਡ ਦੈਟ। ਸੋ ਸਕਾਲਰਸ ਇਹ ਕਹਿੰਦੇ ਨੇ ਕਿਉਂਕਿ ਕਈ ਤਰਜਮਿਆਂ ਦੇ ਵਿੱਚ ਸੇਮ ਫਰੇਜ਼ ਆਈ ਹੈ, ਉੱਥੋਂ ਉਹ ਅੰਦਾਜ਼ਾ ਲਗਾਉਂਦਾ ਨੇ ਕਿ ਦਾਊਦ ਦੀ ਆਪਣੇ ਘਰ ਦੇ ਵਿੱਚ ਪਹਿਲਾਂ ਵੀ ਉਹਦੇ ਭਰਾ ਉਹਦੇ ਨਾਲ ਇੰਝ ਹੀ ਉਹਨੂੰ ਮੌਕ ਕਰਦੇ ਹਨ ਔਰ ਉਹਦੀ ਬੇਇੱਜ਼ਤੀ ਕਰਦੇ ਹਨ। ਸੋ ਅਸੀਂ ਵੇਖਦੇ ਹਾਂ ਜੀ ਕਿ ਆਪਣੇ ਬਚਪਨ ਤੋਂ ਘਰ ਦੇ ਵਿੱਚ ਦਾਊਦ ਨੂੰ ਆਪਣੇ ਭਰਾਵਾਂ ਦੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ। ਦੇ ਮੌਕਡ ਹਿਮ ਵਿਦਆਊਟ ਐਨੀ ਰੀਜ਼ਨ, ਅਨਪ੍ਰੋਵੋਕਡ ਐਨੀਮੀਜ਼ ਉਹਦੇ ਬਣ ਗਏ। ਫਿਰ ਗੁਲਾਇਥ ਜਿਹੜਾ ਖੁਦਾ ਦੀ ਤਜ਼ਹੀਕ ਕਰਨ ਡਿਆ ਸੀ, ਡੇਵਿਡ ਹੈਵ ਦੈਟ ਐਕਸਪੀਰੀਅੰਸ ਕਿ ਕਿਸੇ ਦੀ ਜਦੋਂ ਬੇਇੱਜ਼ਤੀ ਕੀਤੀ ਜਾਂਦੀ ਹੈ, ਕਿਸੇ ਨੂੰ ਜਦੋਂ ਮੌਕ ਕੀਤਾ ਜਾਂਦਾ ਵੇ, ਉਹਦੇ ਅੰਦਰ ਫਿਊਰੀ ਕਿੰਨੀ ਹੁੰਦੀ ਹੈ। ਸੋ ਡੇਵਿਡ ਟੇਕ ਰਿਵੈਂਜ ਕਿਉਂਕਿ ਉਹ ਖੁਦਾ ਦੇ ਨਾਲ ਹੀ ਤਜ਼ਹੀਕ ਕਰਨ ਡਿਆ ਸੀ, ਤੇ ਦਾਊਦ ਗੁਲਾਇਥ ਨੂੰ ਮਾਰ ਕੇ ਥੱਲੇ ਸੁੱਟਦਾ ਵੇ। ਸੋ ਅੱਗੇ ਅਸੀਂ ਵੇਖਦੇ ਹਾਂ ਜੀ ਕਿ ਦਾਊਦ ਜਿਹੜਾ ਵੇ ਜਦੋਂ ਮਹਿਲ ਦੇ ਵਿੱਚ ਪਹੁੰਚਦਾ ਵੇ ਔਰ ਗੁਲਾਇਥ ਨੂੰ ਮਾਰਨ ਤੋਂ ਬਾਅਦ ਸਾਊਲ ਜਿਹੜਾ ਵੇ ਆਪਣਾ ਵਾਅਦਾ ਪੂਰਾ ਕਰਦਾ ਵੇ ਔਰ ਆਪਣੀ ਕੁੜੀ ਮੀਕਲ ਜਿਹੜੀ ਵੱਡੀ ਜੀ ਉਹਦੇ ਨਾਲ ਕੀ ਕਰ ਦਿੰਦਾ ਵੇ, ਉਹਦੇ ਨਾਲ ਵਿਆਹ ਦਿੰਦਾ ਵੇ, ਠੀਕ ਹੈ। ਲੇਕਿਨ ਤੁਹਾਨੂੰ ਯਾਦ ਹੋਏਗਾ 2 ਸੈਮੂਅਲ ਅੰਕਲ ਜੀ 6ਵਾਂ ਬਾਬ 20 ਆਇਤ ਜ਼ਰਾ ਖੋਲਿਓ। ਮੈਂ ਪੜਾਂਗਾ 2 ਸੈਮੂਅਲ ਉਹਦਾ 6 ਬਾਬ ਤੇ 20 ਆਇਤ। ਤਾਂ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ। ਉਸ ਵੇਲੇ ਸਾਊਲ ਦੀ ਧੀ ਮਿਕਲ ਦਾਊਦ ਦੇ ਮਿਲਣ ਨੂੰ ਨਿਕਲੀ ਅਤੇ ਬੋਲੀ, ਇਸਰਾਏਲ ਦਾ ਪਾਤਸ਼ਾਹ ਅੱਜ ਕਿੱਡਾ ਕੁ ਪ੍ਰਤਾਪਵਾਨ ਬਣਿਆ, ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਟਹਿਲਣਾ ਦੀਆਂ ਅੱਖੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ। ਜ਼ਿਕਰ ਕੋਈ ਲੁੱਚਾ ਆਪ ਨੂੰ ਨਿਲਜ ਬਣਾ ਕੇ ਨੰਗਾ ਕਰਦਾ ਹੈ। ਠੀਕ ਹੈ ਜੀ। ਵਾਟ ਇਜ਼ ਦ ਓਕੇਜ਼ਨ, ਹਿਸਟਰੀ ਕੀ ਹੈ ਇਸ ਵਾਕਿਏ ਦੀ ਕਿ ਉਹਦੀ ਬੀਵੀ ਮੀਕਲ ਜਿਹੜੀ ਹੈ ਉਹਨੂੰ ਕਹਿੰਦੇ ਜੀ ਕਿ ਤੂੰ ਜਿਹੜੀ ਰਾਇਲ ਡਿਗਨਿਟੀ ਸੀ ਨਾ, ਤੂੰ ਉਹਨੂੰ ਮਿੱਟੀ ਪਲੀਤ ਕਰ ਦਿੱਤੀ ਹੈ। ਠੀਕ ਹੈ, ਕਿਉਂ ਮਿੱਟੀ ਪਲੀਤ ਕੀਤੀ ਹੈ? ਕਿਉਂਕਿ ਦਾਊਦ ਖੁਦਾ ਦੇ ਅਹਿਦ ਦਾ ਸੰਦੂਕ ਲੈ ਕੇ ਆ ਰਿਹਾ ਸੀ ਔਰ ਉਹ ਜਦੋਂ ਨੱਚਣਾ ਸ਼ੁਰੂ ਹੋਇਆ ਤਾਂ ਦਾਊਦ ਨੇ ਆਪਣੀ ਰਾਇਲ ਰੋਬ ਉਤਾਰ ਦਿੱਤੀ ਤੇ ਉਹਨੇ ਸਿਰਫ ਆਪਣਾ ਜਿਹਨੂੰ ਕਿਹਾ ਜਾਏ ਨਾ ਅੰਡਰਵੇਅਰ ਪਾਇਆ ਸੀ ਜਾਂ ਅੰਡਰ ਪੈਂਟ ਜਿਹੜੇ ਹਨ ਉਹਨੇ ਅਫੂਦ ਦਾ ਉਹਨੇ ਪਾਇਆ ਹੋਇਆ ਸੀ, ਅਫੂਦ ਪਾਇਆ ਸੀ ਔਰ ਲੈਨਨ ਦਾ, ਸਿਰਫ ਉਹ ਉਹਨੇ ਪਾਇਆ ਤਾਂ ਨੱਚੀ ਆਉਣ ਡਿਆ ਅੱਗੇ, ਠੀਕ ਹੈ ਨਾ। ਉੱਥੋਂ ਜਦੋਂ ਮੀਕਲ ਜਦੋਂ ਉਹਨੂੰ ਸਾਰੇ ਘਰਾਣੇ ਨੂੰ ਬਰਕਤ ਦੇਖਣ, ਬਾਦਸ਼ਾਹ 12 ਕਬੀਲਿਆਂ ਦਾ ਬਾਦਸ਼ਾਹ ਇੰਜ ਨੱਚਦਾ ਹੋਏ ਜਨਾਬ, ਠੀਕ ਹੈ ਨਾ, ਤੇ ਖੁਦਾ ਦੇ ਅਹਿਦ ਸੰਦੂਕ ਦੇ ਅੱਗੇ, ਤੇ ਉਹਦੀ ਬੀਵੀ ਮੀਕਲ ਨੇ ਕਿਹੜੇ ਲਫ਼ਜ਼ ਵੇਖੋ ਬੜੇ ਕਿੱਡੇ ਹਾਰਡ ਲਫ਼ਜ਼ ਉਹਨੇ ਯੂਜ਼ ਕੀਤੇ ਨੇ ਦਾਊਦ ਵਾਸਤੇ। ਠੀਕ ਹੈ ਅੰਕਲ ਜੀ, ਜਰਾ ਲਫ਼ਜ਼ ਦੁਬਾਰਾ ਪੜ੍ਹੇ, ਪੰਜਾਬੀ 'ਚ ਬੜਾ ਠੀਕ ਸਮਝ ਆਉਂਦੀ ਸੁਣਨ ਵਾਲਿਆਂ ਨੂੰ ਪੜ੍ਹਨ ਵਾਲਿਆਂ ਨੂੰ, ਕਿ ਉਹਨੇ ਦਾਊਦ ਦੀ ਬਾਦਸ਼ਾਹ ਔਰ ਆਪਣਾ ਸ਼ੌਹਰ ਹੋਣ ਦੇ ਨਾਤੇ ਉਹਨੇ ਬਿਲਕੁਲ ਪਰਵਾਹ ਨਹੀਂ ਕੀਤੀ, ਬਿਕੋਜ਼ ਸ਼ੀ ਵਾਜ਼ ਰੇਜ਼ਡ, ਆਈ ਡੋਂਟ ਨੋ ਸ਼ੀ ਇਜ਼ ਰੇਜ਼ਡ ਐਜ਼ ਅ ਪ੍ਰਿੰਸੈਸ ਔਰ ਨਾਟ, ਆਬਵੀਅਸਲੀ ਸ਼ੀ ਵਾਜ਼ ਸਾਊਲਸ ਡਾਟਰ, ਫਸਟ ਕਿੰਗ ਆਫ ਦ ਯੂਨਾਈਟਿਡ ਕਿੰਗਡਮ, ਔਰ 12 ਕਬੀਲਿਆਂ ਦਾ ਬਾਦਸ਼ਾਹ ਦੀ ਪਹਿਲੀ ਵੱਡੀ ਕੁੜੀ ਸੀ, ਤੇ ਉਹ ਤਾਂ ਜ਼ਾਹਿਰ ਹੈ ਐਜ਼ ਅ ਪ੍ਰਿੰਸੈਸ ਬੜਾ ਰੱਖ ਰਖਾਓ ਤੇ ਜਨਾਬ ਡਰੈਸਸ ਤੇ ਕਨੀਜ਼ਾਂ ਤੇ ਮਾਰ ਆਪਣਾ ਪਬਲਿਕ ਐਂਟਰੀ ਕਿਵੇਂ ਦੇਣੀ ਹੈ ਤੇ ਜਨਾਬ ਬਾਕੀ ਐਂਟਰੀ ਕਿਵੇਂ ਦੇਣੀ ਹੈ, ਹੱਥ ਕਿਵੇਂ ਹਿਲਾਉਣਾ ਹੈ ਘੋੜੇ 'ਤੇ ਬਹਿ ਕੇ ਤੇ ਜਨਾਬ ਡਰੈਸ ਕਿਵੇਂ, ਮਤਲਬ ਐਵਰੀਥਿੰਗ ਚੌਹਾਨ ਸਾਹਿਬ ਤੇ ਸਾਨੂੰ ਬਿਹਤਰ ਜਾਣਦੇ ਨੇ ਜਦੋਂ ਕੁਈਨ ਦਾ ਔਰ ਬਰਮਿੰਗਮ ਪੈਲਸ ਦਾ ਪ੍ਰੋਟੋਕੋਲ ਕੀ ਹੁੰਦਾ ਵੇ, ਠੀਕ ਹੈ ਨਾ। ਤੇ ਮਤਲਬ ਐਂਡ ਹਿਜ਼ ਹਰ ਹਸਬੈਂਡ। ਸੋ ਅੰਕਲ ਜੀ ਜਰਾ ਵੇਖੋ ਉਹਦੀ ਬੀਵੀ ਨੇ ਦਾਊਦ ਦੀ ਤਵਾਜ਼ਾ ਕਿਵੇਂ ਕੀਤੀ ਹੈ। ਮਿਕਲ ਦਾਊਦ ਦੇ ਮਿਲਣ ਨੂੰ ਨਿਕਲੀ ਅਤੇ ਬੋਲੀ, ਇਸਰਾਏਲ ਦਾ ਪਾਤਸ਼ਾਹ ਅੱਜ ਕਿੱਡਾ ਕੁ ਪ੍ਰਤਾਪਵਾਨ ਬਣਿਆ, ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਟਹਿਲਣਾ ਦੀਆਂ ਅੱਖੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ। ਨੰਬਰ 1 ਜੇਕਰ ਕੋਈ ਲੁੱਚਾ ਹਾਂਜੀ ਰੁਕਿਓ ਜ਼ਰਾ, ਉਹਨੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਮੈਂ ਦੱਸਿਆ ਵੇ ਨੰਗਾ ਤੋਂ ਮੁਰਾਦ ਹੈ ਵੇ ਕਿ ਹੀ ਵਾਜ਼ ਵੇਅਰਿੰਗ ਅੰਡਰ ਪੈਂਟਸ ਬਟ ਹੀ ਰਿਮੂਵਡ ਰਾਇਲ ਰੌਬ, ਠੀਕ ਹੈ ਨਾ। ਸੋ ਸਕਾਲਰਸ ਇਸ ਮਾਮਲੇ 'ਚ ਆਪਸ ਵਿੱਚ ਥੋੜ੍ਹੇ ਜਿਹੇ ਫਰੈਗਮੈਂਟਡ ਨੇ। ਕਈ ਕਹਿੰਦੇ ਨੇ ਕਿ ਜੀ ਉਹਨੇ ਸਿਰਫ ਅੰਡਰ ਪੈਂਟ ਪਾਈ ਸੀ ਐਂਡ ਹੀ ਵਾਜ਼ ਟੋਟਲੀ ਨੇਕਡ ਫਰੋਮ ਅਪਰ ਬੋਡੀ ਐਂਡ ਲੋਅਰ ਬੋਡੀ, ਔਰ ਸਿਰਫ ਉਹਨੇ ਅੰਡਰ ਪੈਂਟ ਪਾਇਆ ਸੀ। ਕਈ ਕਹਿੰਦੇ ਨੇ ਨਹੀਂ, ਉਹਨੇ ਸਿਰਫ ਜਿਹੜੇ ਪੂਰਾ ਡਰੈਸ ਅੰਦਰ ਪਾਇਆ ਜਾਂਦਾ ਉੱਤੋਂ ਰਾਇਲ ਰੌਬ ਉਤਾਰ ਦਿੱਤੀ ਸੀ, ਠੀਕ ਹੈ ਨਾ, ਜਿਹਦੀ ਵਜ੍ਹਾ ਨਾਲ ਉਹਦਾ ਜਿਸਮ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ। ਬਟ ਦੇਰ ਇਜ਼ ਅ ਫਰੈਗਮੈਂਟਡ, ਲੇਕਿਨ ਐਨੀਵੇ ਵਟ ਐਵਰ ਦਾ ਐਕਚੁਅਲੀ ਸਿਚੁਏਸ਼ਨ ਜਾਂ ਦਾਊਦ ਨੇ ਕਿਵੇਂ ਵੀ ਕੀਤਾ, ਪੂਰੇ ਕੱਪੜੇ ਪਾਏ ਹਨ, ਅੱਧੇ ਪਾਏ ਹਨ, ਜਿਵੇਂ ਦੇ ਪਾਏ ਹਨ, ਲੇਕਿਨ ਉਹਦੀ ਬੀਵੀ ਨੇ ਉਹਦੀ ਤਜ਼ਹੀਕ ਕੀਤੀ ਔਰ ਉਹਦੀ ਬੇਇੱਜ਼ਤੀ ਕੀਤੀ। she mocked over there। ਉਹਨੇ ਕਿਹਾ ਜੀ ਦਾਊਦ ਨੰਗਾ ਹੋਇਆ ਸਾਰੇ ਕਨੀਜ਼ਾਂ ਦੇ ਸਾਹਮਣੇ, ਨੌਕਰਾਂ ਦੇ ਸਾਹਮਣੇ। ਅੰਕਲ ਜੀ ਅਗਲਾ ਲਫ਼ਜ਼ ਉਹਨੇ ਕੀ ਯੂਜ਼ ਕੀਤਾ? ਨੰਗਾ ਕੀਤਾ। ਜੇਕਰ ਕੋਈ ਲੁੱਚਾ ਆਪ ਨੂੰ ਨਿਲਜ ਬਣਾ ਕੇ ਨੰਗਾ ਕਰਦਾ। ਹਾਂ, ਹੇਰ ਜਗੋ, ਜਿਵੇਂ ਕੋਈ ਲੁੱਚਾ ਆਪਣੇ ਆਪ ਨੂੰ ਨਲਜ ਬਣਾ ਕੇ, ਯਾਨੀ ਲੱਜਾ ਲਾ ਦਿੰਦਾ ਆਪਣੀ ਬੇਇੱਜ਼ਤ ਬੇਸ਼ਰਮ ਹੋ ਕੇ, ਕਹਿੰਦੇ ਕਿ ਤੂੰ ਨੱਚੀ ਹੋਣ ਡਿਆ ਹੈ ਸਾਰਿਆਂ ਦੇ ਸਾਹਮਣੇ। ਔਰ ਦਾਊਦ ਦਾ ਰਿਸਪੌਂਸ ਉੱਥੇ ਬੜਾ ਪਾਵਰਫੁਲ ਹੈ। ਉਹਨੇ ਕਿਹਾ ਜੀ, ਦਾਊਦ ਨੇ ਕਿਹਾ ਵੇ ਕਿ ਮੈਂ ਭਾਵੇਂ ਜੋ ਵੀ ਕਰਨ ਡਿਆ ਹਾਂ ਉਹ ਤੇ ਮੇਰੇ ਖੁਦਾ ਵਾਸਤੇ ਹੀ, ਇਸੇ ਲਈ ਮੇਰੀ ਇਸ ਡਿਵੋਸ਼ਨ, ਮੇਰੀ ਇਸ ਮੁਹੱਬਤ, ਮੇਰੇ ਇਸ ਆਫਰਿੰਗ ਨੂੰ ਖੁਦਾ ਨੇ ਕਬੂਲ ਕੀਤਾ ਤੇ ਤੇਰੇ ਪਿਓ ਦੇ ਕੋਲੋਂ ਬਾਦਸ਼ਾਹਤ ਲੈ ਕੇ ਤੇ ਮੈਨੂੰ ਦਿੱਤੀ। ਦੈਟ ਵਾਜ਼ ਰਿਸਪੌਂਸ। ਉਹਨੇ ਕਿਹਾ ਇਸੇ ਲਈ ਖੁਦਾ ਨੇ।
ਔਰ ਅੱਗੋਂ ਉਹਨੇ ਕਿਹਾ ਤੂੰ ਚੂਕੇ ਮੇਰੀ ਡਿਵੋਸ਼ਨ, ਮੇਰੀ ਪ੍ਰਸਤਿਸ਼, ਮੇਰੀ ਇਬਾਦਤ ਨੂੰ ਤੂੰ ਉਹਨੂੰ ਤੂੰ ਬੇਇੱਜ਼ਤ ਕੀਤਾ ਵੇ, ਉਹਨੂੰ ਤੂੰ ਤਜ਼ਹੀਕ ਕੀਤੀ ਹੈ, ਆਇੰਦਾ ਤੋਂ ਤੇਰੇ ਘਰ ਔਲਾਦ ਕੋਈ ਨਹੀਂ ਹੋਣੀ ਹੁਣ। So that was the kind of a response ਜਿਹੜਾ ਦਾਊਦ ਦੇ ਕਹਿਣ ਦੇ ਔਰ ਲਿਖਿਆ ਕਿ ਕਲਾਮ ਦੇ ਵਿੱਚ ਕਿ ਮੀਕਲ ਸਾਰੀ ਉਮਰ ਬਾਂਝ ਰਹੀ, ਫਿਰ ਉਹਦੇ ਘਰ ਬੱਚਾ ਪੈਦਾ ਨਹੀਂ ਹੋਇਆ। ਮਤਲਬ there was no generation that carry on from David's lineage। ਕਿਉਂਕਿ ਦਾਊਦ ਦਾ ਹਵਾਲਾ ਸ ਪੜਿਆ ਹੋਇਆ, ਮੈਂ ਇੱਥੋਂ ਇੱਕ ਲੋਕਾਂ ਦੀ ਜਿਹੜੀ ਹੈ ਨਾ ਮਿਸ ਅੰਡਰਸਟੈਂਡਿੰਗ ਮੈਂ ਕਲੀਅਰ ਕਰਦਾ ਜਾਵਾਂ। ਕਈ ਲੋਕੀ ਕਹਿੰਦੇ ਨੇ ਕਿ ਸਾਨੂੰ ਇਬਾਦਤ ਵਿੱਚ ਨੱਚਣਾ ਚਾਹੀਦਾ ਕਿ ਨਹੀਂ ਨੱਚਣਾ ਚਾਹੀਦਾ। ਉਹਦੇ ਲਈ ਉਹ ਦਾਊਦ ਦਾ ਇਹ ਵਾਲਾ ਰੈਫਰੈਂਸ ਦਿੰਦੇ ਨੇ ਕਿ ਜੀ ਚੂੰਕਿ ਦਾਊਦ ਨੱਚਿਆ ਹੀ ਤੇ ਸਾਨੂੰ ਵੀ ਨੱਚਣਾ ਚਾਹੀਦਾ। ਅੱਛਾ, ਪਹਿਲੀ ਗੱਲ ਤਾਂ ਇਹ ਵੇ ਕਿ ਦਾਊਦ ਚਰਚ 'ਚ ਨਹੀਂ ਨੱਚਿਆ, ਉਹ ਹੈਕਲ ਨਹੀਂ ਸੀ, ਨੰਬਰ 1। ਨੰਬਰ 2, ਦਾਊਦ ਅਹਿਦ ਦੇ ਸੰਦੂਕ ਦੇ ਸਾਹਮਣੇ ਨੱਚਿਆ ਹੀ ਔਰ ਉਹਨੇ ਕੱਪੜੇ ਲਾ ਦਿੱਤੇ ਹਨ। ਸੋ ਜਾਂ ਤਾਂ ਜੇ ਤੁਹਾਂ ਦਾਊਦ ਦਾ ਐਗਜ਼ਾਮਪਲ ਦੇਣਾ ਤਾਂ ਫਿਰ ਪੂਰਾ ਕੀ ਕਰੋ, ਫਿਰ ਤਾਂ ਪੂਰਾ ਉਹਦਾ ਲਾਓ ਨਾ, ਮਤਲਬ ਕਿ ਉਹਨੇ ਜੋ ਕੰਮ ਕੀਤਾ ਵੇ। ਸੋ ਦੈਟਸ ਨਾਟ ਅ ਕੇਸ। ਬਹੁਤ ਸਾਰੇ ਲੋਕ ਨੇ ਉਹ ਜਿਹੜਾ ਡਿਸਕ੍ਰਿਪਸ਼ਨ ਹੈ ਬਾਈਬਲ ਦਾ, ਉਹਨੂੰ ਉਹ ਪ੍ਰਿਸਕ੍ਰਿਪਸ਼ਨ ਦੇ ਤੌਰ 'ਤੇ ਲੈਂਦੇ ਨੇ। ਸੋ ਨੈਰੇਟਿਵ ਇਜ਼ ਨਾਟ ਨੋਰਮੇਟਿਵ। ਅਗਰ ਸਟੋਰੀ ਲਿਖੀ ਗਈ ਹੈ ਤੇ ਉਹ ਸਟੋਰੀ ਮੇਰੇ ਔਰ ਤੁਹਾਡੇ ਵਾਸਤੇ ਨੋਰਮੇਟਿਵ ਨਹੀਂ ਹੈ, ਨਾਰਮਲ ਨਹੀਂ ਹੈ ਕਿ ਅਸੀਂ ਸੇਮ ਕਾਪੀ ਪੇਸਟ ਕਰੀ ਜਾਈਏ ਆਪਣੇ ਕਰਨ ਦੇ ਲਈ। ਡਾਂਸ ਤੁਹਾਡਾ ਦਿਲ ਕਰ। ਹਾਂਜੀ ਐਰਿਕ ਭਾਈ, ਸੌਰੀ ਟੂ ਇੰਟਰਪਟ। ਬੇਸਿਕਲੀ ਗਾਣਾ ਵੀ ਇਸੇ ਤਰ੍ਹਾਂ ਇੱਕ ਟੈਬੂ ਸਮਝਿਆ ਜਾਂਦਾ ਕੁਝ ਕਲਚਰ ਦੇ ਅੰਦਰ, ਜਿਸ ਤਰ੍ਹਾਂ ਕਿ ਨੱਚਣ ਨੂੰ ਸਾਡੇ ਕਲਚਰ 'ਚ ਇੱਕ ਟੈਬੂ ਸਮਝਿਆ ਜਾਂਦਾ ਹੈ। ਲੇਕਿਨ ਜਦੋਂ ਖੁਦਾਵੰਦ ਦੀ ਇਬਾਦਤ ਦੀ ਗੱਲ ਆਉਂਦੀ ਆ ਤੇ ਉਹਦੇ 'ਚ ਫਿਰ ਇਹ ਹੁੰਦਾ ਕਿ ਤੁਸੀਂ ਆਪਣੇ ਸਮਝ ਦੇ ਨਾਲ, ਆਪਣੇ ਦਿਲ ਦੇ ਨਾਲ ਜੋ ਕਰਦੇ ਹੋ, ਔਰ ਉਹ ਆਫਰਿੰਗ, ਇਟ ਕਮਸ ਬੈਕ ਟੂ ਵਾਟ ਯੂ ਸੈਡ ਅਰਲੀਅਰ, ਇਹ ਆਫਰਿੰਗ ਤੇ ਹੈ। ਉਹ ਆਫਰਿੰਗ ਜਿਹੜੀ ਤੁਸੀਂ ਦਿੰਦੇ ਹੋ ਕਿਉਂਕਿ ਉਹ ਹੈ ਹੀ ਖੁਦਾ ਵਾਸਤੇ। ਅਗਰ ਕੋਈ ਸ਼ਖਸ ਜਿਹੜਾ ਹੈ ਉਹ ਖੁਸ਼ ਹੈ ਆਪਣੇ ਘਰ ਦੇ ਅੰਦਰ ਅਕੇਲਾ ਖੁਦਾ ਦੀ ਤਾਰੀਫ ਕਰਦਾ ਨੱਚਦਾ ਹੈ ਜਾਂ ਗਾਉਂਦਾ ਹੈ, ਉਹਦੇ ਨਾਲ ਕੀ ਫਰਕ ਪੈਂਦਾ ਕੌਣ ਵੇਖਦਾ ਕੌਣ ਨਹੀਂ ਵੇਖਦਾ। ਅਗਰ ਮੈਂ ਖੁਦਾ ਦੇ ਵਾਸਤੇ ਕਰਨਾ ਤੇ ਖੁਦਾ ਦੀ ਨਜ਼ਰ 'ਚ ਹੈ, ਜੇ ਮੈਂ ਦੁਨੀਆ ਵਾਸਤੇ ਨੱਚਾਂਗਾ ਤਾਂ ਜ਼ਾਹਿਰ ਹੈ ਮੈਨੂੰ ਹੋਰ ਤਰੀਕੇ ਦੇ ਨਾਲ ਕਰਨਾ ਪਏਗਾ। ਬੇਸਿਕਲੀ ਇਟ ਇਜ਼ ਨਥਿੰਗ ਟੈਬੂ ਇਨ ਡਾਂਸਿੰਗ ਔਰ ਸਿੰਗਿੰਗ if I'm singing for my God। ਨਹੀਂ, that's fine। ਮਤਲਬ ਬਹੁਤ ਸਾਰੇ ਲੋਕ ਨੇ ਜਿਹੜੇ ਈਵਨ ਚਰਚ ਦੇ ਵਿੱਚ ਜਿਹੜੇ ਨਾ ਸਾਜ਼ ਇਸਤੇਮਾਲ ਨਹੀਂ ਕਰਦੇ। ਬਹੁਤ ਸਾਰੇ ਕਲੀਸਿਆਂ ਐਸੀਆਂ ਵੀ ਨੇ, ਉਹ ਕਹਿੰਦੇ ਨੇ ਕਿ ਨਹੀਂ ਜੀ ਸਾਜ਼ ਵੀ ਜਿਹੜਾ ਇਸਤੇਮਾਲ ਕਰਨਾ ਵੇ ਇਹ ਵੀ ਚੂਕ ਕੇ ਸਾਨੂੰ ਦੱਸਿਆ ਨਹੀਂ ਗਿਆ, ਅਸੀਂ ਸਾਜ਼ ਨੇ ਸਿਰਫ ਹਿਊਮਨ ਵੌਇਸ ਯੂਜ਼ ਕਰਨੀ ਹੈ। ਸੋ ਦੇਰ ਆਰ ਸਰਟਨ ਥਿੰਗਸ। ਲੇਕਿਨ ਮੈਂ ਚੂੰਕਿ ਇੱਥੇ ਗੱਲ ਚੱਲਣ ਡਈ ਸੀ ਦਾਊਦ ਦੇ ਨੱਚਣ ਦੀ, ਉਹਨੂੰ ਬੁਨਿਆਦ ਬਣਾ ਕੇ, ਥਿਓਲੋਜੀਕਲ ਗਰਾਊਂਡ ਬਣਾ ਕੇ ਤੇ ਹਰ ਜਗ੍ਹਾ ਤੇ ਨੱਚਣਾ ਸ਼ੁਰੂ ਕਰ ਦੇਣਾ, ਦੈਟ ਵਾਜ਼ ਵਾਟ ਆਮ ਟਾਕਿੰਗ ਅਬਾਊਟ। ਪਰਸਨਲੀ ਤੁਹਾਡਾ ਜੋ ਵੀ ਡਿਵੋਸ਼ਨ ਹੈ, ਜੋ ਵੀ ਖੁਦਾ ਦੇ ਨਾਲ ਹੈ ਵੇ ਰਾਬਤਾ, ਕੈਰੀ ਔਨ। ਤੁਹਾਡੇ ਖੁਦਾ ਦਿਲ ਨੂੰ ਜਾਣਦਾ, ਜਿਵੇਂ ਅਸੀਂ ਅੱਗੇ ਗੱਲ ਕੀਤੀ ਹੈ, ਵੀ ਆਰ ਨਾਟ ਜਜਿੰਗ ਐਨੀਬਡੀ। ਲੇਕਿਨ ਜਿਹੜਾ ਥਿਓਲੋਜੀਕਲ ਰੈਫਰੈਂਸ ਹੈ ਮੈਂ ਉਹਦੀ ਗੱਲ ਕਰਨ ਡਿਆ ਵਾਂ। ਓਕੇ ਜੀ, ਐਨੀਵੇ। ਸੋ ਤੁਸੀਂ ਵੇਖਿਆ ਜੀ ਕਿ 3 ਮੌਕਸਾਂ ਵੇਖ ਲਈਆਂ ਨੇ, ਠੀਕ ਹੈ ਨੇ। ਦਾਊਦ ਦੇ ਖਿਲਾਫ ਮੌਕ ਉਹਨੂੰ ਕਰਦੇ ਹਨ। ਗੁਲਾਇਤ ਖੁਦਾ ਦੀ ਮੌਕਿੰਗ ਕਰਦਾ ਸੀ, ਦਾਊਦ ਨੇ ਉਹਨੂੰ ਫੜਿਆ। ਉਹਦੀ ਬੀਵੀ ਮੀਕਲ ਨੇ। ਔਰ ਦਾਊਦ ਦੇ ਬਾਦਸ਼ਾਹ ਬਣਨ ਦੇ ਬਾਅਦ ਜਦੋਂ ਉਹਦੇ ਵੱਡੇ ਬੇਟੇ ਨੇ, ਮੇਰੇ ਜਿਹਨ 'ਚ ਨਾਂ ਨਹੀਂ ਆ ਰਿਹਾ ਉਹਦਾ, ਕਮਾਨ, ਚਲੋ ਮੈਂ ਬਾਅਦ 'ਚ ਦੱਸਾਂਗਾ ਉਹਦਾ ਨਾਂ ਕਿਸੇ ਵੱਡੇ ਬੇਟੇ ਦਾ। ਉਹਨੇ ਜਦੋਂ ਦਾਊਦ ਦੇ ਖਿਲਾਫ ਬਗਾਵਤ ਕਰ ਦਿੱਤੀ, ਦਾਊਦ ਨੂੰ ਯਰੂਸ਼ਲਮ ਛੱਡ ਕੇ ਨੱਠਣਾ ਪਿਆ, ਠੀਕ ਹੈ। ਜਦੋਂ ਛੱਡ ਕੇ ਨੱਠਿਆ ਵੇ ਤੇ 2 ਸੈਮੂਅਲ 16ਵੇਂ ਬਾਬ ਦੀ 5 ਤੋਂ 13 ਆਇਤ ਤੁਸੀਂ ਇੱਕ ਬੰਦੇ ਦਾ ਨਾਂ ਪੜ੍ਹਦੇ ਹੋ ਜੀ, ਔਰ ਉਹ ਦਾਊਦ ਨੂੰ ਗਾਲਾਂ ਕੱਢੀ ਆਉਣ ਡਿਆ ਵੇ। ਜ਼ਰਾ ਸੁਣੋ ਜ਼ਰਾ ਦਾਊਦ ਨੂੰ ਕੀ ਕਹਿੰਦਾ। ਹਾਂਜੀ, ਪੜਾਂਗੇ 2 ਸੈਮੂਅਲ ਉਹਦਾ 16ਵਾਂ ਬਾਬ 5 ਤੋਂ 13 ਆਇਤ ਤੱਕ। ਫਿਰ ਉੱਥੋਂ ਦਾਊਦ ਪਾਤਸ਼ਾਹ ਬਹੂਰੀਮ ਵਿੱਚ ਆਇਆ ਤਾਂ ਵੇਖੋ ਉੱਥੋਂ ਸਾਊਲ ਦੇ ਘਰਾਣੇ ਦੀ ਕੁੱਲ ਵਿੱਚੋਂ ਇੱਕ ਜਣਾ ਗੇਰਾ ਦਾ ਪੁੱਤਰ ਸਿਮਈ ਨਾਮੇ ਨਿਕਲਿਆ ਅਤੇ ਸ਼ਰਾਪ ਦਿੰਦਾ ਤੁਰਿਆ ਜਾਂਦਾ ਸੀ, ਅਤੇ ਉਸਨੇ ਦਾਊਦ ਉੱਤੇ ਅਤੇ ਦਾਊਦ ਪਾਤਸ਼ਾਹ ਦੇ ਸਾਰਿਆਂ ਟਹਿਲੂਆਂ ਉੱਤੇ ਵੱਟੇ ਮਾਰੇ। ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਭ ਲੋਕ ਉਹਦੇ ਸੱਜੇ ਖੱਬੇ ਹੱਥ ਸਨ। ਅਤੇ ਸਿਮਈ ਸ਼ਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿਕਲਾ ਤੂੰ ਨਿਕਲਾ, ਹੇ ਖੂਨੀ ਮਨੁੱਖ, ਹੇ ਸ਼ੈਤਾਨ ਦੇ ਮਨੁੱਖ, ਕਿਉਂ ਜੋ ਯਹੋਵਾ ਨੇ ਸਾਊਲ ਦੇ ਘਰਾਣੇ ਦੇ ਸਾਰੇ ਖੂਨ ਨੂੰ ਜਿਸ ਦੇ ਥਾਂ ਪਾਤਸ਼ਾਹ ਬਣਿਆ ਤੇਰੇ ਉੱਤੇ ਮੋੜ ਦਿੱਤਾ, ਅਤੇ ਯਹੋਵਾ ਨੇ ਤੇਰਾ ਰਾਜ ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਦਿੱਤਾ। ਅਤੇ ਵੇਖ, ਥੈਂਕ ਯੂ ਜੀ। ਹਾਂਜੀ, ਸੋ ਅਬੀਸਲੋਮ, ਦਾਊਦ ਦੇ ਵੱਡੇ ਬੇਟੇ ਦਾ ਨਾਂ ਕੀ ਸੀ? ਅਬੀਸਲੋਮ, ਠੀਕ ਹੈ। ਸੋ ਅਬੀਸਲੋਮ ਨੇ ਦਾਊਦ ਦੇ ਖਿਲਾਫ ਬਗਾਵਤ ਕਰਕੇ ਤਖਤ ਤੇ ਕਬਜ਼ਾ ਕਰ ਲਿਆ, ਔਰ ਦਾਊਦ ਨੂੰ ਆਪਣੀ ਜਾਨ ਬਚਾ ਕੇ ਆਪਣੇ ਨਾਈਟਸ ਦੇ ਨਾਲ, ਆਪਣੇ ਸੂਰਮਿਆਂ ਦੇ ਨਾਲ, ਆਪਣੇ ਜਿਹੜਾ ਉਹਦਾ ਕਰੂ ਸੀ ਉਹਦੇ ਨਾਲ ਨੱਠਣਾ ਪਿਆ। ਸੋ ਜਦੋਂ ਨੱਠਿਆ ਵੇ ਰਾਤੋਂ ਰਾਤ ਯਰੂਸ਼ਲਮ ਛੱਡ ਕੇ,
ਤੇ ਇਹ ਜਿਹੜਾ ਬੰਦਾ ਹੀ ਸਿਮਈ ਜੀਰਾ ਦਾ ਬੇਟਾ ਜਿਹੜਾ ਸਿਮਈ ਸੀ ਔਰ ਇਹ ਸਾਊਲ ਦੇ ਫੈਮਿਲੀ ਦੇ ਵਿੱਚੋਂ ਸੀ, ਉਹ ਦਾਊਦ ਨੂੰ ਸ਼ਰਾਪ ਦੇਈ ਆਉਣ ਡਿਆ, ਦਾਊਦ ਨੂੰ ਗਾਲਾਂ ਕੱਢੀ ਆਉਣ ਡਿਆ ਵੇ ਔਰ ਕਹਿੰਦਾ ਤੇਰੇ ਨਾਲ ਤੂੰ ਖੂਨੀ ਹੈ, ਤੂੰ ਸ਼ੈਤਾਨ ਹੈ, ਤੇਰੇ ਨਾਲ ਚੰਗਾ ਹੋਇਆ ਤੇਰੇ ਆਪਣੇ ਪੁੱਤਰ ਨੇ ਤੇਰੇ ਖਿਲਾਫ ਮਦ ਦੀਸ ਕਾਈਂਡ ਆਫ ਥਿੰਗਸ ਹੀ ਵਹਿੰਦੇ ਹੋ। ਔਰ ਦਾਊਦ ਨੇ ਚੁੱਪ ਕਰਕੇ, ਉਹਦੇ ਸਿਪਾਹੀਆਂ ਨੇ ਜਿਹੜੇ ਨਾਲ ਉਹਦੇ ਸੂਰਮਾ ਸਨ, ਉਹਦੇ ਫਾਈਟਰ ਸਨ, ਨਾ ਕਿਹਾ ਦਾਊਦ ਬਾਦਸ਼ਾਹ ਹੁਕਮ ਦੇ, ਇਹਦਾ ਸਿਰ ਅਸਾਂ ਹੁਣੇ ਲਾ ਦੇਣਾ। ਦਾਊਦ ਨੇ ਕਹਿਣਾ ਇਹਨੂੰ ਵਿਚਾਰੇ ਨੂੰ ਕੁਛ ਨਾ ਕਹੋ, ਇਹਦਾ ਕੋਈ ਕਸੂਰ ਨਹੀਂ ਹੈ, ਜਦੋਂ ਖੁਦਾ ਨੇ ਹੀ ਮੇਰੇ ਨਾਲ ਇੰਜ ਕੀਤਾ ਵੇ ਤੇ ਹਾਊ ਕਮ ਕਿ ਮੈਂ ਦੁਨੀਆ ਦੇ ਵਿੱਚ ਲੋਕਾਂ ਨੂੰ ਮੈਂ ਕੀ ਆਪਣਾ ਕਹਿੰਦਾ ਫਿਰਾਂਗਾ। ਸੋ ਦੈਟ ਵਾਜ਼, ਅਸੀਂ ਵੇਖਦੇ ਹਾਂ ਕਿ ਦਾਊਦ ਦੀ ਲਾਈਫ ਦੇ ਵਿੱਚ we see there are lots of moments ਕਿ ਜਿਹਦੇ ਵਿੱਚ ਦਾਊਦ ਨੇ ਇਹਨੂੰ ਫਸਟ ਹੈਂਡ ਐਕਸਪੀਰੀਅੰਸ ਕੀਤਾ ਵੇ ਕਿ ਬੇਇੱਜ਼ਤੀ ਔਰ ਮਜ਼ਾਕ ਔਰ ਲੋਕਾਂ ਦੇ ਖਿਲਾਫਾਂ ਦੀ ਗੱਲਾਂ, ਲੋਕਾਂ ਦੇ ਮਨਸੂਬਿਆਂ ਦਾ ਕੀ ਰਿਜ਼ਲਟ ਨਿਕਲਦਾ ਵੇ ਔਰ ਉਹਦਾ ਐਕਸਪ੍ਰੈਸ਼ਨ ਕੀ ਹੁੰਦਾ ਵੇ। ਸੋ ਜੀ ਅਸੀਂ ਵੇਖਦੇ ਹਾਂ ਕਿ ਦਾਊਦ ਖੁਦਾ ਅੱਗੇ ਦੁਆ ਕਰਦਾ ਵੇ। ਸੋ ਪਹਿਲਾ 3 ਆਇਤਾਂ ਜਿਹੜੀਆਂ ਨੇ, ਪਹਿਲੀਆਂ 2 ਮੈਂ ਦੱਸਿਆ ਜਿਵੇਂ, ਉਹ ਕਹਿੰਦਾ ਜੀ ਕਿ ਖੁਦਾ ਨੂੰ ਮਦਦ ਦੀ ਦਰਖਾਸਤ ਕਰਦਾ ਵੇ ਔਰ ਖੁਦਾ ਨੂੰ ਕਹਿੰਦਾ ਵੇ ਕਿ ਖੁਦਾਵੰਦ ਮੇਰੀ ਢਾਲ ਬਣ, ਮੇਰੇ ਸਿਪਰ ਲੈ ਕੇ ਖਲੋ। ਸੋ ਢਾਲ ਔਰ ਸਿਪਰ ਵੇਖਿਆ ਤੁਹਾਂ ਜ਼ਬੂਰਾਂ ਦੇ ਵਿੱਚ ਵੀ ਬੜਾ ਇੰਪੋਰਟੈਂਟ ਕਿਰਦਾਰ ਹੈ, ਲੇਕਿਨ ਕੈਨ ਯੂ ਇਮੈਜਿਨ ਕਿ ਖੁਦਾ ਆਪਣੇ ਹਥਿਆਰ ਲੈ ਕੇ ਖਲੋਤਾ ਹੋਏ। ਇੰਟਰਸਟਿੰਗਲੀ, ਠੀਕ ਹੈ ਨਾ, ਮਤਲਬ ਗॉड ਇਜ਼ ਸਟੈਂਡਿੰਗ ਲਾਈਕ ਅ ਵਾਰੀਅਰ, ਲੇਕਿਨ ਖੁਦਾ ਦੇ ਹਥਿਆਰ ਹੈ ਕਿਹੜੇ ਨੇ? ਦੈਟਸ ਇੰਟਰਸਟਿੰਗ ਕੁਐਸਚਨ, ਠੀਕ ਹੈ ਨਾ। ਅਸੀਂ ਉਹਨੂੰ ਉਸ ਦੌਰ ਦੇ ਵਿੱਚ ਚੂੰਕਿ ਸੋਲਜਰ ਦਾ ਜਿਹੜਾ ਡਰੈਸ ਹੁੰਦਾ ਸੀ, ਉਹਦੇ ਜਿਹੜੇ ਹਥਿਆਰ ਹੁੰਦੇ ਹਨ ਕੀ ਸੀ? ਕੁਮਕ ਹੁੰਦੀ ਸੀ, ਮਤਲਬ ਤਲਵਾਰ ਹੋ ਗਈ, ਭਾਲਾ ਹੋ ਗਿਆ, ਸ਼ੀਲਡ ਹੋ ਗਈ, ਠੀਕ ਹੈ, ਉਸ ਦੌਰ ਦੇ ਵਿੱਚ। ਲੇਕਿਨ ਅੱਜ ਦੇ ਦੌਰ ਦੇ ਵਿੱਚ ਇਹ ਵੇਖਾਂਗੇ ਕਿ ਜਿਵੇਂ ਪੁਲਿਸ ਵਾਲੇ ਜਾਂ ਫੌਜੀ ਜਦੋਂ ਸਵਾਟ ਵਾਲੇ ਅਮਰੀਕਾ ਦੇ ਵਿੱਚ ਜਦੋਂ ਕੋਲ ਜਾਂਦੇ ਨੇ, ਉਹਨਾਂ ਜਦੋਂ ਹਜੂਮ ਇਕੱਠਾ ਹੋ ਜਾਂਦਾ ਵੇ, ਉਹਨਾਂ ਵੱਡੀਆਂ ਵੱਡੀਆਂ ਸ਼ੀਲਡਾਂ ਬਲੈਕ ਕਲਰ ਦੀਆਂ ਮੋਟੀਆਂ ਫੜੀਆਂ ਹੁੰਦੀਆਂ ਨੇ, ਠੀਕ ਹੈ, ਡੰਡੇ ਉਹਨਾਂ ਦੇ ਹੱਥ ਦੇ ਵਿੱਚ ਹੁੰਦੇ ਨੇ। ਕਈ ਵਾਰ ਜਿਹੜੇ ਫੌਜੀ ਨੇ, ਪ੍ਰੋਪਰ ਫੌਜੀ ਜਿਹੜੇ ਨੇ, ਉਹਨਾਂ ਪੂਰਾ ਹੈਲਮਟ ਤੋਂ ਲੈ ਕੇ ਤੇ ਔਰ ਮਾਡਰਨ ਜਦੀਦ ਮਸ਼ੀਨ ਗਨਸ ਤੋਂ ਲੈ ਕੇ ਹੱਥ 'ਚ ਹੁੰਦੀਆਂ ਨੇ। ਸੋ ਉਸ ਦੌਰ ਦੇ ਮੁਤਾਬਕ, ਅੱਜ ਦੌਰ ਦੇ ਮੁਤਾਬਕ, ਲੇਕਿਨ ਖੁਦਾ ਦੇ ਜਿਹੜੇ ਹਥਿਆਰਾਂ ਦਾ ਜਿਹੜਾ ਇਮੇਜ ਹੈ ਉਹ ਹੈ ਕਿਹੜਾ ਵੇ? ਅੰਕਲ ਜੋਸ਼ੂਆ, ਤੁਸੀਂ ਅਗਰ ਯਸਾਇਆ 49 ਬਾਬ 49 ਕਹਿ ਰਹੇ ਹਾਂ 59 ਯਸਾਇਆ 59 ਉਹਦੀ 17 ਆਇਤ, ਤੇ ਸਿਸਟਰ ਜੋਤੀ ਤੁਸੀਂ ਅਗਰ ਇਫਸੀਓਂ 6 ਦੀ 10 ਆਇਤ ਅਗਰ ਖੋਲੋ। 59 ਹਾਂਜੀ ਅੰਕਲ ਜੀ, ਇਜ਼ਾਇਆ ਉਹਦਾ ਬਾਪ 59, ਹਾਂਜੀ 59 ਬਾਪ ਤੇ ਕਿੰਨੀ ਆਇਤ ਪਾਸੇ ਜੀ ਮੈਂ ਭੁੱਲ ਗਿਆ। 17 ਆਇਤ ਜੀ, 17ਵੀਂ 17 17 ਉਹਨੇ ਧਰਮ ਸੰਜੋ ਵਾਂਗੂ ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਪਹਿਨਿਆ। ਉਹਨੇ ਬਦਲਾ ਲੈਣ ਦੇ ਬਸਤਰ ਲਿਬਾਸ ਲਈ ਪਹਿਨੇ ਅਤੇ ਚੋਲੇ ਵਾਂਗੂ ਅਣਖ ਨੂੰ ਪਾ ਲਿਆ। ਜਹੀ ਕਰਨੀ ਤਹੀ ਭਰਨੀ, ਵੈਰੀਆਂ ਲਈ ਗੁੱਸਾ, ਵਿਰੋਧੀਆਂ ਲਈ ਬਦਲਾ। ਉਹ ਟਾਪੂਆਂ ਨੂੰ ਉਹਨਾਂ ਦੀ ਕੀਤੀ ਦਾ ਬਦਲਾ ਦੇਵੇਗਾ। ਥੈਂਕ ਯੂ ਜੀ। ਵੇਖਿਆ ਜੀ ਖੁਦਾ ਦੇ ਹਥਿਆਰ ਕਿਹੜੇ ਕਿਹੜੇ ਨੇ? 17ਵੀਂ ਆਇਤ ਮੈਂ ਉਰਦੂ 'ਚ ਪੜ੍ਹਨ ਲੱਗਾ ਵਾਂ। ਲਿਖਿਆ ਜੀ, ਹਾਂ ਉਸਨੇ रास्तबाजी का बख्तर, मतलब बड़ा गुड डिफेंस शील्ड पहनी, निजात का खौद अपने सर पर रखा, साल्वेशन, और उसने लिबास की जगह ड्रेस जड़ा वे और जगह इंतकाम, रिवेंज जड़ा वे, उसकी पोशाक पहनी, और गैरत के जुब्बे से ज़ेलस गॉड जड़ा वे खुदा ओदा की होया। तो वेख्या पूरा यूनीफॉर्म खुदा दा की है, रास्तबाजी, साल्वेशन, ड्रेस और जुब्बा, थल्ले दा पूरा ड्रेस है, चारे पीस ਜਿਹੜੇ ਫੌਜੀ ड्रेस ਦੇ ਤੁਸੀਂ ਵੇਖਣ ਦੇ। ਇਹ ਸੇਮ ड्रेस ਜਿਹੜਾ ਖੁਦਾ ਦਾ ਵੇ, ਇਹਨੂੰ ਪੌਲੁਸ ਰਸੂਲ ਨੇ ਇਫਸੀਓਂ ਦੇ ਖੱਤ ਦੇ ਵਿੱਚ ਕਿਵੇਂ ਬਿਆਨ ਕੀਤਾ? ਹਾਂਜੀ, ਇਫਸੀਆਂ ਦਾ ਖੱਤ ਉਹਦੀ 6 ਬਾਬ ਉਹਦਾ 10 ਉਹਦੀ 10 ਆਇਤ। ਪਰਮੇਸ਼ਵਰ ਦੇ ਸਭ ਹਥਿਆਰ। ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਪਹਿਲਾਂ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਪਰਮੇਸ਼ਵਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਵਰ ਦੇ ਹਥਿਆਰ ਇਸੇ ਘੜੀ ਲਵੋ ਕਿ ਭੈੜੇ ਦਿਨ ਆਉਣ ਦੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ ਤੇ ਵੀ ਜੇਤੂ ਠਹਿਰੋਗੇ। ਠੀਕ ਹੈ ਜੀ। 14ਵੀਂ ਆਇਤ। ਇਸ ਲਈ ਸਾਵਧਾਨ ਰਹੋ, ਸੱਚ ਦਾ ਕਮਰਬੰਦ ਅਤੇ ਧਾਰਮਿਕਤਾ ਦਾ ਸੰਜੋਇਆ ਪਹਿਨ ਲਵੋ। ਪੈਰੀ ਸ਼ਾਂਤੀ ਦੀ ਜੁੱਤੀ ਦਾ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਅਤੇ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੇ ਰੱਖੋ। ਇਸ ਤਰ੍ਹਾਂ
ਇਸ ਦੁਆਰਾ ਤੁਸੀਂ ਸ਼ੈਤਾਨ ਦੇ ਅਣਗਿਣਤ ਬਾਣਾਂ ਨੂੰ ਬੁਝਾ ਸਕੋਗੇ। ਥੈਂਕ ਯੂ ਜੀ। ਤੋ ਵੇਖਿਆ ਜੀ ਤੁਹਾਂ ਅੱਗੇ ਪੂਰੇ ਹਥਿਆਰ ਖੁਦਾ ਦੇ ਸੇਮ ਇਮੇਜ ਯੂਜ਼ ਕੀਤਾ ਗਿਆ ਜਿਹੜਾ ਯਸਾਇਆ ਨਬੀ ਨੇ ਯੂਜ਼ ਕੀਤਾ ਵੇ, ਔਰ ਦਾਊਦ ਨੇ ਚੂੰਕਿ ਦਾਊਦ ਕਹਿ ਰਿਹਾ ਵਾਂ ਆਪਣਾ ਪੌਲੂਸ ਨੇ ਜਿਹੜਾ ਪੂਰਾ ਡਰੈਸ ਜਿਹੜਾ ਉਹਨੇ ਕੈਦੀਆਂ ਰੋਮਨ ਸੋਲਜਰ ਦਾ ਵੇਖਿਆ ਸੀ, ਉਹਨੇ ਰੋਮਨ ਸੋਲਜਰ ਦੇ ਪੂਰੇ ਡਰੈਸ ਨੂੰ ਖੁਦਾ ਦੇ ਹਥਿਆਰਾਂ ਦੇ ਨਾਲ ਉਹਨੇ ਤਸ਼ਬੀਹ ਦਿੱਤੀ ਹੈ। ਸੋ ਜੀ ਇਹ ਪਹਿਲੀਆਂ 3 ਆਇਤਾਂ ਦੇ ਵਿੱਚ ਅਸੀਂ ਇਹਨੂੰ ਵੇਖਦੇ ਹਾਂ ਜੀ। ਲੇਕਿਨ ਅਗਰ ਤੁਸੀਂ ਵੇਖੋਗੇ 4ਵੀਂ ਤੇ 8ਵੀਂ ਆਇਤ ਜਿਹੜੀ ਹੈ, ਦਾਊਦ ਆਪਣੇ ਦੁਸ਼ਮਣਾਂ ਨੂੰ ਆਪੀ ਬਦਲਾ ਨਹੀਂ ਲੈਂਦਾ ਬਲਕਿ ਉਹਨਾਂ ਵਾਸਤੇ ਬਦਲੇ ਦੀ ਦੁਆ ਕਰਦਾ ਵੇ। ਸੋ ਦੈਟ ਇਜ਼ ਅ ਵੈਰੀ ਡੀਪ ਥਿਓਲੋਜੀਕਲ ਕੰਟਰਡਿਕਸ਼ਨ ਕਿ ਜੀ ਕ੍ਰਿਸਚਨਾਂ ਨੂੰ ਕੀ ਆਪਣੇ ਸਤਾਨ ਵਾਲਿਆਂ ਦੇ ਖਿਲਾਫ ਬਦਦੁਆ ਕਰਨੀ ਚਾਹੀਦੀ ਹੈ। ਦੈਟਸ ਅਨਦਰ ਐਂਗਲ ਜਿਹੜਾ ਅਸੀਂ ਥੋੜੀ ਦੇਰ ਦੇ ਵਿੱਚ ਵੇਖਾਂਗੇ, ਜਿਹਨੂੰ ਵਾਈਂਡ ਅਪ ਕਰਾਂਗੇ। ਸੋ ਉਹ ਦੁਆ ਕਰਦਾ ਵੇ, ਔਰ ਦੁਆ ਜਦੋਂ ਕਰਦਾ ਵੇ ਨਾ ਉਹ ਕਹਿੰਦੇ ਜੀ ਕਿ ਇਹਨਾਂ ਸ਼ੈਤਾਨ ਦੇ ਮੇਰੇ ਖਿਲਾਫ ਲਗਾਏ ਹੋਏ ਨੇ, ਇਹਨਾਂ ਮੈਨੇ ਨਾ ਸ਼ੈਤਾਨ ਨੇ ਮੇਰੇ ਖਿਲਾਫ ਸਾਰੇ ਖੱਡੇ ਖੋਦੇ ਹੋਏ ਨੇ, ਮੇਰੇ ਲਈ ਜਾਲ ਵਿਛਾਇਆ ਹੋਇਆ ਵੇ, ਇਸ ਲਈ ਖੁਦਾਵੰ ਤੂੰ ਮੈਨੂੰ ਇਹਨਾਂ ਤੋਂ ਬਚਾ ਔਰ ਆਪਣਾ ਫਰਿਸ਼ਤਾ ਦੂਤ ਜਿਹੜਾ ਵੇ ਉਹ ਕਰ। ਸੋ ਹੀ ਇਜ਼ ਆਲਵੇਜ਼ ਆਸਕਿੰਗ ਹੈਵਨਲੀ ਆਰਮੀਜ਼, ਹੈਵਨਲੀ ਕੋਰਟ, ਹੈਵਨਲੀ ਇੰਟਰਫੇਅਰੈਂਸ। ਓਕੇ ਜੀ। ਸੋ 13ਵੀਂ ਤੇ ਜਿਹੜੀ ਆਪਣਾ 11ਵੀਂ ਤੇ ਜਿਹੜੀ ਇਹ 14ਵੀਂ ਆਇਤ, ਇਹਦੇ ਵਿੱਚ ਤੁਸੀਂ ਵੇਖੋਗੇ ਕਿ ਉਹ ਆਪਣੇ ਦੁਸ਼ਮਣਾਂ ਦੇ ਨਾਲ ਜਿਹੜਾ ਉਹਦਾ ਰਵੱਈਆ ਰਿਹਾ ਵੇ ਨਾ, ਉਹ ਉਹਨਾਂ ਨੂੰ ਦੋਸਤ ਸਮਝਦਾ ਹੀ, ਜਦ ਕਿ ਅੰਦਰੋਂ ਖਾਤੇ ਉਹ ਜੜ੍ਹਾਂ ਵੱਢਣ ਵਾਲੇ ਲੋਕ ਸਨ। ਠੀਕ ਹੈ ਨਾ। ਬਹੁਤ ਸਾਰੇ ਲੋਕ ਸਾਨੂੰ ਦੁਨੀਆ 'ਚ ਮਿਲਦੇ ਨੇ ਐਸੇ ਜਿਹੜੇ ਸਾਡੇ ਨਾਲ ਖਾਂਦੇ ਪੀਂਦੇ ਵੀ ਨੇ, ਹਮ ਪਿਆਲਾ ਹਮ ਨਵਾਲਾ, ਤੇ ਗੱਪਾਂ ਵੀ ਮਾਰਨੀਆਂ ਤੇ ਨਾਲ ਵੀ ਰਹਿਣਾ, ਤੇ ਲੇਕਿਨ ਅੰਦਰੋਂ ਅੰਦਰ ਤੁਹਾਡੇ ਖਿਲਾਫ ਕੀ ਕਰੀ ਜਾਂਦੇ ਨੇ। ਬਹੁਤ ਸਾਰੇ ਲੋਕ ਅਸੀਂ ਜ਼ਿੰਦਗੀ 'ਚ ਇਹੋ ਜਿਹੇ ਵੇਖਦੇ ਹਾਂ। ਔਰ ਉਹ ਮੈਂ ਤੁਹਾਨੂੰ ਦੱਸਿਆ, ਮੈਂ ਸ਼ਾਇਰ ਦਾ ਸ਼ੇਰ ਪਹਿਲਾਂ ਵੀ ਇੱਕ ਵਾਰੀ ਬੋਲਿਆ ਵੇ, ਉਹ ਇੱਕ ਸ਼ਾਇਰ ਨੇ ਕਿਹਾ ਸੀ ਨਾ ਕਿ ਖਾ ਕੇ ਤੀਰ ਜੋ ਦੇਖਾ ਕਮੀਨ ਗਾਹ ਕੀ ਤਰਫ, ਜਿੱਥੋਂ ਲੁਕ ਕੇ ਵਾਰ ਕਰਦੇ ਨੇ। ਆਂਦਾ ਜੀ ਤੀਰ ਖਾ ਕੇ ਮੈਂ ਵੇਖਿਆ ਕਿ ਆਏ ਕਿੱਥੋਂ ਨੇ ਆਏ, ਤਾਂ ਉਹਨੇ ਕਿਹਾ ਜੀ ਮੁੜ ਕੇ ਆਪਣੇ ਹੀ ਯਾरों से मुलाकात हो गई। तो ਵੇਖਿਆ ਤੇ ਮੇਰੇ ਆਪਣੇ ਹੀ ਯਾਰ ਪਿੱਛੇ ਤੀਰ ਕਮਾਨ ਲੈ ਕੇ ਖਲੋਤੇ ਹੋਏ ਸਨ। ਸੋ ਦਿਸ ਇਜ਼ ਵਾਟ ਡੇਵਿਡ ਇਜ਼ ਫੀਲਿੰਗ ਰਾਈਟ ਨਾਓ। ਔਰ ਉਹ ਫਿਰ ਖੁਦਾ ਜਿਹੜਾ ਵੇ ਨਾ ਆਪਣਾ ਮੁਕੱਦਮਾ ਪੇਸ਼ ਕਰਦਾ ਵੇ। ਉਹ ਫਿਰ ਜਿਹੜਾ ਵੇ ਨਾ ਲੇਕਿਨ 17ਵੀਂ ਤੇ 18ਵੀਂ ਆਇਤ ਬੜੀ ਇੰਪੋਰਟੈਂਟ ਹੈ, ਕਿਉਂਕਿ 17ਵੀਂ 18ਵੀਂ ਆਇਤ ਦੇ ਵਿੱਚ ਅਸੀਂ ਵੇਖਿਆ ਵੇ, ਖਾਸ ਤੌਰ 18ਵੀਂ ਆਇਤ ਦੇ ਵਿੱਚ ਉਹ ਕਹਿੰਦਾ ਜੀ ਖੁਦਾਵੰ ਤੂੰ ਜਦੋਂ ਮੈਨੂੰ ਵਿੰਡੀਗੇਟ ਕਰੇਂਗਾ, ਮੈਨੂੰ ਜਦੋਂ ਤੂੰ ਰਿਹਾਈ ਦੇਂਗਾ ਤੇ ਮੈਂ ਕੀ ਕਰਾਂਗਾ। ਖਾਸ ਤੌਰ ਤੇ 14ਵੀਂ ਆਇਤ ਦੇ ਵਿੱਚ ਨਹੀਂ 14ਵੀਂ ਆਇਤ ਦੇ ਵਿੱਚ ਤੋਂ ਕਹਿੰਦਾ ਜੀ ਕਿ ਉਹਨਾਂ ਨੇ ਮੈਨੂੰ ਮੈਂ ਆਪਣੀ ਮਾਂ ਲਈ ਜਿਵੇਂ ਮਾਤਮ ਕਰਦਾ ਵੇ। ਹਾਂ 18ਵੀਂ ਆਇਤ आंदा मैं बड़े मजमे में तेरी शुक्रगुजारी करूँगा, मैं बहुत से लोगों में तेरी सताइश करूँगा। मतलब देखो विंडिकेशन ਉਹਦੀ ਜਿਹੜੀ ਹੈ, ਰਿਹਾਈ ਜਿਹੜੀ ਹੈ, ਕੁਮਕ ਉਹਦੀ ਜਿਹੜੀ ਹੈ ਪ੍ਰਾਈਵੇਟਲੀ ਆ ਰਹੀ ਹੈ, ਲੇਕਿਨ ਉਹਦਾ ਜਿਹੜਾ ਗਵਾਹੀ ਹੈ, ਟੈਸਟੀਮਨੀ ਹੈ, ਵਿਟਨੈਸ ਜਿਹੜੀ ਹੈ ਨਾ ਉਹ ਪਬਲਿਕ ਵਿੱਚ ਦੇ ਰਿਹਾ ਵੇ। ਸੋ ਦੈਟ ਇਜ਼ ਐਕਚੁਅਲੀ ਕਾਈਂਡ ਆਫ ਮੈਂਡੇਟ ਜਿਹੜਾ ਖੁਦਾ ਦੇ ਲੋਕਾਂ ਨੂੰ ਮਿਲਿਆ ਵੇ ਕਿ ਅਸੀਂ ਸਾਡੀ ਜ਼ਿੰਦਗੀ 'ਚ ਆਉਣ ਵਾਲੀ ਹਰ ਬਲੈਸਿੰਗ, ਸਾਡੀ ਜ਼ਿੰਦਗੀ 'ਚ ਆਉਣ ਵਾਲੀ ਹਰ ਰਿਹਾਈ, ਡਿਲੀਵਰੈਂਸ ਕਿਸੇ ਵੀ ਤਰ੍ਹਾਂ ਦੀ ਜਿਹੜੀ ਖੁਦਾ ਸਾਨੂੰ ਦਿੰਦਾ ਵੇ, ਅਸੀਂ ਉਹਦਾ ਜਲਾਲ, ਉਹਦੀ ਜਿਹੜੀ ਵਿਟਨੈਸ ਹੈ ਖੁਦਾ ਦੇ ਨਾਮ ਦਈਏ। ਸੋ ਦੈਟਸ ਵੈਰੀ ਇੰਪੋਰਟੈਂਟ। ਭਾਵੇਂ ਅਸੀਂ ਪਰਸਨਲੀ ਜੋ ਮਰਜ਼ੀ ਕਰੀਏ, ਲੇਕਿਨ ਕਮਿਊਨਿਟੀ ਜਿਹੜੀ ਹੈ, ਪਬਲਿਕ ਜਿਹੜੀ ਹੈ, ਉਹਦੇ ਸਾਹਮਣੇ ਖੁਦਾ ਦੇ ਨਾਮ ਨੂੰ ਜਲਾਲ ਜਿਹੜਾ ਵੇ ਉਹ ਦੇਣਾ ਬਹੁਤ ਇੰਪੋਰਟੈਂਟ ਵਿੱਚ ਹੈ। ਇੱਕ ਦੇ ਵਿੱਚ ਉਹਨੇ ਵੇਖਿਆ, ਇੱਕ ਉਹਨੇ ਹੋਰ ਕਮਿਊਨਿਟੀ ਯੂਜ਼ ਕੀਤੀ ਹੈ ਜਿਹੜੀ ਉਹਦੇ ਖਿਲਾਫ ਗੱਲਾਂ ਕਰਦੀ। ਉਹ ਕੀ ਹੈ ਵਾਲਾ 15ਵੀਂ ਆਇਤ 'ਚ ਲਿਖਿਆ ਵੇ, ਪਰ ਜਬ ਮੈਂ ਲੰਗੜਾਣੇ ਲਗਾ ਤਾਂ ਉਹ ਖੁਸ਼ ਹੋकर ਇਕੱਠੇ ਹੋ ਗਏ। ਠੀਕ ਹੈ ਆਂਦਾ ਜੀ ਕਿ ਜਦੋਂ ਮੈਂ ਹਾਲੇ ਹਲਕਾ ਜਿਹਾ ਲੰਗੜਾਇਆ, ਮੈਂ ਡਿੱਗਾ ਨਹੀਂ ਹਾਲੇ ਮੈਂ ਕੀ ਹਾਂ, ਮੈਂ ਲੰਗੜਾਇਆ ਹੀ ਹਾਂ। ਠੀਕ ਹੈ ਨਾ। ਤੇ ਖੁਸ਼ ਹੋ ਕੇ ਮੇਰੇ ਖਿਲਾਫ ਇਕੱਠੇ ਹੋ ਗਏ। ਆਂਦਾ ਇੱਥੇ ਉਰਦੂ 'ਚ ਤੇ ਗਾਲੀ ਲਿਖੀ ਹੈ, ਆਂਦਾ ਕਮੀਨੇ ਮੇਰੇ ਖਿਲਾਫ ਇਕੱਠੇ ਹੁਏ ਔਰ ਮੁਝੇ ਮਾਲੂਮ ਨਾ ਥਾ। ਇਹਦਾ ਮਤਲਬ ਪੰਜਾਬੀ 'ਚ ਆਇਆ ਵੇ ਜਿਹਦਾ ਮੈਨੂੰ ਸਮਝ ਆਈਏ। ਉਹ ਕਹਿੰਦੇ ਜੀ ਕਿ ਈਵਨ ਉਹ ਵੀ ਲੋਕ ਜਿਹੜੇ ਮੈਨੂੰ ਜਾਣਦੇ ਹੀ ਨਹੀਂ, ਜਿਨ੍ਹਾਂ ਨੂੰ ਮੈਂ ਵੀ ਨਹੀਂ ਜਾਣਦਾ, ਉਹ ਵੀ ਈਵਨ ਇਕੱਠੇ ਹੋ ਗਏ ਨੇ ਕਿ ਯਾਰ ਆ ਵੇਖੋ ਤਮਾਸ਼ਾ ਬਣਾਓ ਇਹਦਾ। ਠੀਕ ਹੈ ਨਾ। सो कहते जी कि मालूम ना था उन्होंने मुझे फाड़ा। और बाज ने फाड़ने का मतलब की है, जो असी किसी को बैक बाइटिंग करने जो खिलाफ वो बंदा मौजूद नहीं होंगे तो खिलाफ गल्लां करने जो। ठीक है ना। और बाइबल मुकद्दस बार बार इस गुनाह नूं रिजेक्ट कर दी है और बड़ी कंडैम किया है खुदावन यसू मसीह ने भी और कलाम दे विच भी कि असी बहुतान ना लाइए, असी जिहड़ा बंदा मौजूद नहीं है उहदी ऐब जोई ना करिए। ठीक है। दैट इज़ नॉट अ क्रिश्चन वैल्यू। और वो गुनाह में जो सार ना बहुता पादरी करते हैं। मैं चूंकि आप ही पादरी हाँ, मैं अपने कबीले की गल ही करन दिया वा। वो गुनाह में जो सार ना बहुता पादरी करते हैं, जोड़ा पादरी मौजूद नहीं होएगा ना उन्होंने भंडी होणगे। भंडी का मतलब की भंड बन जाएंगे। ठीक है ना। उन्होंने भंडते हैं।
ਭੰਡ ਦਾ ਮਤਲਬ ਕੀ ਉਹਦਾ ਮਜ਼ਾਕ ਦਾ ਮਜ਼ਾਕ ਉਡਾਉਂਦੇ ਨੇ ਗੱਲਾਂ ਕਰਦੇ ਨੇ ਔਰ ਦਾਊਦ ਸੇਮ ਉਹ ਹੀ ਹਵਾਲਾ ਇੱਥੇ ਯੂਜ਼ ਕਰਦਾ ਵੀ ਆਂਦਾ ਹੈ ਜ਼ਿਆਫਤੋਂ ਕੇ ਬਦਤਮੀਜ਼ ਮਸਖਰੋਂ ਕੀ ਤਰ੍ਹਾਂ ਆਹ ਮਤਲਬ ਇੱਥੇ ਪੰਜਾਬੀ 'ਚ ਕੀ ਜ਼ਰਾ ਪੜ੍ਹੇ ਹਾਂ ਕੀ ਹੈ 16ਵੀਂ ਆਇਤ ਉਹਨਾਂ ਕਪਟੀਆਂ ਵਾਂਗੂ ਜਿਹੜੇ ਟੁੱਕੜ ਲਈ ਮਖੌਲ ਕਰਦੇ ਹਨ ਉਹਨਾਂ ਨੇ ਹਾਂਜੀ ਥੈਂਕ ਯੂ ਦੰਦ ਕਰੀ ਕਿਹੜੇ ਕਪਤੀਆਂ ਵਾਂਗੂ ਜਿਹੜੇ ਟੁੱਕਰ ਲਈ ਮਖੌਲ ਕਰਦੇ ਨੇ ਯਾਨੀ ਜਿਨ੍ਹਾਂ ਨੂੰ ਪੈਸੇ ਦੇ ਕੇ ਜਿਹੜੇ ਸਾਡੇ ਪਤਾ ਹੈ ਸਾਡੇ ਪਾਕਿਸਤਾਨ ਦੇ ਭੰਡ ਬੜੇ ਮਸ਼ਹੂਰ ਨੇ ਪੂਰੀ ਦੁਨੀਆ ਦੇ ਵਿੱਚ ਠੀਕ ਹੈ ਪਾਕਿਸਤਾਨ ਦੇ ਵਿੱਚ ਪ੍ਰਾਈਮ ਟਾਈਮ ਸ਼ੋਅ ਵੀ ਵਿੱਚ ਮਰਾਸੀ ਨਾ ਬੈਠੇ ਹੋਣ ਉਹਨੇ ਚਿਰ ਤੱਕ ਉਹਨਾਂ ਦਾ ਕੰਮ ਨਹੀਂ ਚੱਲਦਾ ਠੀਕ ਹੈ ਨਾ ਹਰ ਸ਼ੋਅ ਦੇ ਵਿੱਚ ਅਗਰ ਭੰਡ ਮਰਾਸੀ ਨਾ ਪਾਏ ਹੋਣ ਨਾ ਤਾਂ ਉਹਨਾਂ ਦਾ ਸ਼ੋਅ ਕਾਮਯਾਬ ਨਹੀਂ ਹੋ ਸਕਦਾ ठीक है सो दैट इज एक्चुअली दे आर टॉकिंग अबाउट कि ज़ियाफ़तों के बदतमीज़ मस्खरों की तरह और कई पादरी भी भंडपुना करते हैं बड़ा ज़्यादा तो वेख्या होगा एवें लोगों को साणगे एवें लोगों को जोक सुनाई जाएंगे एवें करी जाएंगे मतलब आई एम नॉट सेइंग कि तुहानूं खुश नहीं होना चाहिए हंसना नहीं चाहिए गो अहेड लेकिन वट इज़ द एटीट्यूड एंड वट यू आर डूइंग दैट्स वेरी इंपॉर्टेंट ਉਹ ਕੀ ਕਹਿ ਰਿਹਾ ਵੇ ਕਿ ਮੇਰੇ ਉਹਨਾਂ ਖਿਲਾਫ ਮੈਨੂੰ ਫਾੜਿਆ ਮੇਰੇ ਖਿਲਾਫ ਐਬਜੋਈ ਕੀਤੀ ਮੇਰੇ ਖਿਲਾਫ ਗੱਲਾਂ ਕੀਤੀਆਂ ਔਰ ਉਹਨਾਂ ਨੂੰ ਰਿਲੇਟ ਕਿਤਨਾ ਕਰਨ ਡਿਆ ਵੇ ਜ਼ਿਆਫਤੋਂ ਕੇ ਬਦਤਮੀਜ਼ ਮਸਖਰੋਂ की तरह ठीक है उन्होंने मेरा नाराज करना पर मैं की करांगा मैं बड़े मजमे में तेरी शुक्रगुजारी करूंगा मैं बहुत से लोगों में तेरी सताइश करूंगा ਇਹ ਉਹਦਾ ਰਿਸਪੌਂਸ ਹੈ ਠੀਕ ਹੈ ਜੀ ਅੱਗੇ ਜੀ ਜਿਹੜਾ ਇਹਦੇ ਵਿੱਚ ਮੈਂ ਆਖਰੀ ਪੁਆਇੰਟ ਤੁਹਾਨੂੰ ਦੱਸਣਾ ਚਾਹ ਰਿਹਾ ਵਾਂ ਉਹ ਹੈ ਵੇ ਕਿ ਦਾਊਦ ਜਿਹੜਾ ਵੇ ਉਹ ਆਪਣੀ ਜਿਹੜੀ ਰਿਕੁਐਸਟ ਉਹਦੀ ਹੈ ਨਾ ਆਪਣੇ ਦੁਸ਼ਮਣਾਂ ਦੇ ਖਿਲਾਫ ਉਹਨੂੰ ਉਹ ਦੁਬਾਰਾ ਰਿਪੀਟ ਕਰਦਾ ਵੇ ਤੁਸੀਂ ਅਗਰ ਵੇਖੋਗੇ 26 ਆਇਤ ठीक है 26 आयत में लिखा जी वो कहते हैं कि जो मेरे नुकसान से खुश होते हैं वो बाहम शर्मिंदा और परेशान हों जो मेरे मुकाबले में तकब्बुर मेरे ਜਿਹੜੇ ਆਪਣੀ ਵਡਿਆਈ ਕਰਦੇ ਨੇ ਆਪਣੇ ਆਪ ਨੂੰ ਬੜਾ ਵੱਡਾ ਬਣਾਉਂਦੇ ਨੇ वो शर्मिंदगी और रसवाई से मुलब्बस हों सेम कॉन्सैप्ट ਜਿਹੜਾ ਵੇ ਤੁਹਾਨੂੰ ਚੌਥੀ ਆਇਤ 'ਚ ਮਿਲਣ ਡਿਆ ਵੇ जो मेरी जान के ख्वाह हैं वो शर्मिंदा और रसवा हों तो शर्मिंदगी रसवाई ਉਹਨਾਂ ਤੇ ਆਏ ਔਰ ਕਹਿੰਦਾ ਜੋ ਮੇਰੇ ਮੁਕਾਬਲੇ 'ਚ ਨੇ ਖੁਦਾਵੰਦ ਤੂੰ ਉਹਨਾਂ ਤੇ ਆਪਣੀ ਸ਼ਰਮਿੰਦਗੀ ਰਸਵਾਈ ਕਰ ਸੋ ਬਜਾ ਇਹ ਤੋਂ ਪਹਿਲਾਂ ਕਿ ਮੈਂ ਆਖਰੀ ਜਿਹੜਾ ਕਨਸੈਪਟ ਹੈ ਉਹ ਤੁਹਾਡੇ ਸਾਹਮਣੇ ਰੱਖਾਂ 28 ਆਇਤ ਦੇ ਵਿੱਚੋਂ ਚੌਹਾਨ ਸਾਹਿਬ ਦੇ ਕੋਲ 3 ਹਿੱਸੇ ਹੋਰ ਨੇ ਐਸ ਜ਼ਬੂਰ ਦੇ ਮੈਂ ਰਿਕੁਐਸਟ ਕਰਾਂਗਾ ਕਿ ਸਾਨੂੰ ਇੱਕ ਸਥਾਈ ਅੰਤਰਾੜ ਹੈ ਨਾ ਉਹ ਉਹਨਾਂ ਦਾ ਜ਼ਰਾ ਸਾਨੂੰ ਗਾ ਕੇ ਸੁਣਾ ਥੈਂਕ ਯੂ ਜੀ ਐਕਚੁਅਲੀ 4 ਹਿੱਸੇ ਨੇ ਹੋਰ ਤੇ ਮੈਂ ਸਾਰੇ ਜਿਹੜੇ ਬਾਕੀ ਦੇ ਨੇ ਉਹਨਾਂ ਦੇ 3 ਹਿੱਸੇ ਮੈਂ ਸੁਣਾਣਾ बल्कि दो सुनाना फिर 2 एंड च कर लांगे ठीक है जी हिस्सा 3 मेरे उत्ते सब मिलके झूठे उठे हैं गवाह मेरे उत्ते सब मिलके झूठे उठे हैं गवाह मेरे उत्ते सब मिलके झूठे हण गवा पुछण मैथों ओ सवाल जेड़ा मैं ना जानदा सां मेरे उत्ते सब मिलके बदले मेरे नेकी दे मेरा कर दे हण नुकसान मैनू दुख पहुंचांदे हण बेकस छड़े मेरी जान मेरे उत्ते सब मिलके ऐसी तीसरा हिस्सा चौथा हिस्सा है मैनू वेख मुसीबत विच मैनू वेख मुसीबत विच खुशियां करनी इकट्ठे हो मैनू वेख मुसीबत विच खुशियां करनी इकट्ठे हो मैनू जद ना खबर सी मेरे ते चढ़ आए हो मैनू वेख मुसीबत विच खुशियां करनी इकट्ठे हो ते ज़बूर 35 दा हिस्सा 5 खुश ना रहन जो मेरे नाल खुश ना रहन जो मेरे नाल ना हक वैर कमांदे हैं
खुश ना रहन जो मेरे नाल ना हक वैर कमांदे हैं मेरे वल्लों अखियां मार गल्ला कर दे जांदे हैं खुश ना रहन जो मेरे नाल ना हक वैर कमांदे हैं। ਇਹਦਾ 6ਵਾਂ ਹਿੱਸਾ ਫਿਰ ਐਂਡ ਚ Okay। ਕਰਾਂਗੇ। ਥੈਂਕ ਯੂ ਵੈਰੀ ਮਚ ਚੌਹਾਨ ਸਾਹਿਬ। ਔਰ ਤੁਹਾਨੂੰ ਵੇਖਿਆ ਜੀ ਕਿ ਕਿੱਡੇ ਇਮੋਸ਼ਨਲ ਔਰ ਕਿੱਡੇ ਮਤਲਬ ਸਾਡਾ ਜਿਹੜਾ ਦੇਸੀ ਰਾਗ ਜ਼ਬੂਰਾਂ ਦੇ ਨੇ ਪੰਜਾਬੀ, ਪਾਦਰੀ ਮਾਮਦੀਨ ਸ਼ਵਾਜ਼ ਔਰ ਉਹਨਾਂ ਦੀ ਟੀਮ ਨੇ ਜਿਹੜਾ ਟਰਾਂਸਲੇਟ ਕੀਤੇ ਔਰ ਫਿਰ ਰਾਧਾ ਕਿਸ਼ਨ ਸਾਹਿਬ ਨੇ ਕੰਪੋਜ਼ ਕੀਤੇ, ਮਤਲਬ ਦੇ ਆਰ ਸਟਿਲ ਪਾਵਰਫੁਲ। ਸਾਡਾ ਇੱਕ ਪਰਪਸ ਇਹ ਵੀ ਹੈ ਕਿ ਤੁਸੀਂ ਓਰੀਜਨਲ ਤੋਂ ਨਾ ਵੀ ਸੁਣ ਸਕੋ, ਗਾ ਸਕੋ, ਔਰ ਤੁਹਾਨੂੰ ਅਗਰ ਖੁਦਾ ਤੌਫੀਕ ਦੇ ਇਹਨਾਂ ਨੂੰ ਅੱਗੇ ਪਬਲਿਸ਼ ਕਰਨ ਦੀ, ਪ੍ਰੋਪਰ ਤਰੀਕੇ ਨਾਲ ਪ੍ਰੋਡਿਊਸ ਕਰਨ ਦੀ, ਗੋ ਅਹੈਡ। ਓਕੇ ਜੀ, ਆਖਰੀ ਹੈ ਜਿਹੜੀ ਹੈ ਨਾ, ਦੈਟਸ ਵੈਰੀ ਇੰਪੋਰਟੈਂਟ, ਜਿਹੜੇ ਮੈਂ ਫਾਈਨਲ ਥਾਟ ਦੇ ਨਾਲ ਮੈਂ ਇਹਨੂੰ ਵਾਈਂਡ ਅਪ ਕਰਾਂਗਾ। ਉਹ ਕਹਿ ਰਿਹਾ ਜੀ ਕਿ 17ਵੀਂ ਆਇਤ 'ਚ ਕਹਿੰਦਾ ਜੀ, ਜੋ ਮੇਰੇ सच्चे मामले की तायद करते हैं वो खुशी से ललकारें और शाद हों, वो सदा ये कहें खुदावंद की तमजीद हो। ठीक है, मतलब सदा मतलब नैवर एंडिंग प्रेज। इनू असी ना अपनी टैक्नीकल लैंग्वेज के ना डॉक्सोलॉजी का मतलब है कि इबादत जिहड़ी है वो खुदा की तमजीद और खुदा की वडियाई दे नाल खत्म होए। हर जबूर दा हर किताब जिहड़ी तुसीं वेखोगे दाऊद दी, हर जबूर ते नहीं लेकिन हर किताब पंज ਦੀਆਂ ਪੰਜ ਹੀ ਕਿਤਾਬਾਂ ਜਿਹੜੀਆਂ ਨੇ, ਹਰ ਇੱਕ ਦਾ ਐਂਡ ਜਿਹੜਾ ਵੇ ਡੌਕਜ਼ੋਲੋਜੀ, ਖੁਦਾ ਦੀ ਤਮਜੀਦ, ਖੁਦਾ ਦੀ ਗ੍ਰੈਂਡੀਅਰ ਔਰ ਖੁਦਾ ਦਾ ਜਿਹੜਾ ਬੜਾ ਹੱਥ ਵਧਿਆ ਨਾ ਉਹਦੇ ਨਾਲ ਹੁੰਦੀ ਹੈ ਕਿ ਅਸੀਂ ਲਲਕਾਰਾਂਗੇ ਤੇ ਸ਼ਾਦ ਹੋਵਾਂਗੇ ਔਰ ਸਦਾ ਅਸੀਂ ਖੁਦਾ ਦੀ ਕੀ ਕਰਾਂਗੇ, ਤਮਜੀਦ ਕਰਾਂਗੇ। ਜਿਹੜਾ ਅੱਗੇ ਆਖਰੀ ਆਇਤ ਦੇ ਵਿੱਚ ਕਨਸੈਪਟ ਨਾ ਬੜਾ ਇੰਪੋਰਟੈਂਟ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ। ਬਾਜ਼ ਲੋਕ ਨਾ ਅਸੀਂ ਕਹਿੰਦੇ ਜੀ ਕਿ ਅਗਰ ਅਸੀਂ ਮਾੜੇ ਹਾਂ, ਅਗਰ ਅਸੀਂ ਕਮਜ਼ੋਰ ਹਾਂ ਔਰ ਅਗਰ ਸਾਡੀ ਜ਼ਿੰਦਗੀ 'ਚ ਬਲੈਸਿੰਗ ਕੋਈ ਨਹੀਂ ਹੈ ਤੇ ਜੀ ਖੁਦਾ ਦੀ ਮਰਜ਼ੀ ਹੀ। ਨੋ ਖੁਦਾ ਦੀ ਮਰਜ਼ੀ ਕੀ ਹੈ ਤੁਹਾਨੂੰ ਮੈਂ ਮਹਾਨ ਲਗਾਉਣ ਦੇ ਵਿੱਚ, ਉਹ ਕੀ ਹੈ? लिखा जी, वो सदा ये कहें खुदावन की तमजीद हो जिसकी खुशनुदी अपने बंदे की इकबाल मंदी में है। मतलब खुदा किहड़ी गल तो खुश हुंदा वे, ਜਦੋਂ खुदा ਦੇ ਲੋਕ ਕੀ ਹੁੰਦੇ ਨੇ, ਜਦੋਂ ਸਿਰ ਹੁੰਦੇ ਨੇ, ਜਦੋਂ खुदा ਦੇ ਲੋਕ ਸਰਫਰਾਜ਼ ਹੁੰਦੇ ਨੇ, ਜਦੋਂ खुदा ਦੇ ਲੋਕ ਜਿਹੜੇ ਨਾ ਉਹ ਹਮੇਸ਼ਾ ਆਪਣੇ ਦੁਸ਼ਮਣਾਂ ਤੇ ਕਾਮਯਾਬ ਹੁੰਦੇ ਨੇ। खुदा ਉਹਨਾਂ ਨੂੰ ਜਦੋਂ ਕਾਮਯਾਬੀ ਦਿੰਦਾ, ਸਕਸੈਸ ਦਿੰਦਾ ਵੇ ਲਾਈਫ ਦੇ ਵਿੱਚ, ਦੈਟਸ ਵੈਨ ਗॉड ਡਿਲਾਈਟਡ। ਪੰਜਾਬੀ ਜਰਾ ਪੜ੍ਹੋ ਹਾਂ ਜੀ 27ਵੀਂ ਆਇਤ ਦਾ ਆਖਰੀ ਲਾਈਨ ਜਿਹੜੀ ਹੈ, ਬਲਕਿ ਪੂਰੀ ਹੈ 3 ਆਇਤਾਂ ਪੜ੍ਹਦੇ ਹੋ ਕਿਹੜੀਆਂ ਨੇ 27ਵੀਂ ਦੀਆਂ। ਜਿਹੜੇ ਮੇਰੇ ਧਰਮ ਤੋਂ ਪ੍ਰਸੰਨ ਹਨ ਉਹ ਜੈ ਜੈਕਾਰ ਅਤੇ ਆਨੰਦ ਕਰਨ। ਉਹ ਸਦਾ ਆਖਦੇ ਜਾਣ ਪਈ ਯਹੋਵਾ ਦੀ ਵਡਿਆਈ ਹੋਵੇ, ਜਿਹੜਾ ਆਪਣੇ ਦਾਸ ਦੀ ਸੁੱਖ ਤੋਂ ਪ੍ਰਸੰਨ ਹੈ। ਹੇਅਰ ਯੂ ਗੋ, ਜਿਹੜਾ ਆਪਣੇ ਦਾਸ ਦੀ ਸੁੱਖ ਤੋਂ ਕੀ ਹੈ ਜੀ, ਪ੍ਰਸੰਨ, ਖੁਸ਼। ਤੁਹਾਡੇ ਕੋਲ ਸਿਸਟਰ ਜੋਤੀ ਸੇਮ ਆਏ ਤੇ ਜੋ ਮੇਰੇ ਛੁਟਕਾਰੇ ਦੀ ਚਾਹ ਕਰਦੇ ਹਨ ਉਹ ਖੁਸ਼ ਅਤੇ ਆਨੰਦਿਤ ਹੋਣ ਅਤੇ ਕਹਿਣ, ਪ੍ਰਭੂ ਮਹਾਨ ਹੈ, ਉਹ ਆਪਣੇ ਸੇਵਾਦਾਰਾਂ ਦੀ ਭਲਾਈ ਤੋਂ ਖੁਸ਼ ਹੈ। ਆਪਣੇ ਸੇਵਾਦਾਰਾਂ ਦੀ ਭਲਾਈ ਤੋਂ ਕੀ ਹੈ ਜੀ, ਖੁਸ਼ ਹੈਗਾ। ਸੋ ਖੁਦਾ ਇਸ ਗੱਲ ਤੋਂ ਖੁਸ਼ ਨਹੀਂ ਹੁੰਦਾ ਕਿ ਤੁਸੀਂ ਹਮੇਸ਼ਾ ਪੁੱਛ ਵਾਲੀ ਬਣੇ ਰਹੋ ਕਿਸੇ ਦੀ, ਠੀਕ ਹੈ, ਔਰ ਤੁਸੀਂ ਜਨਾਬ ਹਮੇਸ਼ਾ ਆਪਣੇ ਆਪ ਨੂੰ ਡੀਗ੍ਰੇਡ ਕਰਦੇ ਰਹੋ ਇਸਰਾਈਲੀਆਂ ਵਾਂਗੂ। ਅਸੀਂ ਟਿੱਡੇ ਹਾਂ ਜੀ, ਉਹ ਤੇ ਬੜੇ ਜਾਇੰਟ ਨੇ ਜੀ, ਬੜੇ ਦੇਵਕਾ ਮਤਲਬ ਨਾ, ਅਸੀਂ ਕੀ ਜੀ, ਸਾਡੇ ਕੋਲ ਕੀ ਜੀ, ਅਸੀਂ ਤੇ ਐਵੇਂ ਰੁਲ ਗਏ ਤੇ ਮਰ ਗਏ ਤੇ ਭੈੜਾ ਹਾਲ ਮੰਦੇ ਦਿਹਾੜੇ। ਨੋ, ਦੈਟਸ ਨਾਟ ਅ ਕੇਸ। ਖੁਦਾ ਦੀ ਖੁਸ਼ੀ, ਖੁਦਾ ਦੀ ਖੁਸ਼ਨੂਦੀ ਕਿਹਦੇ ਵਿੱਚ? ਜਦੋਂ ਖੁਦਾ ਦੇ ਬੰਦੇ, ਖੁਦਾ ਦੇ ਸੇਵਕ, ਖੁਦਾ ਦੇ ਲੋਕ ਜਦੋਂ ਕੀ ਹੁੰਦੇ ਨੇ, ਵੈਨ ਦੇ ਸਕਸੈਸ, ਵੈਨ ਦੇ ਐਕਸੈਲ in their work, in their job, in their life, in their family. So that is where God delighted, खुदा खुश ਹੁੰਦਾ ਵੇ। ठीक है जी, और तब मेरी ज़ुबान तेरी सदाकत का जिक्र होगा और दिन भर तेरी तारीफ होगी। ठीक है जी, खुदावंद ਦੀ ਹਮਦੋ ਸਨਾ ਕਰਨਾ, खुदावंद ਦੀ ਪ੍ਰਸਤਿਸ਼ ਕਰਨਾ। ਕਿਉਂ? ਉਹਦੀ ਵਜ੍ਹਾ ਹੈ ਕਿ ਖੁਦਾ ਸਾਡੇ ਮੁਕੱਦਮੇ ਨੂੰ ਆਪ ਲੈ ਲੈਂਦਾ ਵੇ, ਉਹ ਸਾਡੇ ਵਾਸਤੇ ਆਪ ਲੜਦਾ ਵੇ। ਖੁਦਾ ਦੇ ਜਿਹੜੇ ਹਥਿਆਰ ਨੇ, ਰਾਸਤਬਾਜ਼ੀ, ਸਦਾਕਤ, ਸੱਚਾਈ, ਉਹ ਖੁਦਾ ਜਦੋਂ ਇੰਟਰਵੀਨ ਕਰਦਾ ਵੇ ਤੇ ਫਿਰ ਜਿਹੜੇ ਮੰਜੀ ਮੀਟਿੰਗਾਂ ਕਰਨ ਵਾਲੇ, ਜੜ੍ਹਾਂ ਵੱਢਣ ਵਾਲੇ ਤੇ ਪਿੱਛੋਂ ਬੈਕ ਬਾਈਟਿੰਗ ਕਰਨ ਵਾਲੇ, ਐਬਜੋਈ ਕਰਨ ਵਾਲੇ ਨਾ, ਉਹਨਾਂ ਨੂੰ ਫਿਰ ਖੁਦਾ ਆਪ ਹੀ ਕਿਸੇ ਵੇਲੇ ਲਾ ਦਿੰਦਾ ਵੇ। ਉਹ ਫਿਰ ਇੰਝ ਹੀ ਉੱਡਦੇ ਨੇ ਜਿਵੇਂ ਤੂੜੀ ਜਿਹੜੀ ਨਾ ਉਹ ਵਗਦੀ ਹੈ। ਠੀਕ ਹੈ ਨਾ, ਜਿਹੜਾ ਥਿਓਲੋਜੀਕਲ ਇੱਥੇ ਜਿਹੜਾ ਇੱਕ ਪ੍ਰੋਬਲਮ ਹੈ ਉਹ ਕੀ ਹੈ ਕਿ ਜੀ ਕ੍ਰਿਸਚਨ ਹੁੰਦਿਆਂ ਕੀ ਸਾਨੂੰ ਆਪਣੇ ਦੁਸ਼ਮਣਾਂ ਵਾਸਤੇ ਇਹੋ ਜਿਹੀ ਦੁਆ ਕਰਨੀ ਚਾਹੀਦੀ ਹੈ? ਦੈਟਸ ਅ ਬਿਗ ਕੁਐਸਚਨ। ਠੀਕ ਹੈ, ਇਹਦਾ ਜਵਾਬ ਜਿਹੜਾ ਵੇ ਉਹ ਅਸੀਂ ਨਵੇਂ ਆਦਮੀ 2 ਹਵਾਲੇ ਸਿਰਫ ਵੇਖਾਂਗੇ, ਲਾਸਟ ਵਾਲਾ ਯਾਦ। ਇੱਕ ਹਵਾਲਾ ਕੱਢੋ ਜੀ, ਮੱਤੀ ਦੀ ਇੰਜੀਲ ਉਹਦਾ 5ਵਾਂ ਬਾਬ ਤੇ 43 ਤੇ 44 ਆਇਤ। ਦੂਜਾ ਕੱਢੋ ਜੀ, ਇੱਕ ਜਣਾ ਕੱਢ ਲਏ ਰੋਮਨਸ 12ਵਾਂ ਬਾਬ ਤੇ ਉਹਦੀ 14 ਆਇਤ। ਸਿਸਟਰ ਜੋਤੀ ਤੁਸੀਂ ਰੋਮੀਓ ਕੱਢ ਲਓ 12-14, ਅੰਕਲ ਜੋਸ਼ੂਆ ਤੁਸੀਂ ਮੱਤੀ ਪੜ੍ਹ ਲਓ। ਮੱਤੀ ਦੀ ਅੰਜੀਲ ਉਹਦਾ 5 ਬਾਬ ਤੇ ਉਸ ਦੀ 44 ਆਇਤ। ਹਾਂਜੀ, ਬਲਕਿ 43 ਤੋਂ ਪੜ੍ਹ ਲਓ। ਅੱਛਾ,
तुसा सुनिया है जो ये कहा गया सी कि तू अपने गुआंढी नाल प्यार कर अते अपने वैरी नाल वैर रख, पर मैं तेनू आखदा हां भई अपने वैरियां नाल प्यार करो अते जो तुहानू सताउण ਉਹਨਾਂ ਲਈ प्रार्थना करो। ਓਕੇ ਹੇਅਰ ਯੂ ਗੋ। ਕਿਉਂ ਪ੍ਰਾਰਥਨਾ? ਜਿਵੇਂ ਦਾਊਦ ਨੇ ਪ੍ਰਾਰਥਨਾ ਕੀਤੀ ਹੈ ਨਾ, ਵੇਖੋ ਦਾਊਦ ਨੇ ਆਪੀ ਕੁਝ ਨਹੀਂ ਕੀਤਾ। ਉਹਨੇ ਕੀ ਕੀਤਾ? ਉਹਨੇ ਪ੍ਰਾਰਥਨਾ ਕੀਤੀ ਹੈ, ਦੁਆ ਕੀਤੀ ਹੈ ਕਿ ਖੁਦਾਵੰਦ ਆਪਣੇ ਫਰਿਸ਼ਤੇ ਘੱਲ ਤੇ ਇਹਨਾਂ ਨੂੰ ਇੰਜ ਹੰਕਾ ਜਿਵੇਂ ਡੰਗਰ ਹੰਕਾਈਦੇ ਨੇ। ਠੀਕ ਹੈ, ਜਿਵੇਂ ਤੂੜੀ ਉੱਡ ਜਾਂਦੀ ਹੈ ਨਾ, ਤੂੰ ਇੰਜ ਹੰਕਾ ਇਹਨਾਂ ਨੂੰ। ਸੋ ਦੈਟਸ ਵਾਟ ਵੀ ਆਰ ਕਾਲਡ ਟੂ ਡੂ, ਕਿ ਅਸੀਂ ਖੁਦਾ ਕੋ ਕੀ ਕਰੀਏ? ਦੁਆ ਕਰੀਏ। ਹੁਣ ਦੁਆ ਤੁਹਾਂ ਕੀ ਕਰਨੀ ਹੈ? ਤੁਹਾਂ ਉਹਨੂੰ ਤੂੜੀ ਅੰਗਰੂ ਉਡਾਉਣਾ ਵੇ ਕਿ ਉਹਨੂੰ ਫੌਜੀਆਂ ਅੰਗਰੂ ਹੰਕਾਣਾ ਵੇ ਕਿ ਉਹਨੂੰ ਸੱਪ ਅੰਗਰੂ ਟਰਾਣਾ ਵੇ? ਇਹ ਤੁਹਾਡੀ ਤੇ ਉਹਦਾ ਮਾਮਲਾ ਬਾਈ। ਦੁਆ ਤੁਹਾਂ ਕੀ ਕਰਨੀ ਹੈ, ਬਟ ਬੀ ਕੇਅਰਫੁਲ ਵਾਟ ਯੂ ਆਰ ਪ੍ਰੇਇੰਗ। ਦੂਸਰਾ ਵਾਲਾ ਜੀ, मैं पढ़ूंगी रोम दा पत्र ओदा 12 बाय ओदी 14 है। अपने सताउण वालियां नू आशीर्वाद देवो ना कि श्राप। ਠੀਕ ਹੈ ਜੀ। ਪੌਲੁਸ ਕੀ ਕਹਿੰਦੇ ਨੇ ਜੀ? ਉਹਨਾਂ ਨੂੰ ਕੀ ਦੇਵੋ? ਬਰਕਤ ਚਾਹੋ, ਆਸ਼ੀਰਵਾਦ ਦੇਵੋ। ਠੀਕ ਹੈ, ਨਾ ਕਿ ਸ਼ਰਾਪ। ਠੀਕ ਹੈ ਜੀ। ਸੋ ਉਹਨਾਂ ਨੂੰ ਬਦਦੁਆ ਨਾ ਦੇਵੋ। that has been told, that has been guided। ਖੁਦਾ ਸਾਨੂੰ ਸਾਰਿਆਂ ਨੂੰ ਇਸ ਕੰਮ ਤੇ, ਇਸ ਐਡਵਾਈਸ ਤੇ ਔਰ ਇਸ ਖੁਦਾ ਦੇ ਕਲਾਮ ਦੇ ਉੱਤੇ ਅਮਲ ਕਰਨ ਦੀ ਤੌਫੀਕ ਬਖਸ਼ੇ। ਆਮੀਨ ਜੀ। ਚੌਹਾਨ ਸਾਹਿਬ ਆਖਰੀ ਪਾਠ जी। आखिरी हिस्सा जो 6वां हिस्सा इस ज़बूर दा है वो है या रब तू सच्चाई नाल बंदे दी अदालत कर। जिस तरह के तुसी क्या वो अदालत इस तरह खुदा दे सामने कहंदा करन वास्ते, ये नहीं कहंदा कि मैं बदल लांगा, बल्कि खुदा मैनू कहंदा कि तू मेरी अदालत कर। या रब तू सच्चाई नाल बंदे दी अदालत कर। या रब तू सच्चाई नाल बंदे दी अदालत कर। कदी ना होवन दे खुश मेरे वैरी मेरे पर। कदी ना होवन दे खुश मेरे वैरी मेरे पर। या रब तू सच्चाई नाल बंदे दी अदालत कर। ओ ना दिल विच आखणे आह एहो चाहंदे सां। ओ ना दिल विच आखणे आह एहो चाहंदे सां। कीता असां उस नू चट एसो आसमानां दे सां। कीता असां ओनू चट एहो आसमानां दे सां। या रब तू सच्चाई नाल बंदे दी अदालत कर। या रब तू सच्चाई नाल बंदे दी अदालत कर। आमीन। ਆਮੀਨ। ਥੈਂਕ ਯੂ ਪਾਸਟਰ ਜੀ, ਥੈਂਕ ਯੂ ਕਾਸ਼ਿਸ਼ ਜੀ ਸਾਨੂੰ ਇੱਕ ਇਹਦੇ ਕੰਪੋਜੀਸ਼ਨ ਸੁਣਾਉਣ ਲਈ, ਤੇ ਥੈਂਕ ਯੂ ਭਾਈ ਸਾਹਿਬ ਜੀ ਸਾਨੂੰ ਇੱਥੇ ਵਚਨ ਦੇਣ ਦੇ ਲਈ। ਤੇ ਹੁਣ ਮੈਂ ਰਿਕੁਐਸਟ ਕਰਾਂਗੀ ਸਿਸਟਰ ਜੋਤੀ ਜੀ ਨੂੰ ਕਿ ਉਹ ਸਾਨੂੰ ਇੱਥੇ ਰਿਫਲੈਕਸ਼ਨ ਦੇਣ। पर फिर सारे जय मसीह दी रिफ्लैक्शन असी पास्टर जी को बहुत वधिया सुनी, क्योंकि जबूर इन्ना पावरफुल है। जब असी जबूर गाउने भी हैं तो सानू गाउण विच भी बहुत पावरफुल लगदे ने, जिहड़े साडी हमेशा साडी जदों असी किसी परेशानी च हुंदे आ जां प्रभु दी मदद लई जां असी ਜਿਹੜੇ ਜ਼ਬੂਰ ਜਿੰਨੇ ਵੀ ਜ਼ਬੂਰ ਹੁੰਦੇ ਸਾਰੀ ਪ੍ਰਾਰਥਨਾ ਦੇ ਤੌਰ ਤੇ ਦਾਊਦ ਨੇ ਲਿਖੇ ਹਨ। ਅੱਜ ਤੱਕ ਜਿਹੜਾ ਜ਼ਬੂਰ ਹੈ ਬਾਕੀ ਅਸੀਂ ਜੇ ਅਸੀਂ ਆਪਣੇ ਤੇ ਲਈਏ ਉਸਨੂੰ, ਕਿ ਬਹੁਤ ਸਾਰੇ ਲੋਕ ਐਸੇ ਹੁੰਦੇ ਹਨ ਸਾਡੇ ਆਲੇ ਦੁਆਲੇ ਜੋ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਲਈ ਚੰਗਾ ਸੋਚਦੇ ਆ ਕਿ ਸਾਡੇ ਲਈ ਮਾੜਾ ਸੋਚਦੇ ਆ। ਲੇਕਿਨ ਕਿਸੇ ਨੂੰ ਬੁਰਾ ਕਹਿਣ ਦੀ ਬਜਾਏ ਮੇਰਾ ਸੋਚਣਾ ਤੇ ਇਹੀ ਹੈ ਕਿ ਖੁਦਾਵੰਦ ਜਿਸ ਤਰ੍ਹਾਂ ਦਾਊਦ ਨੇ ਪ੍ਰਭੂ ਦੇ ਉੱਤੇ ਛੱਡਿਆ ਕਿ ਖੁਦਾਵੰਦ ਤੂੰ ਹੀ ਸਭ ਕੁਝ ਦੇਖ ਸਕਦਾ ਹੈ, ਤੂੰ ਹੀ ਮੇਰਾ ਬਦਲਾ ਲੈ ਸਕਦਾ। ਅਸੀਂ ਬਦਲਾ ਲੈਣ ਵਾਲੇ ਕੌਣ ਹੁੰਦੇ ਆ? ਅਸੀਂ ਤਾਂ ਪ੍ਰਭੂ ਦੇ ਬਚਨ ਨੂੰ ਅਗਰ ਸ਼ੇਅਰ ਕਰਦੇ ਹਾਂ ਤੇ ਸਾਨੂੰ ਉਹ ਚੀਜ਼ਾਂ ਸਾਡੇ ਲਈ ਚੰਗੀਆਂ ਵੀ ਨਹੀਂ ਆ ਕਿ ਅਸੀਂ ਉਹਨਾਂ ਨੂੰ ਗਲਤ ਬੋਲੀਏ ਜਾਂ ਕੁਝ ਕਰੀਏ। ਲੇਕਿਨ ਖੁਦਾਵੰਦ ਸਭ ਕੁਝ ਦੇਖਦਾ ਹੈ, ਜਿਸ ਤਰ੍ਹਾਂ ਇਸ ਦੀ 22ਵੀਂ 23ਵੀਂ 24ਵੀਂ ਆਇਤ ਵਿੱਚ ਲਿਖਿਆ ਹੈ, ਪਰ हे प्रभु तू सब कुछ देख चुका है, चुप ना रहे, तू मेरे तो दूर ना हो। हे परमेश्वर प्रभु तू मेरा न्याय कर। खुदावंद ने क्या कि ਤੁਹਾਡਾ ਤੁਸੀਂ ਬਦਲਾ ਨਹੀਂ, ਤੁਸੀਂ ਆਪਣਾ ਚੰਗੇ ਕੰਮ ਕਰੋ ਜਿਸ ਤਰ੍ਹਾਂ ਵੀ ਹੈ। ਬਦਲਾ ਲੈਣਾ ਮੇਰਾ ਕੰਮ ਹੈ, ਕਿਉਂਕਿ ਪ੍ਰਭੂ ਨੇ ਸਾਨੂੰ ਉਹ ਹੱਕ ਨਹੀਂ ਦਿੱਤਾ ਕਿ ਅਸੀਂ ਆਪਣੀ ਜ਼ੁਬਾਨ ਤੋਂ ਗਲਤ ਬੋਲੀਏ ਕਿਸੇ ਨੂੰ। ਬਹੁਤ ਸਾਰੇ ਲੋਕ ਹੈ ਜੋ ਸਾਡਾ ਚੰਗਾ ਵੀ ਸੋਚਦੇ ਹਨ, ਜੋ ਸਾਡਾ ਮਾੜਾ ਵੀ, ਲੇਕਿਨ ਖੁਦਾਵੰਦ ਸਾਰਿਆਂ ਦਿਲਾਂ ਤੇ ਗੁਰਦਿਆਂ ਨੂੰ ਪ੍ਰਭੂ ਹੀ ਜਾਣਦਾ ਹੈ, ਅਸੀਂ ਨਹੀਂ ਜਾਣਦੇ। ਇਨਸਾਨ ਹੋਣ ਦੇ ਨਾਤੇ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਵੀ ਹਨ, ਲੇਕਿਨ ਪ੍ਰਭੂ ਦੇ ਵਚਨਾਂ ਤੇ ਜਦੋਂ ਅਸੀਂ ਚੱਲਦੇ ਹਾਂ ਕਿ ਵਾਕਈ ਪ੍ਰਭੂ ਦੇ ਉੱਤੇ ਅਸੀਂ ਜਦੋਂ ਸਭ ਕੁਝ ਛੱਡਦੇ ਹਾਂ, ਅਸੀਂ ਪ੍ਰਾਰਥਨਾ ਵਿੱਚ ਜਾਈਏ,
ਉਹਨਾਂ ਲੋਕਾਂ ਲਈ ਵੀ ਪ੍ਰਾਰਥਨਾ ਕਰੀਏ ਜੋ ਕਿ ਚੰਗਾ ਨਹੀਂ ਸੋਚ ਸਕਦੇ, ਜੋ ਚੰਗਾ ਸਾਡੇ ਲਈ ਨਹੀਂ ਸੋਚਦੇ, ਸਾਡੇ ਲਈ ਹੀ ਨਹੀਂ ਬਲਕਿ ਪੂਰੀ ਕੌਮ ਦੇ ਲਈ, ਪੂਰੀ ਦੁਨੀਆ ਲਈ, ਕਿ ਪ੍ਰਭੂ ਖੁਦ ਹੀ ਸਭ ਦਾ ਨਿਆਂ ਕਰਨ ਵਾਲਾ ਹੈ। ਅਸੀਂ ਪ੍ਰਭੂ ਦੇ ਲੋਕ ਹੁੰਦੇ ਹੋਏ ਚੰਗੀਆਂ ਗੱਲਾਂ ਸੋਚੀਏ ਔਰ ਚੰਗੇ ਕੰਮਾਂ ਬਾਰੇ ਹੀ ਪ੍ਰਭੂ ਦੇ ਕੰਮਾਂ ਵਿੱਚ ਵਧੀਏ। ਆਮੀਨ। ਥੈਂਕ ਯੂ ਜੋਤੀ ਜੀ ਸਾਨੂੰ ਇੱਕ ਰਿਫਲੈਕਸ਼ਨ ਦੇਣ ਲਈ। ਤਾਂ ਮੈਂ ਰਿਕੁਐਸਟ ਕਰਾਂਗੀ ਜੋਸ਼ੂਆ ਜੀ ਨੂੰ ਕਿ ਉਹ ਸਾਨੂੰ ਇੱਕ ਰਿਫਲੈਕਸ਼ਨ ਦੇ। ਵੈਸੇ ਸਭ ਤੋਂ ਜਿਹੜਾ ਬੈਸਟ ਤਰੀਕਾ ਮੈਂ ਤਾਂ ਇਹ ਕਹਾਂਗਾ ਕਿ ਖੁਦਾ ਦੇ ਉੱਤੇ ਹੀ ਹਰ ਇੱਕ ਚੀਜ਼ ਨੂੰ ਜਿਹੜਾ ਉਹ ਛੱਡ ਚਾਹੀਦਾ। ਅਗਰ ਕੋਈ ਬੁਰਾ ਵੀ ਕਹਿੰਦਾ ਤੇ ਜੇ ਅਸੀਂ ਵੀ ਉਹਦੇ ਲਈ ਬੁਰਾ ਸੋਚੀਏ ਜਾਂ ਬੁਰਾ ਕਰੀਏ ਤੇ ਫਿਰ ਸਾਡੇ ਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ, ਅਸੀਂ ਵੀ ਉਸੇ ਤਰ੍ਹਾਂ ਦੇ। ਤੇ ਹੁੰਦਿਆਂ ਹੋਇਆ ਸਾਡੇ ਕੋਲੋਂ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਨੇ ਹੋ ਜਾਂਦੀਆਂ ਨੇ, ਮਗਰ ਇਹ ਆ ਵੀ ਜਦੋਂ ਅਸੀਂ ਆਪਣੇ ਆਪ ਚ ਬੈਠਦੇ ਹਾਂ ਤੇ ਉਸ ਬਾਰੇ ਸੋਚਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਵੀ ਮੈਂ ਗਲਤ ਕੀਤਾ। ਸੋ ਉਦੋਂ ਹੀ ਇਨਸਾਨ ਨੂੰ ਜਿਹੜਾ ਇਹ ਸੋਚਣਾ ਚਾਹੀਦਾ ਕਿ ਵੀ ਮੈਂ ਕੁਛ ਵੀ ਨਾ ਕਰਾਂ। ਤੇ ਕਈ ਵਾਰੀ ਇਹ ਹੁੰਦਾ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਲਾਇਆ ਵੀ ਬੰਦਾ ਹੱਥ ਜੋੜ ਕੇ ਲੰਬੇ ਹੀ ਹੋ ਜਾਏ ਤੇ ਉਹ ਸਾਰਿਆਂ ਨਾਲੋਂ ਅੱਛੀ ਚੀਜ਼, ਬਜਾਏ ਇਸਦੇ ਕਿ ਜਿੰਨੀ ਬਹਿਸ ਕਰੋ ਉਹਨਾਂ ਹੀ ਗੱਲ ਨੂੰ, ਉਹ ਕਹਿੰਦੇ ਹੁੰਦੇ ਨੇ ਵੀ ਜਿੰਨਾ ਲੱਸੀ ਨੂੰ ਰਿੜਕੋ ਉਨੀ ਰਿੜਕੀ ਜਾਂਦੀ ਹੈ ਤੇ ਉਨੀ ਲੜਾਈ ਵੱਧਦੀ ਹੈ, ਉਸ ਹਿਸਾਬ ਦੇ ਨਾਲ ਹੀ। ਸੋ ਇਹ ਆ ਵੀ ਖੁਦਾ ਦੇ ਉੱਤੇ ਜੇ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਵੀ ਅਸੀਂ ਖੁਦਾ ਨੂੰ ਮੰਨਦੇ ਹਾਂ ਤੇ ਸਾਨੂੰ ਉਹਦੇ ਉੱਤੇ ਹੀ ਛੱਡਣਾ ਚਾਹੀਦਾ। ਉਹ ਸਭ ਤੋਂ ਜਿਹੜਾ ਅੱਛਾ ਤਰੀਕਾ ਇਹੋ ਹੀ ਕਹਾਂਗਾ। ਬਾਕੀ ਸਾਰਿਆਂ ਪਾਸਟਰ ਜੀ ਨੇ ਵੀ ਬੜਾ ਅੱਛਾ ਦੱਸਿਆ ਤੇ ਜੋਤੀ ਸਿਸਟਰ ਨੇ ਵੀ, ਕੋਈ ਨਵੀਂ ਗੱਲ ਤਾਂ ਉਹ ਵੀ ਹੈ ਨਹੀਂ। ਤੇ ਬੈਸਟ ਇਹ ਹੋਈ ਆ ਕਿ ਸ਼ਾਂਤੀ ਜਿਹੜੀ ਆ ਉਹ ਸਭ ਤੋਂ ਵਧੀਆ। ਹੱਥ ਜੋੜ ਦੇਣੇ ਆਪਣੇ ਆਪ ਦੇ ਵਿੱਚ, ਉਹ ਸਭ ਤੋਂ ਵੱਡੀ ਗੱਲ ਆ। ਉਹਦੇ ਚ ਕੁਛ ਇਨਸਾਨ ਛੋਟਾ ਨਹੀਂ ਬਣਦਾ, ਚਾਹੇ ਅਗਲਾ ਛੋਟਾ ਹੈ ਜਾਂ ਵੱਡਾ ਵਾ। ਤੇ ਹੱਥ ਜੋੜ ਦੇ ਮਾਫੀ ਮੰਗ ਲੈਣੀ ਉਹ ਚੰਗੀ ਹੈ ਤੇ ਖੁਦਾ ਦੇ ਉੱਤੇ ਛੱਡ ਦੇਣਾ ਚਾਹੀਦਾ। ਕੀ ਜੋਸ਼ੂਆ ਜੀ ਤੇ ਹੁਣ ਮੈਂ ਰਿਕੁਐਸਟ ਕਰਾਂਗੀ ਕਾਸ਼ਿਫ ਜੀ ਨੇ ਕਿ ਉਹ ਇੱਕ ਰਿਫਲੈਕਸ਼ਨ ਦੇਣ। ਥੈਂਕ ਯੂ ਸੋ ਮਚ ਰਬੀਨਾ। ਜੀ ਕੋਈ ਰਿਫਲੈਕਸ਼ਨ ਮੈਂ ਕੀ ਦੇ ਸਕਣਾ, ਕਾਫੀ डिटेल ਚ ਇਹਦੇ ਤੇ ਡਿਸਕਸ਼ਨ ਹੋ ਗਈ ਹੈ। ਹਾਂ, ਇਹਦੇ ਚ ਜਿਹੜਾ ਸਬਕ ਹੈ ਵਾਪਸ ਮਸੀਹ ਨੇ ਜੋ ਫਰਮਾਇਆ ਉਹ ਸੀ ਕਿ ਆਪਣੇ ਦੁਸ਼ਮਣ से मोहब्बत रखो। आई थिंक ਜਿਹੜਾ ਸਾਰਾ ਮਾਮਲਾ ਹੈ, ਜਿਹੜਾ ਸਾਰਾ ਇਹਦੇ ਚ ਦੱਸਿਆ ਜਾਂਦਾ ਹੈ, ਠੀਕ ਹੈ, ਗਮ ਹੈ, ਦੁੱਖ ਹੈ, ਮੁਸ਼ਕਿਲ ਹੈ, ਮਸੀਹ ਨੇ एग्जाम्पल बना दी, मिसाल बना दी। सो उस तो बेहतर कोई अल्फाज हो नहीं सकते कि अपने दुश्मन से मोहब्बत रखो। थैंक यू काशिफ जी। सो मैं इन्ना ही कहना चाहूंगी कि शायद साडे वर्ड्स च साडे शब्दां च ताकत हुंदी है, पावर हुंदी है, भावें किसी एक ह्यूमन बीइंग ਲਈ यूज ਕੀਤੇ ਗਏ ਹੋਣ ਜਾਂ ਕਿਸੇ ਚੀਜ਼ ਲਈ यूज ਕੀਤੇ ਗਏ ਹੋਣ। ਤੇ ਸਪੈਸ਼ਲੀ ਜਦੋਂ ਅਸੀਂ ਉਹਨਾਂ ਸ਼ਬਦਾਂ ਦੇ ਨਾਲ ਪਰਮੇਸ਼ਵਰ ਦੇ ਸਾਹਮਣੇ ਬਹਿੰਦੇ, ਉਹਨਾਂ ਗੱਲਬਾਤ ਕਰਦੇ ਆ ਤਾਂ ਹੋਰ ਜ਼ਿਆਦਾ ਪਾਵਰਫੁਲ ਹੋ ਜਾਂਦੇ ਆ। ਤਾਂ ਅਸੀਂ ਡੇਵਿਡ ਦਾ ਦੇਖਿਆ ਕਿ ਉਹਨੇ ਕੰਪਲੇਨਸ ਤੋਂ ਸ਼ੁਰੂ ਕੀਤਾ, ਉਹ ਟੈਸਟਮਨੀਜ਼ ਦੇ ਵਿੱਚ ਗਿਆ, ਫਿਰ ਉਹ ਪ੍ਰੇਜ਼ ਦੇ ਵਿੱਚ ਗਿਆ। ਸੋ ਸਾਨੂੰ ਆਪਣੇ ਜੀਵਨ ਦੇ ਵਿੱਚ ਏਦਾਂ ਹੀ ਪਰਮੇਸ਼ਵਰ ਦੀ ਵਡਿਆਈ ਕਰਦੇ ਰਹਿਣਾ ਚਾਹੀਦਾ ਹੈ ਤੇ ਉਹਦੀ ਪ੍ਰੇਜ਼ ਕਰਦੇ ਰਹਿਣਾ ਚਾਹੀਦਾ ਹੈ ਤੇ ਧੰਨਵਾਦ ਕਰਦੇ ਰਹਿਣਾ ਚਾਹੀਦਾ। ਤਾਂ ਅਗਲੇ ਵੀਕ ਅਸੀਂ ਫਿਰ ਇਸੇ ਟਾਈਮ ਅਸੀਂ ਫਿਰ ਇਸੇ ਵਕਤ ਤੁਹਾਨੂੰ ਮਿਲਾਂਗੇ ਜ਼ਬੂਰ 36 ਲੈ ਕੇ। ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ। ਸਾਰਿਆਂ ਨੂੰ ਜੈ ਮਸੀਹ ਕੀ।